ब्रेक तो बाद एक बार फिर तो तुहाडा स्वागत है। प्राइम टाइम दे विच अज असीं जिक्र कर रहे हैं इकबालप्रीत सिंह सहोता दी SIT दी, जिसने जांच सब तो पहलां कीती, जो सब तो पहली SIT सी बेअदबी मामले दे विच। ते इस SIT दे विच रुपिंदर ते जसविंदर नूं लैके की कुछ होया ਉਹ ਤੁਹਾਨੂੰ ਦੱਸਦੇ ਹਾਂ कि रुपिंदर ते जसविंदर दी गिरफ्तारी आखिर क्यों हुई। दरअसल एक शक्की ऑडियो दे आधार दे उत्ते गिरफ्तारी की गई सी। इस जांच रिपोर्ट दे विच जो खुलासा होया और रुपिंदर ते जसविंदर नूं लैके ये होया कि जदों 12 तरीक नूं बेअदबी दी घटना वापरदी है बरगाड़ी दे विच, तो उस तो बाद जिहड़े अंग सी जिन्हां दी बेअदबी की गई सी वो अंग गुरुद्वारा साहब दे विच बरगाड़ी च ले जाए गए ते उत्थों अंग लैके ਜਿਹੜੇ ਸਿੱਖ ਸੰਗਤ ਸੀ ਉਹ ਕੋਟਪੁਰਾ ਪਹੁੰਚ ਗਈ ਚੌਂਕ ਦੇ ਵਿੱਚ ਤੇ ਉੱਥੇ ਜਾ ਕੇ ਅੰਗ ਰੱਖ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਤੇ ਉਸ ਤੋਂ ਬਾਅਦ ਪੁਲਿਸ ਦਾ ਇਹ ਤਰਕ ਹੈ ਕਿ ਜਿਹੜੀ ਰੁਪਿੰਦਰ ਤੇ ਉਸਦੇ ਕੁਝ ਹੋਰ ਉਸਦੇ ਨਾਲ ਦੇ ਇਹ ਅੰਗ ਉੱਥੋਂ ਲੈ ਕੇ ਚਲੇ ਗਏ। ਪੁਲਿਸ ਕਹਿੰਦੀ ਰਹੀ ਕਿ ਸਾਨੂੰ ਅੰਗ ਉਹ ਜ਼ਰੂਰ ਮੁਹੱਈਆ ਕਰਵਾਏ ਜਾਣ। ਤਾਂ ਇਹ ਕੀ ਕੁਝ ਉਸ ਸਮੇਂ ਹੋਇਆ ਅਸੀਂ ਉਹ ਤੁਹਾਨੂੰ ਦੱਸ ਰਹੇ ਹਾਂ। ਤੇ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਤਤਕਾਲੀ SSP ਚਰਨਜੀਤ शर्मा जी जुड़ चुके हैं। चरणजीत जी बहुत बहुत स्वागत है। तुहाडा फर्स्ट रिएक्शन चाहांगे। दरअसल जो फर्स्ट इन्वेस्टिगेशन टीम सी इकबालप्रीत सिंह सहोता दी वो तुहाडे उत्ते बहुत सारियां टिप्पणियां करदी है अपनी जांच दे विच, जो जांच रिपोर्ट साडे हत्थ लगी है। उन्होंने जिक्र किया है कि बेअदबी दी घटना जदों होनी शुरू हुई जून च, उस समय पुलिस ने सही ढंग नाल नहीं इन्वेस्टिगेट किया ते उस तो बाद बैबल कलां दे विच भी क्राउड नूं सही तरीके नाल हैंडल नहीं किया गया। ਪਹਿਲਾਂ ਤਾਂ ਗੌਰਵ ਜੀ ਗੱਲ ਹੈਗੀ ਇਹ ਵੀ 2015 ਤੋਂ ਲੈ ਕੇ ਜੀ ਹੁਣ ਤੱਕ ਮੇਰਾ ਕਿਸੇ ਵੀ ਟੀਵੀ ਦੇ ਉੱਤੇ ਕਿਸੇ ਵੀ ਅਖਬਾਰ ਦੇ ਵਿੱਚ ਕੋਈ ਰਿਐਕਸ਼ਨ ਨਹੀਂ ਆਇਆ ਜੀ, ਇੱਕ ਵੀ ਰਿਐਕਸ਼ਨ ਨਾ ਮੈਂ ਪ੍ਰੈਸ ਦੇ ਕੋਲੇ ਆਇਆ ਜੀ, ਨਾ ਮੈਂ ਪ੍ਰੈਸ ਨੂੰ। ਮੇਰਾ ਪੂਰਨ ਭਰੋਸਾ ਜਿਹੜਾ ਨਿਆਂਪਾਲਿਕਾ ਦੇ ਉੱਤੇ ਡਿਪੈਂਡ ਕਰਦਾ ਸੀਗਾ, ਕਿਉਂਕਿ ਜਿਹੜਾ ਕੁਝ ਹੋਇਆ ਜਿਵੇਂ ਵੀ ਹੋਇਆ ਉਹ ਇਸ ਹਿਸਾਬ ਨਾਲ ਹੋਇਆ ਵੀ ਸਾਰਾ ਪੋਲੀਟੀਕਲ ਮੋਟੀਵੇਟਡ ਸੀਗਾ, ਪਹਿਲੀ ਗੱਲ। ਦੂਸਰੀ ਗੱਲ ਹੈਗੀ ਇਹ ਵੀ ਜਦੋਂ ਤੁਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹੋਗੇ ਉਸ ਜਗ੍ਹਾ ਦੇ ਉੱਤੇ ਨੈਚੁਰਲੀ ਆ ਵੀ ਏਡਾ ਵੱਡਾ ਸਰੂਪ ਮਹਾਰਾਜ ਦਾ ਚੋਰੀ ਹੋਇਆ ਜਿਹਦੇ ਚ ਸਾਰਿਆਂ ਦੀ ਸ਼ਰਧਾ ਹੈਗੀ। ਤੇ ਮੈਂ ਵੀ ਉਸ ਜਗ੍ਹਾ ਦੇ ਉੱਤੇ ਮੌਕੇ ਦੇ ਉੱਤੇ ਪਿੰਡ ਬੁਰਜਵਾਰ ਸਿੰਘ ਵਾਲਾ ਪੂਰੇ ਟਾਈਮ ਦੇ ਉੱਤੇ ਪਹੁੰਚ ਗਿਆ ਰਾਤ ਨੂੰ। ਤੇ ਜਦੋਂ ਸਾਰੇ ਪਿੰਡ ਚ ਪਤਾ ਕਰਾਉਣ ਤੋਂ ਬਾਅਦ ਫਿਰ ਉੱਥੋਂ ਦਾ ਰਣਜੀਤ ਸਿੰਘ ਪ੍ਰਧਾਨ ਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹੜਾ ਉੱਥੋਂ ਦੀ ਪ੍ਰੋਪਰ ਸੀਗੀ, ਤੇ ਮੈਂ ਉਹਦੇ ਨਾਲ ਬੈਠ ਕੇ ਜਦੋਂ ਗੱਲ ਕੀਤੀ ਸਾਰੀ ਗੱਲਬਾਤ ਕਰਨ ਤੋਂ ਬਾਅਦ ਕੇਸ ਰਜਿਸਟਰ ਕੀਤਾ। ਕੇਸ ਰਜਿਸਟਰ ਕਰਨ ਤੋਂ ਬਾਅਦ ਗੌਰਵ ਜੀ 25 ਦਿਨ ਲਗਾਤਾਰ ਮੈਂ ਉਸ ਪਿੰਡ ਦੇ ਵਿੱਚ ਰਿਹਾ। ਢਾਬਿਆਂ ਢਾਣੀਆਂ ਤੇ ਜਾ ਕੇ, ਡੇਰਿਆਂ ਤੇ ਜਾ ਕੇ ਪਿੰਡ ਦੀ ਤਲਾਸ਼ੀ 3 ਵਾਰੀ ਕੀਤੀ, ਹੱਥਾਂ ਤੇ ਰੱਖ ਕੇ ਰੋਟੀ ਖਾਧੀ, ਕਿਉਂਕਿ ਮਹਾਰਾਜ ਜੀ ਸਾਹਿਬ ਦੇ ਸਰੂਪ ਤੋਂ ਇਲਾਵਾ ਤੇ ਇੰਪੋਰਟੈਂਟ ਚੀਜ਼ ਨਹੀਂ ਸੀ ਜੀ। ਮੈਂ ਉਸ ਜਗ੍ਹਾ ਤੇ ਜਾ ਕੇ ਟੋਭਾ ਜਿਹੜਾ 4 ਕਿੱਲਿਆਂ ਦਾ ਪੂਰਾ ਸੀਗਾ ਪਾਣੀ ਦਾ, ਉਹ 3 ਲਾ ਕੇ ਜਿਹੜੇ ਹੁੰਦੇ ਆ ਕੀਮ ਦੇ ਪੰਪ, ਉਹ 3 ਲਾ ਕੇ ਖਾਲੀ ਕਰਾਏ ਵੀ ਕੋਈ ਬੇਅਦਬੀ ਕਰਕੇ ਮਹਾਰਾਜ ਸਾਹਿਬ ਦੇ ਸਰੂਪ ਨੂੰ ਇਸ ਟੋਭਿਆਂ ਦੇ ਵਿੱਚ ਨਾ ਸਿੱਟ ਦੇ ਕਿਤੇ, ਉਸ ਨਾਲ ਜਿਹੜੇ ਸਾਡੇ ਹਾਲਾਤ ਖਰਾਬ ਹੋਣ। ਉਸ ਤੋਂ ਇਲਾਵਾ ਜਿੰਨਾ ਧਰਨੇ ਮੁਜ਼ਾਹਰੇ ਇਹ ਕਰਦੇ ਰਹੇ ਉੱਥੇ ਆ ਕੇ, ਬਲਜੀਤ ਸਿੰਘ ਦਾਦੂਵਾਲ ਵਗੈਰਾ, ਉਹ ਸਾਰਿਆਂ ਨੂੰ ਨਜਿੱਠਿਆ। ਈਵਨ ਇਹਨਾਂ ਨੂੰ ਮੈਂ ਕਿਹਾ ਵੀ ਆਪਣਾ ਜਿਹੜਾ ਇਹ ਸਰੂਪ ਹੈ ਸਾਰਾ, ਇਹ ਜਿਹੜਾ ਸਰੂਪ ਹੈ ਮਹਾਰਾਜ ਦਾ ਸਾਡਾ ਸਾਂਝਾ ਪਿਓ ਹੈ, ਵੀ ਆਪਾਂ ਤੁਸੀਂ ਵੀ ਆਪਣੇ ਬੰਦੇ ਲਾਓ, ਵੀ ਆਪਾਂ ਇਹਦੀ ਸਰਚ ਕਰੀਏ ਵੀ ਕਿੱਥੇ ਗਿਆ। ਪਰ ਨਹੀਂ, ਮੈਂ ਆਪਣਾ 300 ਪੂਰਾ ਬੰਦਾ ਲੈ ਕੇ, ਸਾਰੇ ਜ਼ਿਲ੍ਹੇ ਦੀ ਫੋਰਸ ਲੈ ਕੇ ਉੱਥੇ ਰਿਹਾ। 3 ਵਾਰੀ ਉਸ ਪਿੰਡ ਦੀ ਤਲਾਸ਼ੀ ਲੈਤੀ ਗਈ, 3 ਵਾਰੀ ਉਸ ਪਿੰਡ ਦੀ ਮੇਰੇ ਵੱਲੋਂ ਉਹ ਹਰ ਕੋਸ਼ਿਸ਼ ਕੀਤੀ ਗਈ ਜਿਹੜੀ ਕਿ ਬੀਇੰਗ ਏ ਇਨਵੈਸਟੀਗੇਸ਼ਨ, ਬੀਇੰਗ ਏ ਜ਼ਿਲ੍ਹਾ ਮੁਖੀ, ਤੇ ਈਵਨ ਜਿਵੇਂ ਵੀ ਮੈਨੂੰ ਜਿਸ ਤਰੀਕੇ ਨਾਲ ਵੀ ਟੈਕਨੀਕਲ ਤਰੀਕੇ ਨਾਲ ਵੀ ਉਸ ਜਗ੍ਹਾ ਦੇ ਉੱਤੇ ਜਿਹੜੀਆਂ ਕਾਲ ਡਿਟੇਲਾਂ ਚੱਕੀਆਂ ਗਈਆਂ, ਰੂਟਾਂ ਦੀ ਤਲਾਸ਼ੀ ਕੀਤੀ ਗਈ, CCTV ਕੈਮਰੇ ਜਿਹੜੇ ਇਸ ਰੂਟ ਦੇ ਉੱਤੇ ਲੱਗੇ ਗਏ ਸੀ ਵੀ ਕੋਈ ਇਹ ਬੰਦੇ ਇੱਧਰੋਂ ਆ ਰਹੇ ਜਾਂ ਕਿਸੇ ਹੋਰ ਪਾਸਿਓਂ ਆ ਰਹੇ ਨੇ, ਤੇ ਉਹਨਾਂ ਦੇ ਮੈਂ ਇਸ ਨੂੰ ਪੂਰੀ ਤਰ੍ਹਾਂ ਘੋਖ ਕਰ ਲਾਂ। ਸਾਰੇ ਨਤੀਜੇ ਫਿਰ ਨਾਲ ਸਾਹੋ ਕੇ ਪਿੰਡ ਦਾ ਬਲਵਿੰਦਰ ਸਿੰਘ ਆਇਆ, ਜਿਹਨੇ ਦੱਸਿਆ ਜਿਹਦੀ ਗੈਸ ਦੀ ਏਜੰਸੀ ਹੈ, ਉਹ ਵੀ ਸਾਡੇ ਗੁਰਦੁਆਰੇ ਜੱਦੀ ਮੋਟਰਸਾਈਕਲ ਦੇਖੇ ਗਏ। ਉਹ ਫਿਰ ਜੋ ਮੋਟਰਸਾਈਕਲ ਵਾਲਿਆਂ ਦਾ ਹੁਲੀਆ ਨੋਟ ਕੀਤਾ ਗਿਆ ਉਸ ਦੇ ਭਾਈ ਤੋਂ, ਉਸ ਗੁਰਦੁਆਰੇ ਸਾਹਿਬ ਵੀ ਮੈਂ ਗਿਆ। ਉੱਥੇ ਜਾ ਕੇ ਕਰਨ ਤੋਂ ਬਾਅਦ ਫਿਰ ਮੈਂ ਸਾਰਾ ਉਸ ਦੀ ਤਫਤੀਸ਼ ਸਕੈਚ ਬਣਵਾਏ ਕੇ ਬਕਾਇਦਾ ਅੰਮ੍ਰਿਤਸਰ ਤੋਂ ਬੰਦਾ ਲਿਆ ਕੇ ਸਕੈਚ ਬਣਵਾਏ। ਸਾਰੀ ਤਫਤੀਸ਼ ਦੇ ਵਿੱਚ ਮੈਂ ਕਮਿਸ਼ਨ ਦੇ ਕੋਲੇ ਵੀ, ਇਨਵੈਸਟੀਗੇਸ਼ਨ ਦੇ ਵਿੱਚ ਵੀ ਸਾਰਾ ਕੁਝ ਦੱਸਦਾ ਰਿਹਾ। ਔਰ ਮੇਰਾ ਇਹ ਔਨ ਦਾ ਰਿਕਾਰਡ ਹੈ। ਚਾਹੇ ਰਣਜੀਤ ਸਿੰਘ ਪ੍ਰਧਾਨ ਨੂੰ ਵੀ ਇਸ ਬਾਰੇ ਪੁੱਛਿਆ ਜਾਂਦਾ, ਪਿੰਡ ਨੂੰ ਵੀ ਪੁੱਛਿਆ ਜਾ ਸਕਦਾ। ਪਿੰਡ ਦੇ ਜਿਹੜੇ ਟਰੰਕ, ਬਿਸਤਰੇ, ਈਵਨ
ਜਿਨ੍ਹਾਂ ਜਿਹ ਬੁੜੀਆਂ ਦੇ ਵੀ ਕੱਪੜੇ ਹੁੰਦੇ ਉਹ ਵੀ ਕੱਢ ਕੇ ਦਿੱਤੇ। ਪਿੰਡ ਨੇ ਮੈਨੂੰ ਪੂਰਾ ਕੋਆਪਰੇਟ ਕੀਤਾ, ਕਿਸੇ ਨੇ ਕੋਈ ਉਸ ਨਹੀਂ ਕੀਤੀ, ਮੇਰੇ ਨਾਲ ਮੁਖਾਲਫਤ ਨਹੀਂ ਕੀਤੀ। ਉਸ ਤੋਂ ਇਲਾਵਾ ਜਦੋਂ ਇਹਨਾਂ ਨੇ ਆਪਣੀ ਕਮੇਟੀ ਦਾਦੂਵਾਲ ਹੋਣਾ ਨੇ ਬਣਾ ਕੇ ਤੇ ਉਹਦੇ ਵਿੱਚ ਉਹਨਾਂ ਦੇ ਗੁਰਦੁਆਰਾ ਸਾਹਿਬ ਜਾ ਕੇ ਉਹਨਾਂ ਦੇ ਨਾਲ ਮਾਰਕੁੱਟ ਕੀਤੀ, ਉਸ ਵਕਤ ਪਿੰਡ ਨੇ ਇਹ ਗੱਲ ਕਹੀ ਵੀ ਸਾਡੇ ਪਿੰਡ ਇਹ ਕਮੇਟੀ ਨਹੀਂ ਬਣੇਗੀ, ਪੁਲਿਸ ਜਿੰਨਾ ਮਰਜ਼ੀ ਆ ਕੇ ਤਫਤੀਸ਼ ਕਰ ਲੇ। ਇਹਨਾਂ ਦਾ ਉੱਥੇ ਵੜਨਾ ਬੰਦ ਕਰਤਾ। ਤਾਂ ਹੀ ਇਹ ਬਰਗਾੜੀ ਗੁਰਦੁਆਰੇ ਦੇ ਵਿੱਚ, ਬਰਗਾੜੀ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਹ ਮੀਟਿੰਗਾਂ ਕਰਦੇ ਰਹੇ, ਕਿਉਂਕਿ ਇਹ ਪਿੰਡ ਆ ਹੀ ਨਹੀਂ ਸਕਦੇ ਸੀ। ਇੱਕ ਵਾਰੀ ਇਹਨਾਂ ਨੇ ਪਿੰਡ ਆਉਣ ਦੀ ਕੋਸ਼ਿਸ਼ ਕੀਤੀ, ਉੱਥੇ ਮੈਂ ਪਹੁੰਚਿਆ ਤੇ ਇਹਨਾਂ ਨੂੰ ਰੋਕਿਆ। ਪਿੰਡ ਵਾਲੇ ਆਪਣੇ ਇਕੱਠੇ ਹੋ ਗਏ, ਉਹ ਕਹਿੰਦੇ ਅਸੀਂ ਇਕੱਠੇ ਹਾਂ। ਇਸ ਤੋਂ ਇਲਾਵਾ ਦਾਦੂਵਾਲ ਸਾਹਿਬ ਨੇ ਜਿਹੜਾ ਕਿਹਾ ਵੀ ਇਹਨਾਂ ਬੰਦਿਆਂ ਨੂੰ ਚੱਕ ਕੇ ਇੰਟਰੋਗੇਟ ਕਰੋ, ਉਹ ਵੀ ਕੀਤੇ। ਗਿਆਨੀ ਵੀ ਕੀਤਾ। ਗਿਆਨੀ ਨੂੰ ਮੇਰੇ ਕੋਲੋਂ ਆਪ ਲੈ ਕੇ ਗਏ ਪਾਠੀ ਨੂੰ, ਕਹਿੰਦੇ ਇਹਦੇ 'ਚ ਕੁਛ ਨਹੀਂ, ਇਹਦਾ ਦਿਮਾਗ ਦਾ ਆਪਰੇਸ਼ਨ ਹੋਇਆ। ਰਣਜੀਤ ਸਿੰਘ ਕਹਿੰਦਾ ਇਹਨੂੰ ਕੁਛ ਨਾ ਕਿਹੋ, ਇਹ ਨੁਕਸਾਨ ਕਰੂਗਾ ਤਾਂ ਇਹਦਾ ਉਹ ਮਰ ਜਾਣਾ ਇਸ ਲਈ ਜੇ ਤੁਸੀਂ ਇਸ ਨੂੰ ਛੇੜਿਆ ਵੀ। ਤੇ ਕਹਿੰਦਾ ਇਹਦੇ ਹੈ ਨਹੀਂ, ਸਾਡੀ ਵੈਰੀਫਿਕੇਸ਼ਨ ਹੈ ਵੀ। ਹੋਰ ਬਿਲਕੁਲ ਇਹ ਨਿਰਾਧਾਰ ਹੈ ਵੀ ਉਹ ਤਫਤੀਸ਼ ਨਹੀਂ ਉਹਦੀ ਸਹੀ ਢੰਗ ਨਾਲ ਹੋਗੀ। ਨੰਬਰ ਗੱਲ ਸੋਹਤਾ ਸਾਹਿਬ ਬੜੇ ਰਿਸਪੈਕਟੇਬਲ ਨੇ, ਡੀਜੀ ਨੇ ਹੁਣ ਪੰਜਾਬ ਦੇ। ਉਸ ਵਕਤ ਜਦੋਂ ਇਹ ਆਏ, ਇਹਨਾਂ ਨੂੰ ਪੁੱਛੋ ਵੀ ਇਹ ਕਿੰਨੇ ਦਿਨ ਉਹਦੀ ਤਫਤੀਸ਼ ਕੀਤੀ ਉਸਦੀ, ਉਸ ਜਗ੍ਹਾ ਤੇ ਆ ਕੇ। ਸਿਰਫ ਇੱਕ ਦਿਨ ਵਾਸਤੇ ਤੇ ਸਿਰਫ 2 ਘੰਟਿਆਂ ਵਾਸਤੇ। 2 ਘੰਟਿਆਂ ਦੇ ਵਿੱਚ ਇਸਨੇ ਕੀ ਸੋਹਤਾ ਸਾਹਿਬ ਨੇ ਮੈਨੂੰ ਬੁਲਾ ਕੇ ਪੁੱਛਿਆ ਵੀ ਤੂੰ ਮੈਨੂੰ ਦੱਸ ਵੀ ਕੀ ਹੋਇਆ। ਕੀ ਇਹਨਾਂ ਨੇ ਉੱਥੋਂ ਦੇ SHO ਨੂੰ ਪੁੱਛਿਆ? ਕੀ ਇਹਨਾਂ ਨੇ ਪਬਲਿਕ ਦੇ ਕਿਸੇ ਦੇ ਬਿਆਨ ਲੈਤੇ? ਇਹ ਕਿਸ ਤਰੀਕੇ ਨਾਲ ਤੈਅ ਕੀਤਾ ਗਿਆ ਵੀ ਤਫਤੀਸ਼ ਪ੍ਰੋਪਰ ਨਹੀਂ ਹੋਈ, ਜਦ ਕਿ ਇਨਵੈਸਟੀਗੇਸ਼ਨ ਅਫਸਰ ਨੂੰ ਨਹੀਂ ਪੁੱਛਿਆ ਗਿਆ, DSP ਸੁਪਰਵਿਜ਼ਨ ਵਾਲੇ ਨੂੰ ਨਹੀਂ ਪੁੱਛਿਆ ਗਿਆ, SSP ਮੌਜੂਦਾ ਨੂੰ ਨਹੀਂ ਪੁੱਛਿਆ ਗਿਆ। ਫਿਰ ਕਿਵੇਂ ਤੈਅ ਕੀਤੀ ਗਈ ਵੀ ਤਫਤੀਸ਼ ਵਧੀਆ ਨਹੀਂ ਹੋਈ? ਕਿਹੜੇ ਮਾਪਦੰਡ ਅਪਣਾਏ ਗਏ ਵੀ ਤਫਤੀਸ਼ ਵਧੀਆ ਨਹੀਂ? ਕਿਉਂਕਿ ਤਤਕਾਲੀ ਸਰਕਾਰ ਨੂੰ ਮਤਲਬ ਉਹਨਾਂ ਨੂੰ ਇਹ ਸੀ ਵੀ ਇੱਕ ਪਰਚਾ ਦਰਜ ਕਰਕੇ ਇੱਕ ਤਰੀਕੇ ਨਾਲ ਇਸ ਨੂੰ ਗਲੋਂ ਲਾਇਆ ਜਾਵੇ। ਮੈਨੂੰ ਜਿਹੜੀ ਸਜ਼ਾ ਮਿਲੀ ਸਿਰਫ ਤੇ ਸਿਰਫ ਪੰਡਤ ਹੋਣ ਦੀ ਮਿਲੀ, ਜਦ ਕਿ ਮੈਂ 22 ਸਰੂਪ ਪੰਡਤ ਹੀ ਨਹੀਂ ਹਾਂ। ਮੈਂ ਸਰਦਾਰਾਂ ਪਗੜੀ ਬੰਨਦਾ, ਬਠਿੰਡੇ ਨੂੰ ਬਿਲੋਂਗ ਕਰਦਾ ਤੇ ਮੇਰੇ ਘਰ ਦੇ ਵਿੱਚ 3 ਅਖੰਡ ਪਾਠ ਹੁੰਦੇ ਨੇ ਤੇ ਮੈਂ ਗੁਰੂ ਮਹਾਰਾਜ ਦਾ ਜਿੰਨਾ ਸਤਿਕਾਰ ਕਰਦਾ। ਮੈਂ ਹੁਸ਼ਿਆਰਪੁਰ ਚ ਰਹਿਣਾ, ਮੇਰੇ ਕੋਲ ਪੁੱਛ ਲਓ ਕਿਸੇ ਨੂੰ ਵੀ ਆ ਕੇ ਵੀ ਇਹ ਸਤਿਕਾਰ ਨਹੀਂ ਹੁੰਦਾ ਹੈ। ਮੈਨੂੰ ਇਸ ਤਰ੍ਹਾਂ ਦਾ ਵਿਲਨ ਬਣਾਇਆ ਗਿਆ, ਨਾਲ ਮੇਰੇ ਨਿਆਣੇ। ਮੈਂ ਇੰਨਾ ਮੈਨੂੰ ਮੈਂਟਲੀ ਹਰਾਸ ਕੀਤਾ ਗਿਆ। ਮੈਂ ਸਜ਼ਾ ਪਾਈ। ਅੱਜ ਮੈਂ ਅੱਕ ਕੇ ਜਦੋਂ ਤੁਹਾਡੇ ਬੋਲਿਆ ਵੀ ਸਾਰਾ ਕੁਝ ਚਰਨਜੀਤ ਹੀ ਹੈਗਾ ਤੇ ਵਿਲਨ ਤੇ ਬਾਕੀ ਫੋਰਸ ਜਿਹੜੀ ਸੀ ਉੱਥੇ ਜਗਰਾਤਾ ਕਰਨ ਗਈ ਸੀ, ਉਹ ਕੀ ਕਰਦੇ ਸੀ ਉੱਥੇ ਆ ਕੇ? ਸਾਰਾ ਕੁਝ ਹੀ ਅਸੀਂ ਕੀਤਾ ਹੈਗਾ ਤੇ ਬਾਕੀਆਂ ਨੇ ਕੀ ਕੀਤਾ ਹੈਗਾ? ਨੰਬਰ 2 ਦੇ ਉੱਤੇ ਜਦੋਂ ਉੱਥੇ ਪੋਸਟਰ ਲੱਗੇ ਕਿ ਮੈਂ ਮੋਗੇ SSP ਲੱਗ ਗਿਆ ਸੀ। ਮੋਗੇ SSP ਹੋਣ ਤੋਂ ਬਾਅਦ ਵੀ ਮੈਂ ਉਸ ਗੁਰਦੁਆਰਾ ਸਾਹਿਬ ਗਿਆ। ਮੇਰੇ ਮਨ ਤੇ ਬੋਝ ਬਹੁਤ ਹੈ ਵੀ ਇਹ ਟਰੇਸ ਹੋਣਾ ਚਾਹੀਦਾ। ਦੱਸੋ ਮੈਂ ਜੇ ਮੈਨੂੰ ਹੁੰਦਾ ਵੀ ਮੈਂ ਤਾਂ ਉੱਥੇ SSP ਲੱਗ ਗਿਆ, ਮੇਰਾ ਕੰਮ ਖਤਮ ਹੋ ਗਿਆ, ਮੈਂ ਕਦ ਲਈ ਜਾਵਾਂ ਦੂਜੇ ਜ਼ਿਲ੍ਹੇ ਦੇ ਵਿੱਚ? ਮੈਂ ਉੱਥੇ ਜਾ ਕੇ ਗਿਆ ਵੀ ਇਹ ਮੇਰੇ ਤੇ ਬੋਝ ਹੈ ਰਣਜੀਤ ਸਿੰਘ, ਇਹ ਮੈਂ ਲੱਭਣਾ ਚਾਹੀਦਾ। ਉਹ ਜੀ ਕਹਿੰਦੇ ਠੀਕ ਹੈ। ਇਸ ਦੇ ਬਾਰੇ ਮਨਪ੍ਰੀਤ ਸਿੰਘ ਸੀਗੇ ਰੰਧਾਵਾ ਜੀ, ਉਦੋਂ HT ਦੇ ਵਿੱਚ ਹੁੰਦੇ ਸੀ, ਉਹਨਾਂ ਨੇ ਆਪਣਾ ਆਰਟੀਕਲ ਵੀ ਛਾਪਿਆ ਸੀਗਾ ਤੇ ਜਿਹਦੇ ਚ ਲਿਖਿਆ ਸੀ ਵੀ SSP ਉੱਥੇ ਦੁਬਾਰਾ ਵੀ ਆਇਆ ਉੱਥੇ ਲੱਗਣ ਤੋਂ ਬਾਅਦ ਉਸ ਟਾਈਮ ਦੇ ਉੱਤੇ। ਠੀਕ ਹੈ ਜੀ। ਤੇ ਮੈਨੂੰ ਇਹ ਦੱਸੋ ਵੀ ਜਦੋਂ ਪੋਸਟਰ ਲੱਗ ਗਏ, ਮੈਂ ਗੁਆਂਢੀ ਜ਼ਿਲ੍ਹੇ ਦੇ ਵਿੱਚ ਆਂਗਾ, ਕੀ ਮੈਨੂੰ ਨਹੀਂ ਦੱਸਣਾ ਚਾਹੀਦਾ? ਇਹ ਜ਼ਿੰਮੇਵਾਰੀ SSP ਦੀ ਉਦੋਂ ਦੀ ਜਾਂ ਉਸ ਸੁਪਰਵਿਜ਼ਨ ਅਫਸਰ ਦੀ ਜ਼ਿਲ੍ਹੇ ਦੀ ਨਹੀਂ ਬਣਦੀ ਵੀ ਜ਼ਿਲ੍ਹੇ ਵਾਲੇ ਨੂੰ ਪੁੱਛਿਆ ਜਾਵੇ ਵੀ ਤੂੰ ਮੈਨੂੰ ਦੱਸ ਵੀ ਇਹਦੇ ਚ ਹੁਣ ਕੀ ਕਰੀਏ ਅਸੀਂ? ਕਿਉਂਕਿ ਮੈਂ ਉੱਥੇ ਰਿਹਾ ਸੀ, ਮੈਨੂੰ ਤਾਂ ਪਤਾ ਤੱਕ ਵੀ ਨਹੀਂ ਵੀ ਇਹ ਪੋਸਟਰ ਲਾਤੇ। ਅੱਛਾ, ਜਦੋਂ ਪੋਸਟਰ ਲਾਏ ਉੱਥੇ, ਉਸ ਤੋਂ ਬਾਅਦ ਜਦੋਂ ਤੱਕ ਬੇਅਦਬੀ ਹੋ ਗਈ, ਫਿਰ ਕੀ ਉਡੀਕਦੇ ਸੀ ਵੀ ਬੇਅਦਬੀ ਹੋ ਜਾਏ? ਵੀ ਜਿੰਨਾ ਚਿਰ ਉਸ ਦਾ ਫਿਰ ਕੀ ਉਸ ਵਕਤ ਦੀ ਪੁਲਿਸ ਨੇ, ਜਦੋਂ ਉਸ ਵਕਤ ਦੇ ਮੁਕਾਮੀ ਅਫਸਰ ਸੀਗੇ, ਕੀ ਉਹਨਾਂ ਨੇ ਉਸ ਦਾ ਸੂਆ ਮੋਟਰ ਲੈਤਾ ਵੀ ਇਹਨਾਂ ਨੇ ਲਾਤਾ? ਇਸ ਨੂੰ ਕਿੰਨੀ ਕੁ ਥ੍ਰੈਟ ਸਮਝੀ? ਇਸ ਗੱਲ ਨੂੰ ਕੋਈ ਥ੍ਰੈਟ ਨਹੀਂ ਸਮਝੀ। ਤੇ ਜੇ ਉਸ ਨੂੰ ਲੀਨੀਅੰਟ ਵਿਊ ਨਾਲ ਲੈਤਾ ਤੇ ਤਾਂ ਹੀ ਉਹ ਜਿਹੜਾ ਵਕਫਾ ਇੰਨਾ ਚਿਰ ਦਾ ਦਿੱਤਾ, ਕੋਈ ਐਫਰਟਸ ਨਹੀਂ ਕੀਤੇ ਗਏ, ਤਾਂ ਹੀ ਇਹ ਬੇਅਦਬੀ ਹੋਈ। ਜਦੋਂ ਬੇਅਦਬੀ ਹੋ ਗਈ ਉਸ ਦਿਨ 12 ਤਰੀਕ ਨੂੰ ਉੱਥੇ ਮੈਨੂੰ ਸੱਦਿਆ ਗਿਆ DG ਸਾਹਿਬ ਦੇ ਤੇ IG ਸਾਹਿਬ ਦੇ ਹੁਕਮ ਦੇ ਮੁਤਾਬਕ ਵੀ ਤੂੰ ਉੱਥੇ ਪਹੁੰਚ। ਕਿਉਂਕਿ ਮੈਂ ਉੱਥੇ ਉਸ ਵਕਤ ਮੈਨੂੰ ਪਤਾ ਸੀ, ਪੁਰਾਣੇ ਅਫਸਰ ਰਹੇ ਸੀ ਜਿਵੇਂ IG ਪਰਮਰਾਜ ਸਿੰਘ ਜੀ, ਉਹ ਰਹੇ ਸੀ ਤੇ ਉਹਨਾਂ ਨੇ ਜਾ ਕੇ ਭੇਜਿਆ। ਅਸੀਂ ਜਾ ਕੇ ਮਤਲਬ ਗੋਡੀ ਹੱਥ ਲਾਉਂਦੇ ਰਹੇ ਵਰਦੀ ਪਾ ਕੇ ਜਥੇਦਾਰਾਂ ਦੇ, ਇਸ ਕਰਕੇ ਵੀ ਇਸ ਦਾ ਜਿਹੜਾ ਹੱਲ ਹੈ ਉਹ ਲੱਭ ਜੇ ਵੀ ਉਸ ਨੂੰ ਕਿਸੇ ਤਰੀਕੇ ਨਾਲ ਇਹ ਸੌਟ ਆਊਟ ਹੋ ਜੇ। ਜੇ ਉੱਥੋਂ ਮਹਾਰਾਜ ਦੇ ਸਰੂਪ ਤੋਂ ਲੈ ਕੇ ਅੰਗ ਦੀ ਬੇਅਦਬੀ ਹੋਈ,
ਉਹ ਪੁਲਿਸ ਨੇ ਗੁੱਡ ਫੇਥ ਦੇ ਵਿੱਚ ਮੁਕਾਮੀ ਐਸਐਚਓ ਨੇ ਐਸਐਸਪੀ ਦੇ ਕਹਿਣ ਦੇ ਉੱਤੇ ਇਹਨਾਂ ਦੇ ਹੈਂਡਓਵਰ ਕਰਤੇ ਵੀ ਇਹ ਸਿੱਖ ਸੰਗਤ ਨੂੰ ਆਪਣੇ ਮਰਿਆਦਾ ਮੁਤਾਬਕ ਇਹਨਾਂ ਨੂੰ ਦੇਖ ਰੇਖ ਕਰੂਗੀ। ਉਹ ਅੰਕ ਲੈ ਕੇ ਪਾਲਕੀ ਸਾਹਿਬ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਚਲੇ ਗਏ, ਕੋਟਕਪੂਰੇ ਚੌਂਕ 'ਚ ਚਲੇ ਗਏ। ਮੈਨੂੰ ਦੱਸੋ ਵੀ ਕੋਟਕਪੂਰਾ ਚੌਂਕ ਦੇ ਵਿੱਚ ਰਾਹ 'ਚ ਰੋਕਿਆ ਜਾ ਸਕਦਾ ਸੀ? ਨਹੀਂ ਜਾ ਸਕਦਾ ਸੀ। ਉਸ ਨੂੰ ਉਸ ਗੁਰਦੁਆਰੇ ਦੇ ਵਿੱਚ ਜਦ ਕਿ 200 ਬੰਦਾ ਵੀ ਨਹੀਂ ਹੋਣਾ ਉਸ ਗੁਰਦੁਆਰੇ 'ਚ, ਬਰਗਾੜੀ ਸਾਹਿਬ ਵਾਲੇ 'ਚ ਜਿੱਥੇ ਅੰਗ ਇਕੱਤਰ ਕੀਤੇ ਗਏ। ਉੱਥੇ ਐਸਐਸਪੀ ਤੇ ਜੱਗੀ ਡੀਸੀ ਉੱਥੇ ਮੌਕੇ ਤੇ ਮੌਜੂਦ ਉਸ ਗੇਟ ਦੇ ਬਾਹਰ ਫੋਰਸ ਨਾਲ ਬੈਠੇ ਆ। ਉਹਨਾਂ ਨੂੰ ਜਾਣ ਕਿਉਂ ਦਿੱਤਾ ਗਿਆ? ਕਿਉਂ ਜਾਣ ਦਿੱਤਾ ਗਿਆ? ਆਈਜੀ ਜਤਿੰਦਰ ਜੈਨ ਕੀ ਕਰਦੇ ਸੀਗੇ? ਉਹਨਾਂ ਨੇ ਕਿਉਂ ਨਹੀਂ ਉਹਨਾਂ ਨੂੰ ਰੋਕਿਆ? ਕਾਹਦੇ ਲਈ ਨਹੀਂ ਰੋਕਿਆ? ਮੁਕਾਮੀ ਡੀਆਈਜੀ ਸੀ ਉੱਥੇ ਮੌਕੇ ਦੇ ਉੱਤੇ, ਕਿਉਂ ਨਹੀਂ ਰੋਕਿਆ? ਉਸ ਚੌਂਕੀ ਦੇ ਵਿੱਚ ਸੀਗੇ, ਇੰਨੀ ਫੋਰਸ ਦੇ ਬਾਵਜੂਦ ਉਹਨਾਂ ਨੂੰ ਕਿਉਂ ਨਹੀਂ ਰੋਕਿਆ? ਉਹਨਾਂ ਨੂੰ ਕਿਉਂ ਇਜਾਜ਼ਤ ਦਿੱਤੀ ਗਈ ਵੀ ਤੁਸੀਂ ਜਾ ਕੇ ਉੱਥੇ ਜਾ ਕੇ ਬੈਠ ਜਾਓ ਚੌਂਕ ਦੇ ਵਿੱਚ? ਕਿਉਂ ਦਿੱਤੀ? ਇਹਨਾਂ ਦੀ ਲਾਅ ਐਂਡ ਆਰਡਰ ਦੀ ਜ਼ਿੰਮੇਵਾਰੀ ਇਹਨਾਂ ਅਫਸਰਾਂ ਦੀ ਨਹੀਂ ਬਣਦੀ ਹੈ? ਉੱਥੇ ਜਾ ਕੇ ਜਦੋਂ ਚੌਂਕ ਦੇ ਵਿੱਚ ਦਿੱਤਾ, ਉਹ ਚੌਂਕ ਦੇ ਵਿੱਚ ਜਾ ਕੇ ਉਹਨਾਂ ਨੇ ਰੱਖ ਲਏ ਅੰਗ। ਪਹਿਲੇ ਦਿਨ ਜਦੋਂ ਹੋਈ ਹੈ, ਸਾਰੇ ਜਹਾਨ ਨੂੰ ਪਤਾ, ਤੁਸੀਂ ਵੀ ਇਹ ਦੱਸ ਰਹੇ ਹੋ ਵੀ ਉਹ ਲੈ ਕੇ ਗਏ, ਵੀ ਉਹ ਅੰਗ ਜਿਹੜੇ ਸੀਗੇ ਉਹ ਕਿੱਥੇ ਲੈ ਕੇ ਗਏ, ਮੈਂ ਉਸ ਬਾਰੇ ਬਿਆਨ ਨਹੀਂ ਕਰਨਾ, ਨਾ ਮੈਂ ਦੱਸਣਾ ਤੇ ਪਰ ਮੈਨੂੰ ਦੱਸੋ ਵੀ ਉਹਦੇ ਵਿੱਚ ਜਿਹੜੀ ਉੱਥੇ ਸਿਚੁਏਸ਼ਨ ਟੈਕਲ ਕੀਤੀ, 45 ਮੁਲਾਜ਼ਮ ਜ਼ਖਮੀ ਹੋਏ, ਕਿਸੇ ਨੇ ਕੋਈ ਨਹੀਂ, 2-3 ਮਰਨ ਵਾਲੇ ਪਏ ਆ, ਕਿਸੇ ਨੇ ਕੋਈ ਅਰਜ਼ ਨਹੀਂ। ਉਹਦਾ ਪ੍ਰੋਬਲਮ ਇਹ ਹੈ ਵੀ ਉਹਦਾ ਇੱਕ ਸੁਪਨਾ ਹੁੰਦਾ ਸੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ, ਰਾਤ ਨੂੰ ਸਵੇਰੇ ਉੱਠ ਕੇ ਉਹਦੀ ਜਿਮਨੀ ਲਿਖ ਕੇ ਫਲਾਂ ਦੋਸ਼ੀ ਕੀ ਮਾਪਦੰਡ ਤੇ ਹੋਈ, ਕਿਹੜੀ ਇੰਟਰਨੈਸ਼ਨਲ ਤਫਤੀਸ਼ ਹੋਈ, ਜਿਹਦੇ ਵਿੱਚ ਉਹਨਾਂ ਦੇ ਪਹਿਲੇ ਸੱਤੇ ਹੀ ਹਾਈ ਕੋਰਟ ਦੇ ਵਿੱਚ ਉਹ ਤਫਤੀਸ਼ ਉੱਠ ਗਈ। ਦੂਜੀ 302 ਵਾਲੀ ਆਲਰੇਡੀ ਲੱਗੀ ਹੋਈ ਹੈ। ਜੇ ਖਿਆਲਾਂ ਦੇ ਮੁਤਾਬਕ ਆਪਣੇ ਮੁਤਾਬਕ ਤਫਤੀਸ਼ ਕਰਨੀ ਹੈ, ਉਹਦੇ ਨਾਲ ਕੀ ਹੋ ਜੂਗਾ? ਇਹ ਹਿੰਦੂ ਸਿੱਖ ਦਾ ਪਾੜਾ ਪਾਉਣ ਕਰਕੇ ਹੀ ਇੱਕ ਮੈਨੂੰ ਉਸ ਸਾਰੇ ਐਪੀਸੋਡ ਦੇ ਵਿੱਚ ਇੱਕ ਸਿਰਫ ਹਿੰਦੂ ਮੈਂ ਸੀ, ਚਿਹਰਾ ਓਨਲੀ ਵਨ ਮੈਂ ਸੀ, ਔਰ ਮੈਨੂੰ ਉਹਨਾਂ ਨੇ ਟਾਰਗੇਟ ਕਰ ਲਿਆ। ਮੁੜ ਕੇ ਫਿਰ ਬਾਕੀ ਕਿਹਨਾਂ ਨੂੰ ਕੀਤਾ? ਬਾਕੀ ਕੀਤਾ ਫਿਰ ਆਈਜੀ ਪਰਮਰਾਜ ਸਿੰਘ ਉਹਨਾਂ ਨੂੰ ਅੱਤਵਾਦ ਦੇ ਖਿਲਾਫ ਲੜਦੇ ਰਹੇ, ਜੀ ਸਵੇਰ ਸਿੰਘ ਸੈਣੀ ਨੂੰ ਅੱਤਵਾਦ ਦੇ ਖਿਲਾਫ ਲੜਦੇ ਰਹੇ। ਜਿਹੜੇ ਬਾਕੀ ਉੱਥੇ ਅਫਸਰ ਲੱਗੇ ਸੀ, 5-7 ਐਸਐਸਪੀ ਸੀਗੇ, 2 ਡੀਆਈਜੀ ਸੀਗੇ, ਆਈਜੀ ਸੀ ਜਤਿੰਦਰ ਜੈਨ ਜੀ, ਤੇ ਉੱਥੇ ਏਡੀਜੀ ਸਾਹਿਬ ਸੀ ਮੁਕਾਮੀ ਉਦੋਂ ਉਹ ਚੌਧਰੀ ਜੀ। ਉਹ ਕਾਹਦੇ ਵਾਸਤੇ ਸੀ? ਉਹ ਕੀ ਜਗਰਾਤਾ ਕਰਨ ਆਏ ਸੀ? ਉਹਨਾਂ ਦੀ ਕੀ ਡਿਊਟੀ ਬਣਦੀ ਸੀ, ਲਾਇਬਿਲਿਟੀ ਬਣਦੀ ਸੀ? ਇਹ ਪਿਕ ਐਂਡ ਚੂਜ਼ ਕਿਉਂ ਕੀਤਾ ਗਿਆ? ਕਿਉਂਕਿ ਇਸ ਜਿਨ੍ਹਾਂ ਨੇ ਅੱਤਵਾਦ ਦੇ ਖਿਲਾਫ ਲੜਾ, ਉਹਨਾਂ ਫੋਰਸਾਂ ਨੂੰ ਡਿਮੋਰਲਾਈਜ਼ ਕਰਕੇ ਫਿਰ ਉਹਨਾਂ ਨੂੰ ਅੱਤਵਾਦ ਨੂੰ ਸੁਰਜੀਤ ਕੀਤਾ ਜਾਵੇ। ਇਹ ਪਾੜਾ ਸਰਕਾਰਾਂ ਮੁਕਾਮੀ ਪਾਉਂਦੀਆਂ ਨੇ। ਕਦੇ ਫੌਜ ਦਾ ਲੜਨ ਵਾਲਾ ਸਿਪਾਹੀ ਡਿਸਾਈਡ ਨਹੀਂ ਕਰਦਾ ਵੀ ਜਿੱਤ ਹੋਣੀ ਕਿ ਹਾਰ ਹੋਣੀ। ਜਿਹੜੇ ਉੱਥੇ ਬੈਠੇ ਹਾਕਮ ਹੁੰਦੇ ਆ ਨਾ, ਉਹ ਡਿਸਾਈਡ ਕਰਦੇ ਹੁੰਦੇ ਆ। ਇਹ ਸਾਡੇ ਸਿਰ ਬੰਨ ਕੇ ਸਾਨੂੰ ਬਲੀ ਦਾ ਬੱਕਰਾ ਨਾ ਬਣਾਇਆ ਜਾਵੇ। ਸਾਡਾ ਕਰੈਕਟਰ ਅਸੈਸੀਨੇਸ਼ਨ ਟੈਲੀਵਿਜ਼ਨਾਂ ਦੇ ਉੱਤੇ 6 ਸਾਲ ਹੁੰਦਾ ਰਿਹਾ, ਬਿਲਕੁਲ ਨਹੀਂ ਬੋਲਿਆ। ਮੈਂ ਚੱਲ ਕੋਈ ਗੱਲ ਨਹੀਂ, ਹਰੇਕ ਬੰਦਾ ਜਿਹਨੇ ਅੱਜ ਤੱਕ ਉੱਥੇ ਜਾ ਕੇ ਦੇਖਿਆ ਤੱਕ ਨਹੀਂ ਹੈ ਵੀ ਇਹ ਮਤਲਬ ਕੀ ਹੋ ਰਿਹਾ ਹੈਗਾ, ਵੀ ਬਰਗਾੜੀ ਕਿੱਥੇ ਹੈਗਾ, ਗੁਰਜ ਜਵਾਰ ਸਿੰਘ ਕਿੱਥੇ ਹੈਗਾ। ਹਰੇਕ ਟੀਵੀ ਸ਼ੋਅ ਦੇ ਵਿੱਚ ਹਰੇਕ ਦੇ ਵਿੱਚ ਬਹਿ ਕੇ ਹਰੇਕ ਨੇ ਵੱਡੀਆਂ ਗੱਲਾਂ ਕੀਤੀਆਂ, ਵੱਡੇ ਤਰਕ ਦਿੱਤੇ ਗਏ, ਪਰ ਕਿਸੇ ਨੇ ਇਹ ਹਿੰਮਤ ਨਹੀਂ ਕੀਤੀ, ਕਿਸੇ ਨੇ ਇਹ ਨਹੀਂ ਕੀਤੀ ਵੀ ਪੁੱਛ ਲਈਏ ਵੀ ਭਲੇ ਮਾਨਸੋ ਤੁਸੀਂ ਵੀ ਕੁਝ ਦੱਸ ਦਿਓ ਜਿਹਦੇ ਕੋਲੋਂ ਅਸਲ ਸਿਚੁਏਸ਼ਨ ਪਤਾ ਕਰ ਲੱਗਣੀ ਹੈਗੀ। ਇਹ ਕਿੰਨੇ ਚਿਰ ਸੀਬੀਆਈ ਦੇ ਕੋਲੇ ਰਿਹਾ ਕੇਸ? ਸੀਬੀਆਈ ਨੂੰ ਨਹੀਂ ਸੀ ਚਾਹੀਦਾ ਵੀ ਇਹ ਚਰਨਜੀਤ ਨੂੰ ਵੀ ਬੁਲਾ ਕੇ ਪੁੱਛ ਲੈਂਦੇ ਵੀ ਤੁਸੀਂ ਸਾਨੂੰ ਦੱਸੋ ਵੀ ਇਹਦੇ ਚ ਕੀ ਹੈਗਾ? ਕਿਸੇ ਨੇ ਕਾਲ ਨਹੀਂ ਕੀਤੀ। ਉਹ ਬੜੀ ਇੱਕ ਬੰਦੇ ਕਿਸੇ ਨੇ ਬੁਲਾਇਆ ਤੱਕ ਨਹੀਂ ਹੈ ਵੀ ਤੁਸੀਂ ਸਾਨੂੰ ਇਸ ਦੇ ਬਾਰੇ ਚਾਨਣਾ ਪਾਓ। ਉਹ ਬਾਕੀ ਸਾਰੇ ਸਾਫ਼ ਹੋ ਗਏ, ਖਤਮ ਹੋ ਗਈ ਗੱਲ। ਸਿਰਫ ਇੱਕੋ ਰਹਿ ਗਿਆ ਵੀ ਪਰਮਰਾਜ ਰਹਿ ਗਿਆ, ਸੁਮੇਰ ਸਿੰਘ ਸੈਣੀ ਰਹਿ ਗਿਆ, ਚਰਨਜੀਤ ਰਹਿ ਗਿਆ। ਇਹ ਕਿੱਥੋਂ ਦੀ ਤਫਤੀਸ਼ ਹੈ? ਇਹ ਕਿੱਥੋਂ ਦਾ ਨਿਆਂ ਹੈਗਾ? ਜੇ ਇਹ ਮਾਨਯੋਗ ਅਦਾਲਤਾਂ ਜਾਂ ਮਾਨਯੋਗ ਹਾਈ ਕੋਰਟ ਨਾ ਹੁੰਦੇ, ਇਹ ਤਾਂ ਮਤਲਬ ਸਾਨੂੰ ਇਹੀ ਸਮਝੀ ਬੈਠੇ ਸੀ ਜੇ ਇਹਨਾਂ ਦੇ ਹੱਥ ਵੱਸ ਹੁੰਦੇ ਤੇ ਲਿਆਓ ਤੇ ਫੜ ਕੇ ਫਾਂਸੀ ਲਾਓ ਤੇ ਮਸਲਾ ਹੱਲ ਹੋ ਗਿਆ। ਬੱਲੇ 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 ਬੱਲੇ, ਹੋਰ ਕੀ ਕੰਮ ਹੈ? ਹੋਰ ਕੀ ਕੰਮ ਹੋਇਆ? ਬਸ ਇਹੀ ਹੋਇਆ, ਹੋਰ ਕੰਮ ਕੀ ਕੀਤਾ ਹੋਇਆ? ਹੋਰ ਮੈਨੂੰ ਤੁਸੀਂ ਪੁੱਛੋ ਹੁਣ ਕੋਈ ਸਵਾਲ ਪੁੱਛਣਾ ਤੇ ਮੈਂ ਤੁਹਾਨੂੰ ਬਿਲਕੁਲ, ਮੈਂ ਤਾਂ ਬਹੁਤ ਤਫਸੀਲ ਨਾਲ ਕਿਉਂਕਿ ਤੁਸੀਂ ਤਰੀਕੇ ਨਾਲ ਬੋਲਣ ਨੂੰ ਤਿਆਰ ਹਾਂ। ਮੈਨੂੰ ਹੁਣ ਕੋਈ ਨਹੀਂ ਹੈ ਜਿੰਨਾ ਮੇਰਾ ਕਰੈਕਟਰ ਅਸੈਸੀਨੇਸ਼ਨ ਸਾਡਾ ਤੇ ਬਾਕੀ ਪੁਲਿਸ ਅਫਸਰਾਂ ਦਾ ਹੋਣਾ ਸੀ ਉਹ ਹੋ ਚੁੱਕਾ। ਹੁਣ ਹੋਰ ਨਹੀਂ ਬਰਦਾਸ਼ਤ ਹੁੰਦਾ। ਸਰ ਮੇਰਾ ਪਹਿਲਾ ਸਵਾਲ ਇਹ ਹੈ ਸਰ, ਬਹੁਤ ਸਾਰੇ ਲੋਕਾਂ ਨੂੰ ਪਤਾ ਹੋਏਗਾ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੂੰ ਦੱਸੋ ਕਿ ਤੁਹਾਡੀ ਨਿਯੁਕਤੀ ਫਰੀਦਕੋਟ ਦੇ ਐਸਐਸਪੀ ਦੇ ਤੌਰ ਦੇ ਉੱਤੇ ਜੂਨ 'ਚ ਘਟਨਾਕ੍ਰਮ ਵਾਪਰਦਾ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਤੋਂ ਇਹ ਪਾਵਨ ਸਰੂਪ ਚੋਰੀ ਹੋਈ ਸੀ। ਉਸ ਤੋਂ ਕਿੰਨੀ ਦੇਰ ਤੁਸੀਂ ਫਰੀਦਕੋਟ ਦੇ ਐਸਐਸਪੀ ਰਹੇ ਹੋ? ਕੀ ਤੁਸੀਂ ਪੋਸਟਰ ਲੱਗਣ ਤੋਂ ਪਹਿਲਾਂ ਉੱਥੋਂ ਤੁਹਾਡੀ ਬਦਲੀ ਹੋ ਚੁੱਕੀ ਸੀ? ਨਹੀਂ, ਹਾਂ, ਮੇਰੀ ਪੋਸਟਰ ਲੱਗਣ ਤੋਂ ਪਹਿਲਾਂ ਮੈਂ 6/8 ਨੂੰ
ਜੀ ਤੌਰ ਐਸਐਸਪੀ ਉੱਥੇ ਜੁਆਇਨ ਕਰ ਲਿਆ ਸੀ ਮੋਗਾ। ਹੂੰ ਉਸ ਤੋਂ ਬਾਅਦ ਹੀ ਪੋਸਟਰ ਲੱਗੇ ਆ ਜੀ 25 ਸਤੰਬਰ ਨੂੰ ਪੋਸਟਰ ਲੱਗੇ। ਹਾਂ ਜੀ, ਉਸ ਤੋਂ ਬਾਅਦ ਹੀ ਪੋਸਟਰ ਲੱਗੇ ਆ। ਉਸ ਤੋਂ ਬਾਅਦ ਹੀ 22 ਅਗਸਤ ਦੀ 11 ਦੀ ਰਾਤ ਦੀ ਬੇਅਦਬੀ ਹੋਈ ਹੈ। ਬਿਲਕੁਲ 12 ਅਕਤੂਬਰ ਨੂੰ। ਹਾਂ 11 ਦੀ ਰਾਤ ਨੂੰ ਤੇ 12 ਅਕਤੂਬਰ ਨੂੰ ਉਸ ਤੋਂ ਬਾਅਦ ਹੀ ਬੇਅਦਬੀ ਹੋਈ ਹੈ ਜੀ। ਬਿਲਕੁਲ ਨਹੀਂ ਮੇਰੇ ਹੁੰਦੇ ਨਾ ਬੇਅਦਬੀ ਹੋਈ ਨਾ ਆ ਸਿਚੁਏਸ਼ਨ ਬੜੇ। ਹੁਣ ਹਰੇਕ ਕਹਿ ਰਿਹਾ ਪਹਿਲਾਂ ਚਰਨਜੀਤ ਫੜ ਨਾਲ ਅੰਦਰ ਦੇਣ ਨਾਲ ਮੈਂ ਅੰਦਰ ਵੀ ਚਲਾ ਗਿਆ, ਹਿਊਮਿਲੇਸ਼ਨ ਵੀ ਹੋ ਗਈ, ਨੁਕਸਾਨ ਵੀ ਪਾਇਆ ਤੇ ਸਾਰਾ ਕੁਝ ਹੋ ਗਿਆ, ਬੇਇੱਜ਼ਤੀ ਵੀ ਹੋਈ, ਪ੍ਰੋਜੈਕਟਰ ਅਸੈਸੀਨੇਸ਼ਨ ਵੀ ਹੋਇਆ। ਕੀ ਫਿਰ ਮੈਨੂੰ ਕੀ ਨਿਕਲਿਆ? ਕੀ ਤਫਤੀਸ਼ ਇੰਟਰਨੈਸ਼ਨਲ ਹੋ ਰਹੀ ਹੈ? ਕਾਹਦੀ ਤਫਤੀਸ਼ ਇੰਟਰਨੈਸ਼ਨਲ ਹੋ ਰਹੀ ਹੈ? ਅੱਜ ਮੈਂ 4 ਬਿਮਾਰੀਆਂ ਗ੍ਰਸਤ ਹੋ ਗਿਆ ਸਿਰਫ ਇਸੇ ਕਰਕੇ ਹੀ। ਸਟੰਟ ਪੈ ਗਿਆ, ਦੂਜਾ ਪੈਣ ਵਾਲਾ, ਠੀਕ ਹੈ ਜੀ। ਹਾਈ ਬਲੱਡ ਪ੍ਰੈਸ਼ਰ ਰਹਿਣ ਲੱਗਾ, ਸ਼ੂਗਰ ਵੀ ਹੋ ਗਈ ਹੈ ਤੇ ਸਾਰਾ ਕੁਝ ਹੋਣ ਦੇ ਬਾਵਜੂਦ ਥਾਇਰਾਇਡ ਵੀ ਹੋ ਗਿਆ। ਤੇ ਹੁਣ ਮੈਨੂੰ ਦੱਸੋ ਵੀ ਮੇਰੇ ਕੋਲ ਹੋਰ ਕੀ ਚਾਹੁੰਦਾ ਹੈਗਾ? ਅੱਛਾ, ਫਿਰ ਨੰਬਰ 2 ਦੇ ਉੱਤੇ ਮੈਂ ਉਹ ਨਾ ਕਰਤੀ ਵੀ ਉਹ ਮੈਨੂੰ ਮੈਡੀਕਲੀ ਤੌਰ ਦੇ ਉੱਤੇ ਵੀ ਨਹੀਂ ਹੋ ਸਕਦਾ। ਮੈਂ ਵੀ ਇਹ ਪਰਵਰਾਜ ਹੋਣਾ ਨੇ ਕਿਹਾ ਹੈ ਜੀ ਅਸੀਂ ਉਹਦੇ ਮੈਂ 5 ਵਾਰੀ ਕਰਾਉਣ ਨੂੰ ਤਿਆਰ ਹਾਂ। ਮੈਂ ਵੀ ਆਪਣੀ ਜਾਨ ਲਾ ਕੇ ਜੋਖਮ ਚ ਕਰਨ ਨੂੰ ਤਿਆਰ ਹਾਂ। ਮੈਂ ਕਰਨਾ ਚਾਹੀਦਾ। ਮੈਂ ਕਹਿੰਦਾ ਮੇਰਾ ਲਾਈਵ ਹੋਵੇ, ਲਾਈ ਡਿਟੈਕਟਰ ਟੈਸਟ ਮੈਂ ਲਾਈਵ ਕਰਾਉਣ ਨੂੰ ਤਿਆਰ ਹਾਂ। ਮੈਨੂੰ ਜਿੱਥੇ ਕਹਿਣ ਮੈਂ ਐਪਲੀਕੇਸ਼ਨ ਦੇ ਦੇਣਾ ਮੇਰਾ ਲਾਈਵ ਕਰਾਓ ਤੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਵੀ ਲਾਈਵ ਕਰਾਓ ਜੀ, ਕਰਵਾਓ ਲਾਈਵ ਉਹਦਾ। ਕਿਉਂਕਿ ਸਿੱਖ ਸੰਗਤ ਨੂੰ, ਸਿੱਖ ਜਗਤ ਨੂੰ ਇਹ ਪਤਾ ਲੱਗੇ ਵੀ ਕੌਣ ਝੂਠਾ ਤੇ ਕਿਹਦਾ ਮਕਸਦ ਕੀ ਹੈ ਤੇ ਕਿਹਦਾ ਮਕਸਦ ਕੀ ਹੈਗਾ। ਸਰ ਮੇਰਾ ਅਗਲਾ ਸਵਾਲ ਮੇਰਾ ਇਹ ਹੈ ਕਿਉਂਕਿ ਬਹੁਤ ਮੈਂ ਕੋਸ਼ਿਸ਼ ਕਰ ਰਿਹਾ ਕਿ ਸੀਕੁਐਂਸ ਦੇ ਹਿਸਾਬ ਨਾਲ ਤੁਹਾਨੂੰ ਸਵਾਲ ਪੁੱਛਾਂ ਜਿਹੜਾ ਤੁਸੀਂ ਅੱਜ ਜਵਾਬ ਦੇ ਰਹੇ ਹੋ ਸਿੱਖ ਸੰਗਤ ਤੱਕ ਵੀ ਉਹ ਜਵਾਬ ਪਹੁੰਚ ਸਕਣ, ਕਿਉਂਕਿ ਜੋ ਤੁਸੀਂ ਜ਼ਿਕਰ ਕਰ ਰਹੇ ਹੋ ਰਿਹਾ ਹੈ ਕਿ ਚਰਨਜੀਤ ਸ਼ਰਮਾ ਨੂੰ ਇੱਕ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਇਹਨਾਂ ਦੀ ਵਜ੍ਹਾ ਨਾਲ ਬੇਬਲ ਕਲਾਂ ਹੋਇਆ। ਤਾਂ ਅੱਜ ਮੈਂ ਤੁਹਾਨੂੰ ਸਵਾਲ ਪੁੱਛਾਂਗਾ, ਪਰ ਪਹਿਲਾ ਸਵਾਲ ਇਹ ਹੈ ਕਿ ਜੂਨ ਤੋਂ ਲੈ ਕੇ ਜਦੋਂ ਤੱਕ ਤੁਹਾਡੀ ਨਿਯੁਕਤੀ ਬਤੌਰ ਐਸਐਸਪੀ ਫਰੀਦਕੋਟ ਦੇ ਵਿੱਚ ਸੀ ਤਾਂ ਕੋਈ ਇੱਕ ਕਲੂ ਵੀ ਨਹੀਂ ਮਿਲਿਆ ਕਿ ਕਿੱਥੇ ਗਏ ਗੁਰੂ ਗ੍ਰੰਥ ਸਾਹਿਬ ਦਾ ਉਹ ਪਾਵਨ ਸਰੂਪ? ਨਹੀਂ ਮਿਲਿਆ ਬਿਲਕੁਲ ਵੀ ਕਲੂ, ਕਿਉਂਕਿ ਪੁਲਿਸ ਦੇ ਉੱਤੇ ਸਵਾਲ ਉੱਠਦੇ ਨੇ ਕਿ ਤੁਸੀਂ ਲੱਭ ਹੀ ਨਹੀਂ ਸਕੇ। ਨਹੀਂ, ਇੱਕ ਮੇਰੀ ਗੱਲ ਸੁਣੋ, ਪੰਜਾਬ ਦੇ ਵਿੱਚ ਇਹ ਆਪਣੇ ਤਰ੍ਹਾਂ ਦੀ ਪਹਿਲੀ ਘਟਨਾ ਸੀ ਜੀ, ਪਹਿਲੀ ਗੱਲ। ਨੰਬਰ 2 ਦੇ ਉੱਤੇ ਜਿੰਨਾ 25 ਦਿਨ ਕੋਸ਼ਿਸ਼ ਕਰਨੀ ਸੀ ਅਸੀਂ, ਜਿੰਨੀ ਦੇਰ ਮੈਂ ਰਿਹਾ ਉੱਥੇ ਉਨੀ ਦੇਰ ਮੈਂ ਰੱਜ ਕੇ ਕੋਸ਼ਿਸ਼ ਕੀਤੀ। ਪਹਿਲੀ ਦੂਜੀ ਗੱਲ ਉਹਦੇ ਵਿੱਚ ਉਹ ਹਰ ਤਰੀਕਾ ਇਸਤੇਮਾਲ ਟੈਕਨੀਕਲ ਕੀਤਾ ਗਿਆ ਜਿਹੜਾ ਸਾਡੇ ਤੋਂ ਹੋ ਸਕਦਾ ਸੀਗਾ, ਜਿਹੜਾ ਮੁਕਾਮੀ ਪੁਲਿਸ ਕਰ ਸਕਦੀ ਸੀਗੀ। ਕਈ ਵਾਰੀ ਇਹ ਹੁੰਦਾ ਹੈ ਵੀ ਉੱਥੇ ਕਈ ਗਰੀਬ ਘਰਾਂ ਦੇ ਹੁੰਦੇ ਹੈਗੇ, ਜਿਵੇਂ ਐਸੀ ਬਰਾਦਰੀ ਦੇ ਹੁੰਦੇ ਆ, ਉਹਨਾਂ ਦੇ ਗੁਰਦੁਆਰੇ ਬਣਾ ਦਿੰਦੇ ਆ ਪਰ ਉਹਨਾਂ ਨੂੰ ਸਰੂਪ ਨਹੀਂ ਮਿਲਦੇ ਹਨ। ਅਸੀਂ ਉਹ ਵੀ ਚੈੱਕ ਕੀਤੇ ਵੀ ਕਿਤੇ ਉਹ ਤਾਂ ਨਹੀਂ ਚੋਰੀ ਕਰਕੇ ਲੈ ਗਏ। ਜਿਹੜੇ ਸਰੂਪ ਚੋਰੀ ਹੋਏ ਸੀ ਉਹ 7 ਸਾਲ ਦੇ ਬਿਰਧ ਸਰੂਪ ਸੀਗੇ, ਮੁਕਤਸਰ ਸਾਹਿਬ ਤੋਂ ਲਿਆਂਦੇ ਹੋਏ। ਉਹਨਾਂ ਦੀ ਉਮਰ 7 ਸਾਲ ਹੋ ਗਈ ਸੀ ਮਹਾਰਾਜ ਦੀ। ਉਹ ਬਿਰਧ ਸਰੂਪ ਸੀ, ਉੱਥੋਂ ਲੈ ਕੇ 7 ਸਾਲ ਦੀ ਉਹਨਾਂ ਦੀ ਉਮਰ ਹੋ ਚੁੱਕੀ ਸੀਗੀ। ਤੇ ਹੁਣ ਇਹ ਹੈ ਵੀ ਮੈਨੂੰ ਇਹ ਵੀ ਪਤਾ ਵੀ ਉਹਦੀ ਜਿਲਦ ਇਹ ਸੀਗੀ ਤੇ ਮੈਂ ਇੰਨਾ ਡੀਪਲੀ ਜਾ ਕੇ ਬੈਠਾ ਰਿਹਾ। ਮੇਰੇ ਕੋਲੇ ਉਸ ਵਕਤ ਦੇ ਜਿਹੜੇ ਜਥੇਦਾਰ ਸੀਗੇ ਉੱਥੋਂ ਦੇ ਦਮਦਮਾ ਸਾਹਿਬ ਦੇ ਗਿਆਨੀ ਗੁਰਮੁਖ ਸਿੰਘ ਜੀ, ਉਹ ਵੀ ਆ ਕੇ ਉੱਥੇ ਬੈਠੇ, ਪਿੰਡ ਦੀ ਡਿਊਟੀਆਂ ਵੀ ਲਾ ਕੇ ਗਏ। ਮੈਂ ਹਰ ਇੱਕ ਨੂੰ ਸਹੀ ਤਰੀਕੇ ਨਾਲ ਟੈਕਲ ਕਰਦਾ ਰਿਹਾ, ਪਰ ਜਿਹੜਾ ਮੈਨੂੰ ਟੈਕਲ ਕੀਤਾ ਨਾ ਉਹ ਗਲਤ ਕੀਤਾ। ਉਹ ਦਾਦੂਵਾਲ ਜੀ ਮੇਰੇ ਕੋਲੇ ਕਹਿੰਦੇ ਮੈਂ ਬਾਹਰ ਦੀ ਰੋਟੀ ਨਹੀਂ ਖਾਂਦਾ। ਇਹਨਾਂ ਦੇ ਇੱਕੋ ਮੁੰਡਾ, ਇਹਨੂੰ ਪੁੱਛੋ ਦਾਦੂਵਾਲ ਨੂੰ ਵੀ ਮੇਰੇ ਘਰੇ ਜਾ ਕੇ ਮੇਰੇ ਨਾਲ ਗੱਡੀ 'ਚ ਬੈਠ ਕੇ ਮੇਰੇ ਘਰੇ ਗਾਂ ਦੇ ਘਰ ਦੀ ਘਿਓ ਦੀ ਰੋਟੀ ਖਾਂਦੇ ਰਹੇ। ਜਦੋਂ ਸਾਰਾ ਕੰਮ ਇਹ ਆਪਣਾ ਮੁਜ਼ਾਹਰਾ ਖਤਮ ਕਰਦੇ ਸੀ ਕਿ ਮੈਂ ਤਾਂ ਇਹ ਰੋਟੀ ਖਾਣਾ ਦਾਲ ਨਾਲ ਤੇ ਗਾਂ ਦੇ ਘਿਓ ਨਾਲ, ਮੈਂ ਘਰੇ ਖਵਾਉਂਦਾ ਰਿਹਾ। ਜਿੰਨੇ ਵਾਰੀ ਵੀ ਆਉਂਦੇ ਰਹੇ ਧਰਨਾ ਲਾਉਂਦੇ ਰਹੇ। ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ 100 ਬੰਦਾ ਲਿਆ ਕੇ ਤੁਸੀਂ ਆਪਣਾ ਵੀ ਆਓ। ਇਹਨਾਂ ਦੇ ਸਾਡੇ ਲੱਭਣ ਦਾ ਤਫਤੀਸ਼ ਤਰੀਕਾ ਹੋਰ ਹੈ, ਤੁਹਾਡੇ ਲੱਭਣ ਦਾ ਹੋਰ ਹੈ, ਇਹਦੇ 'ਚ ਮਦਦ ਮਿਲੂਗੀ ਸਾਨੂੰ। ਕਿਉਂ ਨਹੀਂ ਗਏ ਫਿਰ ਮੇਰੇ ਨਾਲ? ਕਾਹਦੇ ਲਈ ਨਹੀਂ ਗਏ? ਕੀ ਇਹਨਾਂ ਦਾ ਇੰਟਰਸਟ ਨਹੀਂ ਸੀ ਇਕੱਲਾ ਮਹਾਰਾਜ ਸਰੂਪ ਇਕੱਲਾ ਪੁਲਿਸ ਦਾ ਸੀ, ਪੰਜਾਬ ਪੁਲਿਸ ਦਾ? ਇਹ ਸਾਰੇ ਸਿੱਖ ਜਗਤ ਦਾ ਸੀਗਾ, ਸਾਰੇ ਪਿੰਡ ਦਾ ਸੀ, ਸਾਰੇ ਜਿੰਨੇ ਵੀ ਇਹ ਤੁਰੇ ਫਿਰਦੇ ਨੇ ਬਲਜੀਤ ਸਿੰਘ ਦਾਦੂ ਵਗੈਰਾ, ਇਹ ਸਾਰਿਆਂ ਦਾ ਸੀਗਾ। ਉਹ ਸਾਰੇ ਸਾਂਝੇ ਸੀ। ਜਿੰਨਾ ਧਰਨਾ ਲਾਉਂਦੇ ਸੀ, ਤੁਹਾਨੂੰ ਹਫ਼ਤੇ ਦਾ ਟਾਈਮ ਦਿੱਤਾ, ਤੁਹਾਨੂੰ 10 ਦਿਨ ਦਾ ਟਾਈਮ ਦਿੱਤਾ। ਤੁਸੀਂ ਸਾਨੂੰ ਟਾਈਮ ਦਿੰਦੇ ਹੋ, ਅਸੀਂ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਸਾਡੇ ਨਾਲ ਆ ਕੇ ਕਰੋ। ਫਿਰ ਕੀਤਾ ਕਿਉਂ ਨਹੀਂ? ਕਿਹਨੇ ਫਿਰ ਕੰਟਰੀਬਿਊਸ਼ਨ ਕੀਤੀ ਉਹਦੇ 'ਚ ਦੱਸੋ ਮੈਨੂੰ? ਕਿਸੇ ਨੇ ਵੀ ਕੀਤੀ ਚਰਨਜੀਤ ਤੋਂ ਇਲਾਵਾ? ਜਾਂ ਕੋਈ ਚੰਡੀਗੜ੍ਹੋਂ ਅਫਸਰ ਆਇਆ? ਹੁਣ ਤਾਂ ਸਹੋਤਾ ਸਾਹਿਬ ਨੇ ਕਹਿਤਾ ਵੀ ਉਹ 3 ਘੰਟਿਆਂ ਦੀ ਤਫਤੀਸ਼ ਦੇ ਵਿੱਚ ਇੱਕ ਦਿਨ ਜਾ ਕੇ ਵੀ ਰਿਪੋਰਟ ਦੇਤੀ, ਉਹ ਵੀ FIR ਬਾਈ ਨੇਮ ਨਹੀਂ ਹੈਗੀ ਤੇ ਨਾ ਹੀ ਉਸ ਜਗ੍ਹਾ ਦੇ ਉੱਤੇ ਮੇਰੀ ਫੋਰਸ ਹੈ, ਮੇਰੇ ਗਨਮੈਨਾਂ ਤੋਂ ਇਲਾਵਾ ਜੀ, ਠੀਕ ਹੈ ਨਾ ਜੀ, ਨਾ ਹੀ ਉਹ ਮੇਰੀ ਫੋਰਸ ਹੈ। ਤੇ ਤੁਸੀਂ ਕਿਵੇਂ ਡਿਸਾਈਡ ਕਰ ਲਿਆ ਫਿਰ ਉਹ ਜਦੋਂ ਉਦੋਂ ਦਾ ਚੋਰੀ ਹੋਇਆ ਤੇ ਫਿਰ ਇੰਨੀ ਜੇ ਸ਼ਰਧਾ ਸੀਗੀ ਤੇ ਫਿਰ ਉਦੋਂ ਕਿਉਂ ਨਾ ਆ ਗਏ ਜੂਨ ਤੋਂ ਬਾਅਦ?
ਜੀ 10 ਜੂਨ ਨੂੰ ਆ ਜਾਂਦੇ, 25 ਦਿਨ ਮੁਜ਼ਾਹਰੇ ਹੁੰਦੇ ਰਹੇ ਆ, 30 ਦਿਨ ਉਦੋਂ ਬਾਅਦ ਆ ਜਾਂਦੇ। ਕੋਈ ਕਿਉਂ ਨਹੀਂ ਆਇਆ ਕੋਈ ਅਫਸਰ ਵੀ ਤੇਰੇ ਮੁਜ਼ਾਹਰੇ ਹੁੰਦੇ ਆ? ਇੰਟੈਲੀਜੈਂਸ ਦੀਆਂ ਰਿਪੋਰਟਾਂ ਵੀ ਜਾਂਦੀਆਂ ਹੋਣੀਆਂ ਵੀ ਮੁਜ਼ਾਹਰੇ ਹੋ ਰਹੇ ਆ ਗੁਰੂ ਗ੍ਰੰਥ ਸਾਹਿਬ ਗੁਆਚੇ ਤੋਂ, ਕਿਉਂ ਨਹੀਂ ਕੋਈ ਆਇਆ? ਕਿਉਂ ਨਹੀਂ ਕੋਈ ਉਦੋਂ ਤੱਕ ਕੋਈ ਹੁਣ ਦੀ ਸਰਕਾਰ ਦੇ ਬੰਦੇ ਕਿਉਂ ਨਹੀਂ ਉੱਥੇ ਤੱਕ ਪਹੁੰਚੇ? ਉਹ ਬਾਕੀ ਆਉਂਦੇ ਰਹੇ ਜਿਹੜੇ ਉਸ ਵੇਲੇ ਸਰਕਾਰ ਦੇ ਨੁਮਾਇੰਦੇ ਸੀ। ਇਹ ਸਰਕਾਰ ਦਾ ਤਾਂ ਕੋਈ ਨੁਮਾਇੰਦਾ ਉਦੋਂ ਵੀ ਨਹੀਂ ਪਹੁੰਚਿਆ। ਹੁਣ ਇੱਥੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਹੋ ਰਹੀਆਂ ਨੇ, ਉਹ ਅਸੀਂ ਆਏ ਜੀ, ਉਹ ਆਓ ਜੀ, ਕੀ ਹੋਇਆ? ਕੁਝ ਵੀ ਨਹੀਂ ਕਿਸੇ ਨੇ ਕੀਤਾ, ਸਿਰਫ ਪੁਲਿਸ ਨੇ ਕੀਤਾ, ਅਫਸਰਾਂ ਨੇ ਕੀਤਾ, ਆਪਣਾ ਜ਼ਿੰਮੇਵਾਰੀ ਸਮਝ ਕੇ। ਮੇਰੀ ਛੋਟੀ ਪੁਲਿਸ ਨੇ ਕੀਤਾ, ਜਿਹੜੀ ਟੋਬਿਆਂ 'ਚ ਵੜ ਕੇ ਤੁਰੀ ਫਿਰਦੀ, ਲੋਕਾਂ ਦੇ ਘਰਾਂ 'ਚ ਤੁਰੀ ਫਿਰਦੀ, ਸੜਕਾਂ ਦਿਨ ਰਾਤ ਇੱਕ ਕੀਤਾ, ਉਹਨੇ ਕੀਤਾ ਜੀ। ਹੁਣ ਅਗਲਾ ਸਵਾਲ ਇਹ ਵੀ ਹੈ, ਕਿਉਂਕਿ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ, ਤੁਸੀਂ ਮੋਗਾ ਦੇ ਐਸਐਸਪੀ ਸੀ, ਫਿਰ ਤੁਸੀਂ ਬਹਿਬਲ ਕਲਾਂ ਕਿਵੇਂ ਪਹੁੰਚ ਗਏ ਜਿੱਥੇ ਗੋਲੀ ਦੀ ਘਟਨਾ ਵਾਪਰੀ? ਦੇਖੋ ਜੀ, ਇਹ ਓਰੀਐਂਟਲ ਕਮਾਂਡ ਫੋਰਸ ਹੈ ਜੀ, ਇਹ ਜੀ ਕਮਾਂਡਰ ਹੁਕਮ ਦੇਊਗਾ ਉਸੇ ਜਗ੍ਹਾ ਦੇ ਉੱਤੇ ਜਾਣਾ ਪੈਂਦਾ ਜੀ, ਠੀਕ ਹੈ ਨਾ ਜੀ। ਸਾਨੂੰ ਡੀਜੀ ਸਾਹਿਬ ਦਾ, ਸੈਣੀ ਸਾਹਿਬ ਦਾ ਹੁਕਮ ਸੀਗਾ, ਮੈਨੂੰ ਆਈਜੀ ਸਾਹਿਬ ਦਾ ਫੋਨ ਆਇਆ ਵੀ ਮੈਂ ਵੀ ਚੱਲਿਆ ਉੱਥੇ, ਤੇ ਡੀਜੀ ਸਾਹਿਬ ਨੇ ਕਿਹਾ ਵੀ ਤੁਸੀਂ ਉੱਥੇ ਰਹੇ ਹੋ, ਜਾ ਕੇ ਸਿਚੁਏਸ਼ਨ ਨੂੰ ਦੇਖੋ। ਅਸੀਂ ਉੱਥੇ ਮਦਦ ਕਰਨ ਗਏ ਸੀ ਜੀ, ਨਾ ਕਿ ਅਸੀਂ ਡਾਂਗਾ ਤੇ ਗੋਲੀਆਂ ਚਲਾਉਣ ਗਏ ਸੀ, ਵੀ ਅਸੀਂ ਉੱਥੇ ਜਾ ਕੇ ਇਹ ਕੰਮ ਸਿੱਖ ਸੰਗਤ ਦੇ ਨਾਲ ਕਰੀਏ। ਸਾਡਾ ਕੰਮ ਸੀ ਵੀ ਅਸੀਂ, ਇੱਕ ਮਿੰਟ ਮੈਂ ਪਾਣੀ ਪੀ ਲਵਾਂ। ਸਾਡਾ ਇਹ ਕੰਮ ਨਹੀਂ ਸੀ ਜੋ ਗੌਰਵ ਜੀ, ਸਾਡਾ ਕੰਮ ਇਹੀ ਸੀਗਾ, ਅਸੀਂ ਹਰ ਇੱਕ ਉਸ ਸ਼ਖਸ ਦੇ ਪੈਰੀ ਹੱਥ ਲਾਏ ਜੀ ਜਿਹੜਾ ਸਾਨੂੰ ਲੱਗਦਾ ਸੀਗਾ ਵੀ ਇਸ ਧਰਨੇ ਨੂੰ ਪੀਸਫੁਲੀ ਉਠਾ ਦੇ, ਇਸ ਨੂੰ ਸਹੀ ਤਰੀਕੇ ਨਾਲ ਕਰ ਦੇ। ਪਰ ਨਹੀਂ, ਅੱਜ ਉਹ 45 ਬੰਦੇ ਦਾ ਕਿਸੇ ਨੂੰ ਜ਼ਖਮੀ ਹੋਏ ਨਜ਼ਰ ਨਹੀਂ ਆਉਂਦੇ ਜੀ। ਉਹਦੇ ਮੁਕਤਸਰ ਵਾਲੇ ਸਾਈਡ ਦੇ ਉੱਤੇ ਜਾ ਕੇ ਗੋਲੀ ਲੱਗੀ ਹੈ ਜੀ, ਠੀਕ ਹੈ ਨਾ ਜੀ। ਉਹ ਜਿਹੜੀ ਮੁਕਤਸਰ ਨੂੰ ਕੋਟਕਪੂਰੇ ਸੜਕ ਜਾਂਦੀ ਹੈ, ਉਸ ਵਕਤ ਉਸ ਸੜਕ ਦੇ ਉੱਤੇ ਕਿਹਦੀ ਡਿਊਟੀ ਸੀ? ਇਹ ਕਿਸੇ ਨੇ ਦੱਸਿਆ? ਨਹੀਂ ਦੱਸਿਆ, ਜ਼ਰੂਰਤ ਹੀ ਨਹੀਂ ਪੈਂਦੀ ਦੱਸਣ ਦੀ, ਕਿਉਂਕਿ ਉਹਨਾਂ ਕੋਲ 3 ਬੰਦੇ ਹੈਗੇ ਆ। ਜੇ ਉਸ ਜਗ੍ਹਾ ਦੇ ਉੱਤੇ ਟੈਲੀਫੋਨ ਕਰਨ ਦੇ ਨਾਲ ਡੀਜੀ ਸੁਮੇਧ ਸਿੰਘ ਸੈਣੀ ਦੋਸ਼ੀ ਹੋ ਸਕਦਾ ਹੈ, ਤੇ ਫਿਰ ਮੈਨੂੰ ਦੱਸੋ ਵੀ ਜਿਸ ਜਿਹੜੀ ਮੁਕਤਸਰ ਸਾਹਿਬ ਨੂੰ ਰੋਡ ਜਾਂਦੀ, ਜਿਹਦੀ ਉੱਥੇ ਅਫਸਰ ਦੀ ਡਿਊਟੀ ਹੈ, ਉਹ ਕਿਉਂ ਨਹੀਂ ਦੋਸ਼ੀ ਹੋ ਸਕਦਾ? ਜਿਹੜਾ ਜਤਿੰਦਰ ਜੈਨ ਉੱਥੇ ਆਈਜੀ ਬੈਠਾ ਹੈ, ਉਹ ਕਿਉਂ ਨਹੀਂ ਦੋਸ਼ੀ ਹੋ ਸਕਦਾ? ਕਿਉਂ ਨਹੀਂ ਹੋ ਸਕਦਾ? ਉਹ ਮੈਨੂੰ ਦੱਸੋ ਨਾ, ਵੀ ਤੁਸੀਂ ਜੇ ਤਫਤੀਸ਼ ਕੀਤੀ ਹੈ ਤੇ ਇਸ ਹਿਸਾਬ ਨਾਲ ਕੀ ਕਰੋ। ਇਹ ਨਹੀਂ ਵੀ ਸੁਪਨਾ ਆ ਗਿਆ ਤੇ ਤੁਸੀਂ ਇਹਨਾਂ ਤਿੰਨਾਂ ਦੇ ਖਿਲਾਫ ਲਿਖੀ ਚੱਲੋ, ਜੋ ਮਰਜ਼ੀ ਲਿਖ ਦਿਓ ਜੀ। ਅੱਛਾ, ਬਹਿਬਲ ਕਲਾਂ ਨਹੀਂ, ਦੇਖੋ ਬਹਿਬਲ ਕਲਾਂ ਦੇ ਵਿੱਚ ਜਿਹੜੀ ਐਸਆਈਟੀ ਦੀ ਜਾਂਚ ਦੀ ਰਿਪੋਰਟ ਸਾਡੇ ਕੋਲ ਹੈ, ਇਕਬਾਲਪ੍ਰੀਤ ਸਿੰਘ ਸਹੋਤਾ ਵਾਲੀ, ਉਹ ਕਹਿੰਦੇ ਕਿ ਚਰਨਜੀਤ ਸ਼ਰਮਾ ਸਹੀ ਤਰੀਕੇ ਨਾਲ ਹੈਂਡਲ ਨਹੀਂ ਕਰ ਪਾਏ ਉੱਥੇ ਦੇ ਕਰਾਊਡ ਨੂੰ। ਉੱਥੇ 2 ਲੋਕਾਂ ਦੀ ਮੌਤ ਹੋਈ ਹੈ, ਤੁਹਾਡੀ ਉੱਥੇ ਹਾਜ਼ਰੀ ਸੀ, ਉੱਥੇ ਤੁਸੀਂ ਮੌਜੂਦ ਸੀ, ਇਸ ਤੋਂ ਤਾਂ ਮੁਨਕਰ ਨਹੀਂ ਹੋਇਆ ਜਾ ਸਕਦਾ। 2 ਲੋਕਾਂ ਦੀ ਉੱਥੇ ਮੌਤ ਹੋ ਗਈ ਬਹਿਬਲ ਕਲਾਂ ਦੇ ਵਿੱਚ। ਮੈਂ ਕਿਹਾ ਵੀ ਮੈਂ ਆਪਣੇ ਲਿਖਤੀ ਬਿਆਨ 'ਚ ਵੀ ਦਿੱਤਾ, ਮੈਂ ਮੁਨਕਰ ਹੋਣ ਵਾਲੀ ਗੱਲ ਹੀ ਨਹੀਂ ਕਰਦਾ। ਮੈਂ ਕਿਹਾ ਮੈਂ ਆਪਣੇ ਲਿਖਤੀ ਬਿਆਨ 'ਚ ਵੀ ਦਿੱਤਾ ਕਿ 1300-1400 ਬੰਦੇ ਦਾ ਹਜੂਮ ਸੀ, ਲਾਠੀਆਂ, ਗੰਡਾਸੇ, ਡੰਡੇ, ਬੰਦੂਕਾਂ ਵੀ ਸੀਗੀਆਂ, ਠੀਕ ਆ ਜੀ। ਉਸ ਜਗ੍ਹਾ ਤੋਂ ਜਿਹੜਾ ਹਜੂਮ ਉੱਥੋਂ ਖਦੇੜਿਆ ਗਿਆ, ਉਸ ਵੇਲੇ ਕੋਟਕਪੂਰਾ ਸਾਹਿਬ ਤੋਂ ਉਹ ਚੱਲ ਕੇ ਉਸ ਨਾ ਇੱਕੋ ਹੀ ਧਰਨਾ ਬਹੁਤ ਵੱਡਾ ਸੀ ਜਿਹੜਾ ਬਹਿਬਲ ਕਲਾਂ ਵਾਲੇ ਚੌਂਕ ਵਾਲਾ ਸੀਗਾ ਜੀ, ਤੇ ਉਹ ਧਰਨਾ ਉਹਦੇ ਵਿੱਚ ਆ ਕੇ ਉਹਨਾਂ ਨੇ, ਬਾਕੀ ਬੰਦਿਆਂ ਨੇ ਜਿਹੜੇ ਉੱਥੋਂ ਭੱਜੇ, ਉਹਨਾਂ ਨੇ ਆ ਕੇ ਪੂਰਿਤ ਕਰ ਲਈ। ਧਰਨਾ ਬਹੁਤ ਵੱਡਾ ਹੋ ਗਿਆ, ਪੁਲਿਸ ਜਿਹੜੀ ਸੀ ਉਹ ਵਿਚਕਾਰ ਉਹਨਾਂ ਦੇ ਘਿਰ ਗਈ, ਠੀਕ ਆ ਜੀ। ਜਦੋਂ ਘਿਰ ਗਈ, ਆਲੇ ਦੁਆਲੇ ਤੁਸੀਂ ਉਹ ਗੱਡੀਆਂ ਫੂਕ ਰਹੇ, ਸਾਰਾ ਕੁਝ ਕਰ ਰਹੇ। ਅੱਛਾ, ਫਿਰ ਕਿਸੇ ਨੇ, ਕਿਸੇ ਵੀ ਮੇਰੇ ਗਨਮੈਨ ਨੇ ਜਾਂ ਮੈਂ ਗੋਲੀ ਦਾ ਕਿਸੇ ਨੇ ਹੁਕਮ ਨਹੀਂ ਦਿੱਤਾ। ਹਰੇਕ ਨੇ ਆਪਣੇ ਜਾਨ ਬਚਾਉਣ ਨੂੰ, ਹਰੇਕ ਨੇ, ਪਤਾ ਨਹੀਂ ਕਿਹੜੇ ਬੰਦੇ ਨੇ ਕਿਵੇਂ, ਉੱਥੇ QRT ਵੀ ਉੱਥੇ ਸੀਗੀ, ਉਹਨਾਂ ਨੇ ਕਿਹਨੇ ਗੋਲੀ ਚਲਾਈ, ਜਿਨ੍ਹਾਂ ਨੇ ਸਾਨੂੰ ਬਚ ਗਏ। ਅਸੀਂ 8-9 ਬੰਦੇ ਮਰ ਜਾਂਦੇ ਫੇਰ ਠੀਕ ਸੀ। ਉਹ ਪਿਓਰਲੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਸੀ। ਮੇਰੀ ਗੱਲ ਸੁਣੋ, ਉਹਦੇ ਵਿੱਚ ਹੁਣ ਗੱਡੀਆਂ ਵੀ ਫੂਕੀਆਂ ਗਈਆਂ, ਬੰਦੇ ਵੀ ਸਾਡੇ ਜ਼ਖਮੀ ਹੋਏ, 3-4 ਗੱਡੀਆਂ ਫੂਕਤੀਆਂ, ਬੰਦੇ ਵੀ ਜ਼ਖਮੀ ਹੋਏ। ਉਹਦੇ ਵਿੱਚ ਮੈਨੂੰ ਦੱਸੋ ਵੀ ਹੁਣ ਇਹ ਕਹੀ ਜਾਂਦੇ ਜੀ ਧਰਨਾ ਤਾਂ ਸਾਈਡ ਤੇ ਸੀ। ਤੁਹਾਨੂੰ ਹੋਰ ਅਗਲੀ ਦੱਸਾਂ, ਮੈਨੂੰ ਇਹ ਆ ਵੀ ਸ਼ੁਕਰ ਇਹਨਾਂ ਨੇ ਸਾਈਡ ਤੇ ਕਿਹਾ, ਕਿਤੇ ਇਹ ਨਹੀਂ ਲੈਂਦਾ ਵੀ ਘਰੋਂ ਲਿਆ ਕੇ ਮਾਰਤੇ। ਇਹ ਵੀ ਨਾ ਕਹਿ ਦੇਣ ਕਿਤੇ। ਨਹੀਂ, ਦੇਖੋ ਸ਼ਰਮਾ ਜੀ, ਇੱਕ ਤੱਥ ਇਹ ਵੀ ਹੈ ਨਾ ਕਿ ਸਵੇਰ ਦੇ ਸਮੇਂ ਕੋਟਕਪੂਰਾ ਚੌਂਕ ਦੇ ਉੱਤੇ ਪੂਰਾ ਘਟਨਾਕ੍ਰਮ ਵਾਪਰਦਾ 6-6:30 ਵਜੇ, ਫਿਰ 10-11 ਵਜੇ ਦੇ ਕਰੀਬ, ਜੇ ਮੈਂ ਗਲਤ ਨਹੀਂ ਤਾਂ 10-11 ਵਜੇ ਦੇ ਕਰੀਬ ਬਹਿਬਲ ਕਲਾਂ ਦੇ ਵਿੱਚ ਵਾਪਰਿਆ। ਤਾਂ ਇਹ ਵੀ ਕਿਹਾ ਜਾਂਦਾ ਕਿ ਜਦੋਂ ਸਿਚੁਏਸ਼ਨ ਕੋਟਕਪੂਰਾ ਦੇ ਵਿੱਚ ਹੈਂਡਲ ਹੋ ਗਈ ਤਾਂ ਫਿਰ ਬਹਿਬਲ ਕਲਾਂ 'ਚ ਕਿਉਂ ਨਹੀਂ ਹੋਈ? ਉੱਥੇ ਗੋਲੀ ਚੱਲੀ, ਗੋਲੀ ਤਾਂ ਕੋਟਕਪੂਰਾ 'ਚ ਵੀ ਚੱਲੀ, ਪਰ ਜੇ ਗੋਲੀ ਬਹਿਬਲ ਕਲਾਂ ਚੱਲੀ, ਉੱਥੇ ਫਿਰ ਦੋ ਲੋਕ ਕਿਉਂ ਮਰ ਗਏ? ਕਿ ਲੋਕਾਂ ਦੇ ਉੱਤੇ ਗੋਲੀ ਚਲਾਉਣ ਦੀ ਕੀ ਜ਼ਰੂਰਤ ਪਈ? ਨਹੀਂ, ਉਹਦੇ 'ਚ ਫਰਕ ਹੈ। ਜਦੋਂ ਤੁਸੀਂ ਉੱਥੋਂ ਚੱਲੇ ਹੋਗੇ, ਅਸੀਂ ਚੱਲੇ ਆਂਗੇ, ਸਾਨੂੰ ਕਿਹਾ ਆਈ ਸਾਹਿਬ ਨੇ ਵੀ ਜਿਹੜੀ ਚੌਂਕੀ ਹੈ ਬਰਗਾੜੀ, ਉਹਦੇ ਘੇਰ ਲਈ ਹੈ ਲੋਕਾਂ ਨੇ, ਉੱਥੇ ਜਾਓ, ਤੇ ਬੰਦੇ 7-8 ਮੁਲਾਜ਼ਮ ਘਿਰੇ ਨੇ। ਤੇ ਮੇਰੇ ਕੋਲੇ ਕੋਈ ਫੋਰਸ ਨਹੀਂ ਸੀ, ਮੇਰੀ ਫੋਰਸ ਸਾਰੀ ਵਾਪਸ ਚਲ ਗਈ ਸੀ। ਉਹਨਾਂ ਨੇ ਆਪਣੀ QRT ਦੀਆਂ 2 ਟੀਮਾਂ ਮੇਰੇ ਨਾਲ ਭੇਜੀਆਂ, ਠੀਕ ਹੈ ਜੀ।
ਤੇ ਨਾਲ ਆਪਣੇ 5 SHO ਤੇ ਨਾਲ DSP ਤੇ 1 SP ਨਾਲ ਭੇਜਦੇ ਵੀ ਜਾਓ ਤੁਸੀਂ ਜਾ ਕੇ ਸਿਚੁਏਸ਼ਨ ਟੈਕਲ ਕਰ ਲਓ। ਉਸ ਜਗ੍ਹਾ ਤੇ ਉਸ ਵਕਤ ਉੱਥੇ ਵਿਕਰਮ ਸਿੰਘ SP ਸੀਗਾ ਜਿਹੜੇ ਫਾਜ਼ਿਲਕਾ ਤੋਂ ਆਏ ਹੋਏ ਸੀਗੇ। ਇੱਕ ਉੱਥੇ ਹਰਜਿੰਦਰ ਸਿੰਘ DSP ਸੀਗਾ ਜਿਹੜਾ ਜਲਾਲਾਬਾਦ ਲੱਗਾ, ਉਹ ਵੀ ਮੌਕੇ ਤੇ ਉੱਥੇ ਹਾਜ਼ਰ ਸੀ ਜੀ। ਉੱਥੇ SHO ਬਾਜਾਖਾਨਾ ਵੀ ਹਾਜ਼ਰ ਸੀ ਕੁਲਾਰ, ਉੱਥੇ ਸਾਰੇ ਹਾਜ਼ਰ ਸੀ। ਜਦੋਂ ਅਸੀਂ ਉੱਥੇ ਪਹੁੰਚੇ ਹਾਂ, ਉਹ ਰਾਹ ਦੇ ਵਿੱਚ ਰਾਹ ਰੋਕਿਆ ਹੋਇਆ ਸੀ ਉਹਨਾਂ ਨੇ, ਤੇ ਅਸੀਂ ਉਹਨਾਂ ਨੂੰ ਜਾ ਕੇ 45 ਮਿੰਟ ਲੱਗੇ ਸਮਝਾਉਣ ਦੀ ਕੋਸ਼ਿਸ਼ ਕਰਦੇ, ਪਰ ਉਹ ਸਮਝਣ ਨੂੰ ਕੋਈ ਉਤਾਰੂ ਨਹੀਂ ਸੀ। ਇੱਟਾਂ ਬੱਟੇ ਤੇ ਗੋਲੀਆਂ ਚੱਲਦੇ ਰਹੇ ਉਹ ਡਾਂਗਾ। ਉਹ ਜਦੋਂ ਸਾਨੂੰ ਧੱਕੇ ਲਿਜਾਂਦੇ ਸੀ ਅਸੀਂ ਪਿੱਛੇ ਕਰਦੇ ਸੀ। ਇਹ ਨਹੀਂ ਹੈ ਵੀ ਅਸੀਂ ਚਲੇ ਗਏ ਤੇ ਜਾ ਕੇ ਗੋਲੀਆਂ ਚੱਲ ਗਈਆਂ, ਲੋ ਹੈ ਉਹ ਪਿੱਛੇ ਰੱਖਦੇ ਸੀ, ਉਹ ਲਿਆਉਂਦੇ ਸੀ, ਉਹ ਕਰਦੇ ਸੀ। ਉਹ ਅਸੀਂ ਇਸੇ ਕਸ਼ਮਕਸ਼ ਦੇ ਵਿੱਚ ਜਦੋਂ ਇਹ ਫਾਇਰਿੰਗ ਹੋਈ, ਅਸੀਂ ਉਦੋਂ ਬਹੁਤ ਪਿੱਛੇ ਸੀਗੇ। ਜਦੋਂ ਇਹ ਫਾਇਰਿੰਗ ਹੋਈ ਉਦੋਂ ਗੱਡੀਆਂ ਨੂੰ ਅੱਗ ਲਾਈ ਜਾਂਦੀ, ਬੰਦਿਆਂ ਨੂੰ ਫੱਟੜ ਕੀਤਾ ਜਾ ਰਿਹਾ, ਜਿਹਦੇ ਸੁਰਿੰਦਰ ਕੁਮਾਰ ਫੱਟੜ ਹੋ ਗਿਆ। ਤੇ ਉਹ ਜਿਹੜੀ ਗੋਲੀ ਆ ਚੱਲੀ ਤੇ ਚੱਲ ਕੇ ਤੇ ਉਹ 2 ਬੰਦੇ ਦੀ ਮਤਲਬ ਮੌਤ ਹੋ ਗਈ, ਜਿਹੜੀ ਉਹ ਨਹੀਂ ਹੋਣੀ ਚਾਹੀਦੀ ਸੀ ਜੀ। ਜੀ ਸ਼ਰਮਾ ਜੀ, ਤੁਹਾਨੂੰ ਲੱਗਦਾ ਹੈ ਕਿ ਬਹਿਬਲ ਕਲਾਂ ਵਾਲਾ ਪੂਰਾ ਘਟਨਾਕ੍ਰਮ ਟਾਲਿਆ ਜਾ ਸਕਦਾ ਸੀ, ਟਲ ਸਕਦਾ ਸੀ? ਨਹੀਂ ਕਰ ਸਕਦਾ ਸੀ ਜੀ, ਕਿਉਂ ਮਸਲਾ ਸੀ, ਬਕਾਇਦਾ ਤੌਰ ਤੇ ਫਾਇਰ ਕਰ ਰਹੇ ਸੀਗੇ। ਇਹ ਅਵੋਇਡ ਹੋ ਹੀ ਨਹੀਂ ਸਕਦਾ ਸੀ। ਸਿਚੁਏਸ਼ਨ ਇਹ ਸੀ, ਫੋਰਸ ਬਹੁਤ ਘੱਟ ਸੀ ਜੀ, ਠੀਕ ਹੈ ਨਾ ਜੀ, ਬੰਦੇ ਬਹੁਤ ਜ਼ਿਆਦਾ ਸੀ। ਤੁਸੀਂ ਮੈਨੂੰ ਦੱਸੋ ਵੀ 100 ਬੰਦਾ ਕਿਵੇਂ 1400-1500 ਬੰਦੇ ਨੂੰ ਰੋਕ ਲੂਗਾ, ਕਿਵੇਂ ਕਰ ਲੂਗਾ ਜਦ ਕਿ ਉਹ ਮਸਲਾ ਹੋਣਗੇ? ਇਸ ਦਾ ਮਤਲਬ ਇਹ ਹੈ ਵੀ ਮਤਲਬ ਤੁਸੀਂ ਆਪ ਮਰ ਜਾਓ ਤੇ ਉਹ ਰੋਕ ਲੈਣ ਤੇ ਉਹ ਕਿਵੇਂ ਰੋਕ ਲਓਗੇ? ਫਿਰ ਮੈਨੂੰ ਦੱਸੋ, ਏਦਾਂ ਤਾਂ ਆਪਣੀ ਚੀਜ਼ ਦੇ ਦਿੰਦੇ ਠੀਕ ਸੀ। ਉੱਥੇ ਚਰਨਜੀਤ ਸ਼ਰਮਾ ਨੂੰ ਕੋਈ ਅਫਸੋਸ ਹੈ ਬਹਿਬਲ ਕਲਾਂ ਦੇ ਵਿੱਚ ਵਾਪਰੀ ਘਟਨਾ ਦਾ? ਦੇਖੋ ਜੀ, ਮੈਨੂੰ ਉਹਨਾਂ ਦਾ ਬਹੁਤ ਦੁੱਖ ਹੈ, ਠੀਕ ਹੈ ਨਾ ਜੀ। ਉਹ ਸਿਆਸਤ ਦੀ ਭੇਟ ਚੜ ਗਏ, ਮੈਨੂੰ ਬਹੁਤ ਦੁੱਖ ਹੈ। ਨਹੀਂ, ਕੌਣ ਸਿਆਸਤ ਦੀ ਭੇਟ ਚੜ ਗਏ? ਜਿਹਨਾਂ ਦੀ ਮੌਤ ਹੋਈ? ਹਾਂ, ਜਿਨ੍ਹਾਂ ਦੀ ਮੌਤ ਹੋਈ ਉਹ, ਕਿਉਂਕਿ ਜੇ ਉਹ ਇਸ ਘਟਨਾਕ੍ਰਮ ਦੇ ਵਿੱਚ ਨਾ ਆਉਂਦੇ, ਨਾ ਇਕੱਠੇ ਹੁੰਦੇ, ਜਦੋਂ ਉੱਥੇ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਵੀ ਕੋਟਕਪੂਰੇ ਸਾਰਾ ਕੁਝ ਖਤਮ ਹੋ ਗਿਆ, ਤੁਸੀਂ ਇੱਥੋਂ ਜਾਓ, ਚਲੇ ਜਾਓ। ਸਾਰਿਆਂ ਨੇ ਸਮਝਾਇਆ, ਮੈਂ ਇਕੱਲੇ ਨਹੀਂ, ਇਕੱਲੇ ਬੰਦੇ ਨੇ, ਸਾਰੇ ਬੰਦੇ ਨੇ, ਸਾਰੇ ਜੀਵਾਂ ਨੇ, ਸਾਰਿਆਂ ਨੇ ਹੱਥ ਵੀ ਬੰਨੇ, ਸਾਰਿਆਂ ਨੇ ਸਮਝਾਇਆ ਜੀ। ਉਹ ਜਿਹੜੀ ਸਿਚੁਏਸ਼ਨ ਹੈ ਨਾ, ਇਹ ਹੁਣ ਡਿਸਕ੍ਰਾਈਬ ਕਰਨੀ ਜਾਂ ਦੱਸਣੀ, ਜਦ ਉਸ ਸਿਚੁਏਸ਼ਨ 'ਚ ਫਸ ਜਾਓ, ਉਹਦੇ ਤੋਂ ਮੁਤਾਬਕ ਨਿਕਲਣਾ ਬਹੁਤ, ਉਹ ਗੱਲ ਕਰਨੀ ਤੇ ਨਿਕਲਣਾ ਬਹੁਤ ਔਖਾ ਹੈ ਜੀ। ਗੱਲ ਕਰਨੀ ਬਹੁਤ ਔਖੀ ਹੈ। ਸ਼ਰਮਾ ਜੀ, ਤੁਹਾਨੂੰ ਐਕਸ਼ਨ ਦੇ ਲਈ ਕੋਈ ਉੱਪਰੋਂ ਆਰਡਰ ਆ ਰਹੇ ਸੀ? ਤੁਹਾਡੀ ਕਿਸੇ ਹਾਈ ਕਮਾਂਡ ਨਾਲ ਲਗਾਤਾਰ ਗੱਲ ਹੋ ਰਹੀ ਸੀ? ਬਿਲਕੁਲ ਗਲਤ ਗੱਲ ਹੈ। ਮੇਰੀ ਨਾ ਕਿਸੇ ਨਾਲ ਬਿਲਕੁਲ ਕਿਸੇ ਵੀ ਮਸਲੇ ਦੇ ਉੱਤੇ ਕੋਈ ਗੱਲ ਨਹੀਂ ਹੋਈ। ਸਿਰਫ ਹਾਂ 1-2 ਵਾਰੀ ਗੱਲ, 3-4 ਵਾਰੀ ਗੱਲ ਹੋਈ। DIG ਸਾਹਿਬ ਨਾਲ ਅਮਰ ਸਿੰਘ ਚਾਹਲ ਸੀਗੇ, ਜਿਹੜੇ IG ਬਣ ਕੇ ਰਿਟਾਇਰ ਹੋ ਗਏ। ਉਹਨਾਂ ਨੂੰ ਮੈਂ ਕਿਹਾ ਫੋਰਸ ਲੈ ਕੇ ਆ ਜਾਓ, ਫੋਰਸ ਸਾਡੇ ਕੋਲੇ ਬਹੁਤ ਘੱਟ ਹੈਗੀ। ਔਰ ਰਿਪੀਟਡਲੀ ਟੈਲੀਫੋਨ ਹੋਏ, ਮੇਰੇ ਕੋਲੇ ਕਾਲ ਡਿਟੇਲ ਵੀ ਹੈ। ਈਵਨ ਉਸ ਦੇ ਮੰਗਣ ਦੀ, ਫੋਰਸ ਮੰਗਣ ਦੀ ਮੇਰੇ ਕੋਲੇ ਰਿਕਾਰਡਿੰਗ ਵੀ ਹੈ ਵੀ ਮੈਂ ਫੋਰਸ ਮੰਗ ਰਿਹਾ। IG ਸਾਹਿਬ ਨੂੰ ਵੀ ਕਿਹਾ ਫੋਰਸ ਭੇਜ ਦਿਓ, ਕਿਉਂਕਿ ਫੋਰਸ ਉਹਨਾਂ ਦੀ ਆਉਣ ਤੋਂ ਲੇਟ ਹੋ ਗਈ। ਵੀ ਉਹ ਮੈਨੂੰ ਨਹੀਂ ਪਤਾ, ਉਹ ਬੈਟਰ ਕਾਰਨ ਦੱਸ ਸਕਦੇ ਨੇ ਕਿਉਂ ਲੇਟ ਹੋਈ ਹੈਗੀ। ਔਰ ਜਿੰਨਾ ਚਿਰ ਪੂਰੀ ਤਰ੍ਹਾਂ ਉਹ ਘਿਰ ਚੁੱਕੇ ਸੀ ਅਸੀਂ, ਜਿਨ੍ਹਾਂ ਨਾਲ ਉਹ ਕਿਸੇ ਵੀ ਤਰ੍ਹਾਂ ਦੇ ਗੱਡੀਆਂ ਫੂਕ ਤੇ ਸਾਰਾ ਕੁਝ ਬੰਦੇ ਫੱਟੜ ਹੋਣੇ ਸ਼ੁਰੂ ਹੋ ਗਏ ਸੀ। ਤੇ ਫਿਰ ਜਿਹੜਾ ਸੀਗਾ ਇਹ ਅਣਸੁਖਾਵੀ ਘਟਨਾ ਜਿਹੜੀ ਇਹ ਵਾਪਰੀ। ਫਿਰ ਕਿਹਨੇ ਦਿੱਤੇ ਗੋਲੀ ਚਲਾਉਣ ਦੇ ਆਰਡਰ? ਉੱਥੇ ਕੋਈ ਆਰਡਰ ਦਿੱਤੇ? ਗੋਲੀ ਚੱਲ ਕਿਵੇਂ ਗਈ? ਕਿਸੇ ਨੇ ਆਰਡਰ ਨਹੀਂ ਦਿੱਤੇ, ਬੰਦਿਆਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਆਪ ਚਲਾਈ ਹੈ। ਕਿਸੇ ਨੇ ਕੋਈ ਆਰਡਰ ਨਹੀਂ ਦਿੱਤਾ, ਕਿਸੇ ਨੇ ਵੀ ਨਹੀਂ ਦਿੱਤਾ। ਨਹੀਂ, ਬਾਕੀ ਐਸੀ ਸਿਚੁਏਸ਼ਨ ਸੀ ਕਿ ਗੋਲੀ ਚਲਾਣੀ, ਕਿਉਂਕਿ ਪੰਜਾਬ ਨੇ ਪਿਛਲੇ 1 ਸਾਲ ਚ ਕਿਸਾਨ ਅੰਦੋਲਨ ਦੇਖਿਆ ਸ਼ਰਮਾ ਜੀ, ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਜਾ ਰਹੇ ਸੀ, ਸਾਹਮਣੇ ਪੁਲਿਸ ਸੀ, ਫਿਰ ਪੁਲਿਸ ਪਿੱਛੇ ਹਟਦੀ ਗਈ। ਆਮ ਤੌਰ ਤੇ ਐਵੇਂ ਹੀ ਹੁੰਦਾ ਕਿ ਜੇ ਪੁਲਿਸ ਤੋਂ ਨਾ ਸਮਝ ਹੋਵੇ ਤਾਂ ਪੁਲਿਸ ਪਿੱਛੇ ਹਟਣਾ ਸ਼ੁਰੂ ਹੋ ਜਾਂਦੀ ਹੈ। ਕਿ ਬਹਿਬਲ ਕਲਾਂ 'ਚ ਪੁਲਿਸ ਪਿੱਛੇ ਨਹੀਂ ਹਟ ਸਕਦੀ ਸੀ? ਨਹੀਂ, ਦੇਖੋ ਮੇਰੀ ਗੱਲ ਸੁਣੋ, ਪੁਲਿਸ ਪਿੱਛੇ ਹਟਣ ਨੂੰ ਜਗ੍ਹਾ ਕਿਹੜੀ ਸੀ? ਇੱਕ ਪਾਸੇ ਖੇਤ ਸੀ, 3 ਪਾਸੇ ਸੜਕਾਂ ਸੀ, ਸਾਰੀਆਂ ਤਾਂ ਘੇਰੀਆਂ ਹੁੰਦੀਆਂ। ਪੁਲਿਸ ਤਾਂ ਕਿਸੇ ਪਾਸੇ ਨਿਕਲ ਨਹੀਂ ਸਕਦੀ ਸੀ। ਪਹਿਲੀ ਗੱਲ ਜਿਹੜੀ ਹੁਣ ਸਿਚੁਏਸ਼ਨ ਹੈ, ਪੁਲਿਸ ਇਸੇ ਐਪੀਸੋਡ ਤੋਂ ਸਮਝ ਕੇ ਹੁਣ ਕਰਨ ਲੱਗੀ ਹੈ ਵੀ ਇਹ ਸਭ ਤੋਂ ਪਹਿਲਾਂ ਸਾਡੇ ਜਿਹੜੇ ਬਚ ਜੀ ਅਸੀਂ, ਜੋ ਅਸੀਂ ਸਜ਼ਾ ਪਾ ਰਹੇ ਹਾਂ, ਬਾਕੀ ਨਾ ਸਜ਼ਾ ਪਾਉਣ। ਮੈਨੂੰ ਦੱਸੋ ਵੀ ਹੁਣ ਤੱਕ, ਉਦੋਂ ਤੋਂ ਲੈ ਕੇ ਹੁਣ ਤੱਕ ਫਿਗਰਾਂ ਕੱਢ ਲਓ, ਤੁਹਾਡੇ ਕੋਲੇ ਤਾਂ ਹੋਣੀਆਂ ਨੇ। ਕਿੰਨੇ ਕੁ ਵਾਰੀ ਪੁਲਿਸ ਜਿਹੜੀ ਹੈ ਸਮਗਲਰਾਂ ਨੇ ਕੁੱਟੀ ਹੈ, ਕਿੰਨਾ ਕੁ ਵਾਰੀ ਉਹ ਬੈਡ ਐਲੀਮੈਂਟਸ ਨੇ ਕੁੱਟੀ ਹੈ, ਕਿੰਨੇ ਕੁ ਵਾਰੀ ਕਿੰਨੀਆਂ ਕੈਜੂਅਲਟੀਆਂ ਹੋ ਗਈਆਂ ਇਸੇ ਕਰਕੇ। ਪੁਲਿਸ ਤਾਂ ਬਿਲਕੁਲ ਡਿਮੋਰਲਾਈਜ਼ ਹੋਈ ਪਈ ਹੈ, ਇਸੇ ਕਰਕੇ ਹੋਈ ਪਈ ਹੈ। ਕੋਈ ਪ੍ਰੋਟੈਕਟ ਨਹੀਂ ਕਰਦਾ। ਆ ਕੇ ਜਦੋਂ ਮਰਜ਼ੀ ਤੋਂ ਅਫਸਰਾਂ ਤੋਂ ਜੋ ਮਰਜ਼ੀ ਲਿਖਾ ਲਓ, ਲਿਖ ਦਿੰਦੇ ਆ, ਲਿਖ ਲਓ। ਨਹੀਂ ਸ਼ਰਮਾ ਜੀ, ਦੇਖੋ ਪੰਜਾਬ ਦੀ ਸਿਆਸਤ ਨਾਲ ਜੁੜਿਆ ਹੋਇਆ ਮਸਲਾ ਤਾਂ ਤੁਸੀਂ ਸਮਝਦੇ ਹੋ, ਪਿਛਲੇ 6 ਸਾਲ 'ਚ ਦੇਖਿਆ ਹੋਏਗਾ। ਇੱਕ ਥਿਊਰੀ ਇਹ ਹੈ ਕਿ ਉੱਥੇ ਗੋਲੀ ਚਲਾਉਣ ਦੇ ਉੱਪਰ ਤੋਂ ਆਰਡਰ ਆਏ।
ਇਹ ਬਿਲਕੁਲ ਇੱਕ ਗਲਤ ਹੈ। ਸਿਆਸਤ 'ਚ ਥਿਉਰੀ ਹੈ ਕਿ ਉੱਪਰ ਤੋਂ ਆਰਡਰ ਆਏ, ਨਹੀਂ ਪਰ ਨਹੀਂ ਤੁਸੀਂ ਤਾਂ ਨਹੀਂ, ਮੌਕੇ ਤੇ ਇਹ ਮੌਜੂਦ ਸੀ। ਸਿਰਫ ਤਾਂ ਮੈਂ ਕਹਿੰਦਾ ਜੀ, ਮੈਨੂੰ ਜਿੱਥੇ ਮਰਜ਼ੀ ਕਸਮ ਖਵਾ ਲਓ, ਜਿੱਥੇ ਮਰਜ਼ੀ ਕਹਾ ਲਓ, ਜੋ ਮਰਜ਼ੀ ਕਰਾ ਲਓ, ਮੇਰਾ ਸਿਰ ਕਲਮ ਕਰ ਦੋ, ਮੈਨੂੰ ਕਿਸੇ ਨੇ ਕੋਈ ਆਰਡਰ ਨਹੀਂ ਦਿੱਤੇ। ਮੈਂ ਧਰਮ ਮਾਨ ਨਾਲ ਕਹਿ ਰਿਹਾ, ਮੈਨੂੰ ਕਿਸੇ ਨੇ ਕੋਈ ਆਰਡਰ ਨਹੀਂ, ਨਾ ਮੈਨੂੰ ਨਾ ਥੱਲੇ ਕਿਸੇ ਨੂੰ ਆਰਡਰ ਦਿੱਤੇ। ਥੱਲੇ ਪੁਲਿਸ ਨੇ ਆਪਣੇ ਹਿਸਾਬ ਨਾਲ ਜਿਹੜਾ ਟੈਕਲ ਕੀਤਾ, ਆਪਣੇ ਹਿਸਾਬ ਨਾਲ ਹੀ ਉਹਨਾਂ ਨੇ ਕੀਤਾ। ਕਿਸੇ ਨੂੰ ਕੋਈ ਕਿਸੇ ਦਾ ਕੋਈ ਆਰਡਰ ਨਹੀਂ ਸੀ ਵੀ ਤੁਸੀਂ ਐਂ ਕਰ ਦੋ, ਨਾ ਕੋਟਕਪੂਰੇ 'ਚ, ਨਾ ਬਹਿਬਲ ਕਲਾਂ 'ਚ, ਨਾ ਕਿਤੇ ਕਿਸੇ ਨੇ ਕੋਈ ਆਰਡਰ ਨਹੀਂ ਸੀ, ਨਾ ਕਿਸੇ ਅਫਸਰ ਦਾ, ਨਾ ਕਿਸੇ ਪੋਲੀਟੀਕਲ ਬੌਸ ਦਾ, ਕਿਸੇ ਦਾ। ਨਹੀਂ ਸ਼ਰਮਾ, ਇਹ ਵੀ ਕਿਹਾ ਜਾਂਦਾ ਕਿ ਪੁਲਿਸ ਕੋਲ ਇੱਕ ਰੌਂਦ ਦਾ ਹਿਸਾਬ ਹੁੰਦਾ ਹੈ ਕਿ ਜੇ ਗੋਲੀ ਚੱਲੀ ਤਾਂ ਫਿਰ ਅਣਪਛਾਤੀ ਕਿਵੇਂ ਹੋਗੀ ਪੁਲਿਸ, ਕਿ ਜੇ ਰੌਂਦ ਦਾ ਹਿਸਾਬ ਹੁੰਦਾ ਤਾਂ ਪਤਾ ਨਹੀਂ ਲੱਗ ਸਕਿਆ ਕਿ ਕਿੱਥੋਂ ਚੱਲੀ ਗੋਲੀ। ਉਹ ਤਾਂ ਬੈਟਰ ਇਨਵੈਸਟੀਗੇਸ਼ਨ ਅਫਸਰ ਦੱਸ ਸਕਦਾ ਨਾ ਜੀ, ਵੀ ਜੋ ਉਹਨਾਂ ਨੇ ਕਿਵੇਂ ਅਣਪਛਾਤੇ ਕੀਤੇ ਹੈਗੇ। ਨਹੀਂ ਤਾਂ ਬੈਟਰ ਇਨਵੈਸਟੀਗੇਸ਼ਨ ਅਫਸਰ ਦੱਸ ਸਕਦਾ। ਨਹੀਂ, ਸ਼ੁਰੂਆਤੀ ਤੁਸੀਂ ਉੱਥੇ ਮੌਜੂਦ ਸੀ, ਉਸ ਤੋਂ ਬਾਅਦ ਨਹੀਂ ਤੁਸੀਂ ਇਹ ਇਨਵੈਸਟੀਗੇਟ ਕੀਤਾ ਉਸ ਮੌਕੇ ਦੇ ਉੱਤੇ ਹੀ? ਮੈਨੂੰ ਤਾਂ ਉਸ ਮੌਕੇ ਦੇ ਉੱਤੇ ਬਾਅਦ ਭੇਜਤਾ ਵਾਪਸ। ਮੈਂ ਕਿੱਥੇ ਇਨਵੈਸਟੀਗੇਟ ਕਰਨਾ, ਇਨਵੈਸਟੀਗੇਟ ਕਰਨ ਵਾਲੇ ਤਾਂ ਡੀਆਈਜੀ ਅਮਰ ਸਿੰਘ ਚਾਹਲ ਆ ਗਏ ਸੀ ਜੀ। ਉੱਥੇ ਮੈਂ ਥੋੜੀ ਇਨਵੈਸਟੀਗੇਸ਼ਨ ਕੀਤਾ, ਤੇ 2 ਦਿਨਾਂ ਬਾਅਦ ਤਾਂ ਮੈਨੂੰ ਸਸਪੈਂਡ ਕਰਤਾ ਸੀਗਾ ਜੀ। ਜੀ ਸ਼ਰਮਾ ਜੀ, ਇਨਵੈਸਟੀਗੇਸ਼ਨ ਕਰਨਾ ਜੀ ਸ਼ਰਮਾ ਜੀ, ਮੇਰਾ ਇੱਕ ਆਖਰੀ ਸਵਾਲ ਹੈ। ਤੁਸੀਂ ਜ਼ਿਕਰ ਕਰ ਦਿੱਤਾ ਕਿ ਮੈਨੂੰ ਮੋਹਰਾ ਬਣਾ ਦਿੱਤਾ ਗਿਆ, ਪਰ ਸਵਾਲ ਇਹ ਹੈ ਕਿ ਤੁਹਾਨੂੰ ਹੀ ਕਿਉਂ ਮੋਹਰਾ ਬਣਾ ਦਿੱਤਾ ਗਿਆ? ਸਾਰੀ ਪੁਲਿਸ ਦੇ, ਤੁਸੀਂ ਬਹੁਤ ਵੱਡੇ ਆਫੀਸਰ ਉਸ ਸਮੇਂ ਪੁਲਿਸ ਦੇ ਵਿੱਚ ਸੀ, ਤਾਂ ਬਹੁਤ ਵੱਡਾ ਰੁਤਬਾ ਹੁੰਦਾ ਐਸਐਸਪੀ ਦਾ, ਪੂਰਾ ਪੰਜਾਬ ਜਾਣਦਾ, ਹਰ ਕੋਈ ਜਾਣਦਾ, ਫਿਰ ਤੁਹਾਨੂੰ ਹੀ ਕਿਉਂ ਮੋਹਰਾ ਬਣਾ ਦਿੱਤਾ ਗਿਆ? ਤੁਹਾਡੇ ਤਾਂ ਆਪਣੇ ਸੀ ਪੁਲਿਸ ਵਾਲੇ ਜਿਹੜੇ ਤੁਹਾਡੇ ਨਾਲ ਬੈਠਦੇ ਹੋਣਗੇ, ਜਾਂ ਤੁਸੀਂ ਉਹਨਾਂ ਨੂੰ ਰਿਪੋਰਟ ਕਰਦੇ ਹੋਵੋਗੇ, ਜਾਂ ਉਹ ਤੁਹਾਨੂੰ ਰਿਪੋਰਟ ਕਰਦੇ ਹੋਣਗੇ, ਉਹਨਾਂ ਨੇ ਤੁਹਾਨੂੰ ਹੀ ਬਣਾ ਦਿੱਤਾ। ਹੁਣ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਤਾਂ ਜਾਂਚ ਰਿਪੋਰਟ ਸਿੱਧਾ ਤੁਹਾਡੇ ਤੇ ਉਂਗਲਾਂ ਚੁੱਕਦੀ ਹੈ ਕਿ ਨਾ ਪਹਿਲਾਂ ਇਨਵੈਸਟੀਗੇਟ ਕੀਤਾ ਤੇ ਨਾ ਹੀ ਬਹਿਬਲ ਕਲਾਂ 'ਚ ਸਥਿਤੀ ਸੰਭਾਲੀ। ਹੁਣ ਸਸਪੈਂਡ ਕਰਨ ਨੂੰ ਉਹਨਾਂ ਨੂੰ ਕੋਈ ਐਲੀਗੇਸ਼ਨ ਤਾਂ ਉਸ ਵਕਤ ਦੀ ਸਰਕਾਰ ਨੂੰ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ? ਵੀ ਕੋਈ ਤਾਂ ਬਣਾਉਂਦੇ, ਕਿਸੇ ਨੂੰ ਤਾਂ ਬਣਾਉਂਦੇ। ਮੇਰੀ ਕਿਹੜਾ ਗੌਰਵ ਜੀ ਕਿਤੇ ਉਸ ਮਾਲਵੇ 'ਚ ਕਿਤੇ ਰਿਸ਼ਤੇਦਾਰੀ ਸੀ, ਮੈਂ ਇਕੱਲਾ ਇੱਕ ਹਿੰਦੂ ਸੀਗਾ। ਉਹਨਾਂ ਨੇ ਇਸ ਦਾ ਮਕਸਦ ਹੱਲ ਕਰ ਲਿਆ ਵੀ ਚਲੋ ਕਰ ਦੋ ਇਸ ਨੂੰ, ਲਵਾਰਸ ਹੈ ਜੀ, ਆਪਣੀ ਮੈਰਿਟ ਤੇ ਲੱਗਾ, ਕੋਈ ਸਿਫਾਰਿਸ਼ ਤਾਂ ਹੈ ਨਹੀਂ ਗੀ, ਤੇ ਉਸ ਹਿਸਾਬ ਨਾਲ ਉਹਨਾਂ ਨੇ ਇਸ ਨੂੰ ਕਰਤਾ। ਉਹਦੀ ਰਿਪੋਰਟ ਤਾਂ ਕੋਈ ਚਾਹੀਦੀ ਸੀ ਸਸਪੈਂਡ ਕਰਨ ਨੂੰ, ਕੋਈ ਤਾਂ ਹਵਾ 'ਚ ਕਰ ਦਿੰਦੇ ਮੈਨੂੰ। ਉਹਨਾਂ ਨੇ ਉਸ ਨਾਲ ਕੁਛ ਤਾਂ ਲਿਖਾਉਣਾ ਸੀ, ਫਿਰ ਇਹਨਾਂ ਸਹੋਤਾ ਸਾਹਿਬ ਨੂੰ ਭੇਜ ਕੇ ਲਿਖਾ ਲਿਆ ਉਹਨਾਂ ਨੇ, ਤੇ ਇਹਨਾਂ ਨੇ ਲਿਖ ਕੇ ਦੇਤਾ ਮੈਨੂੰ। ਤੁਸੀਂ ਮੈਨੂੰ ਸਵਾਲ ਕਰ ਰਹੇ ਹੋ, ਤੁਸੀਂ ਕਿਤੇ ਸਹੋਤਾ ਸਾਹਿਬ ਨੂੰ ਪੁੱਛੋ ਵੀ ਕਿੰਨੇ ਚਿਰ 'ਚ ਤੁਸੀਂ ਇਨਵੈਸਟੀਗੇਸ਼ਨ ਮੁਕੰਮਲ ਕੀਤੀ, ਕਿਹਦੇ ਬਿਆਨ ਕਲਮਬੰਦ ਕੀਤੇ, ਕੀ ਚਰਨਜੀਤ ਨੂੰ ਬੁਲਾ ਕੇ ਜਾਂ ਉੱਥੋਂ ਦੇ ਕਿਸੇ ਅਫਸਰ ਨੂੰ ਬੁਲਾ ਕੇ ਪੁੱਛਿਆ ਜੀ? ਵੀ ਪੁੱਛਿਆ ਵੀ ਕੀ ਹੋਈ ਘਟਨਾਕ੍ਰਮ, ਕੀ ਅੱਜ ਤੱਕ ਪੁੱਛਿਆ? ਤੁਹਾਨੂੰ ਕੁਮਰ ਵਿਜੇ ਪ੍ਰਤਾਪ ਦੀ ਪੂਰੀ ਥਿਉਰੀ ਦੇ ਉੱਤੇ ਬਹੁਤ ਇਤਰਾਜ਼ ਹੈ? ਬਿਲਕੁਲ ਜੀ, ਬਿਲਕੁਲ 101% ਇਤਰਾਜ਼ ਹੈ। ਕਿਉਂ ਸਰ? ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹੋਈ ਤੁਸੀਂ ਉਸ ਤੇ ਇਤਰਾਜ਼ ਕਰ ਰਹੇ ਹੋ? ਦੱਸੋ ਵੀ ਉਸਨੇ ਕਿਹੜੀ ਇਨਵੈਸਟੀਗੇਸ਼ਨ ਕਿਸ ਮਾਪਦੰਡ ਨਾਲ ਕੀਤੀ ਹੈ? ਮੈਨੂੰ ਦੱਸੋ ਵੀ ਕਿਹੜੀ ਇਨਵੈਸਟੀਗੇਸ਼ਨ ਕਿਸ ਮਾਪਦੰਡ ਨਾਲ ਕੀਤੀ ਹੈ? ਕੀ ਥਿਊਰੀ ਹੈ ਇਨਵੈਸਟੀਗੇਸ਼ਨ ਕਰਨ ਦੀ? ਕਿਹੜੀ ਥਿਊਰੀ ਦਾ ਇਸਤੇਮਾਲ ਕੀਤਾ ਗਿਆ? ਕਿਹੜੀ ਇਨਵੈਸਟੀਗੇਸ਼ਨ, ਕਿਹੜੀ ਸਾਇੰਟੀਫਿਕ ਤਰੀਕੇ ਨਾਲ, ਕਿਹੜੀ ਇੰਟਰਨੈਸ਼ਨਲ ਤਫਤੀਸ਼ ਕੀਤੀ ਹੈ? ਜਿਹੜੀ ਮਾਨਯੋਗ ਹਾਈ ਕੋਰਟ ਨੇ ਉਹ ਸਪਸ਼ਟ ਲਿਖਤਾ, ਉਹ ਤਾਂ ਹੁਣ ਉਹ ਹਾਈ ਕੋਰਟ ਦੇ ਆਰਡਰਾਂ ਦੇ ਉੱਤੇ ਵੀ ਕਿੰਤੂ ਪਰੰਤੂ ਕਰਦੇ ਆ, ਉਹ ਤਾਂ ਹੁਣ ਸਰਕਾਰ ਤੇ ਵੀ ਕਿੰਤੂ ਪਰੰਤੂ ਕਰਦੇ ਆ, ਸਰਕਾਰ ਦੇ ਉੱਤੇ। ਉਹ ਇੱਕ ਆਦਮੀ, ਸਿਰਫ ਇੱਕ ਆਦਮੀ ਆਪਣੇ ਮਕਸਦ ਵਾਸਤੇ ਪਹਿਲਾਂ ਪੁਲਿਸ ਮਹਿਕਮੇ ਨੂੰ ਵਰਤਿਆ, ਠੀਕ ਹੈ ਨਾ ਜੀ, ਫਿਰ ਉਸਨੇ ਇਨਵੈਸਟੀਗੇਸ਼ਨ ਨੂੰ ਆਪਣੇ ਹੱਕ 'ਚ ਵਰਤਿਆ, ਹੁਣ ਆਪ ਪਾਰਟੀ ਜੁਆਇਨ ਕਰ ਲਈ। ਉਸ ਨੂੰ ਸਹੀ ਮੰਨਦੇ ਆ ਆਪਾਂ, ਜਿਹੜੇ ਬਾਕੀ ਦੇ ਸਾਨੂੰ ਉਹ ਜਿਹੜੇ ਅਸੀਂ ਦੱਸੇ, ਜਿਹੜੇ ਅਸੀਂ ਅਫੈਕਟਡ ਆ, ਅਸੀਂ ਨਹੀਂ ਸਹੀ ਹਾਂ, ਉਹ ਸਹੀ ਨੇ ਇਕੱਲੇ। ਫਿਰ ਉਹਨਾਂ ਦੇ ਬਾਕੀਆਂ ਨੇ ਕਿਉਂ ਨਹੀਂ ਦਸਤਖਤ ਕੀਤੇ? 5-4 ਜਣਿਆਂ ਨੇ ਉਹ ਕਰ ਦਿੰਦੇ, ਨਾਲ ਦੇ ਆਈਓ ਦਸਤਖਤ ਕਰ ਦਿੰਦੇ, ਕਿਉਂ ਨਹੀਂ ਕੀਤੇ ਗਏ ਉਹ? ਤੁਸੀਂ ਇਸ ਥਿਉਰੀ ਨੂੰ ਕਿਉਂ ਬਿਲਕੁਲ ਇਨਕਾਰ ਕਰ ਰਹੇ ਹੋ ਕਿ ਉੱਪਰੋਂ ਕੋਈ ਕਾਲ ਨਹੀਂ ਸੀ? ਕੋਈ ਟੋਟਲੀ ਪੋਲੀਟੀਕਲ ਮੋਟੀਵੇਟਡ ਸੀ ਕਾਂਗਰਸ ਸਰਕਾਰ ਨੂੰ। ਨਹੀਂ ਦੇਖੋ, ਇਹ ਬਹੁਤ ਸਾਰੀਆਂ ਥਿਉਰੀਆਂ ਚੱਲ ਰਹੀਆਂ ਨੇ ਇਸ ਸਮੇਂ, ਬਹੁਤ ਸਾਰੀਆਂ ਜ਼ਿਕਰ ਹੁੰਦਾ ਕਿ ਉੱਪਰੋਂ ਕਾਲ ਆਈ, ਲਗਾਤਾਰ ਗੱਲ ਹੋ ਰਹੀ ਸੀ, ਇੰਨੇ ਸੈਕਿੰਡ ਗੱਲ ਹੋਈ। ਇਹ ਸਿਰਫ ਪ੍ਰੋਪਗੈਂਡਾ ਹੈ ਜੀ। ਉਹਨੇ ਲਾਈਮਲਾਈਟ 'ਚ ਰਹਿਣ ਵਾਸਤੇ ਉਹਨਾਂ ਨੇ ਸਾਰਾ ਕੁਝ ਕੀਤਾ। ਮੈਂ ਤਾਂ ਤੁਹਾਨੂੰ ਜਿਉਂਦੀ ਜਾਗਦੀ ਮਿਸਾਲ ਦੇ ਰਿਹਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ। ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਸਿਰਫ ਤੇ ਸਿਰਫ ਹੁਣ ਕੋਈ ਵੀ, ਜੇ ਮੈਂ ਦੇ ਦੇਣਾ ਵੀ ਲਾਈਵ ਹੋਣਾ ਚਾਹੀਦਾ, ਉਹ ਜਿਹੜਾ ਟੈਸਟ ਹੈਗਾ ਨਾਰਕੋ ਲਾਈਵ ਹੋਣਾ ਚਾਹੀਦਾ, ਇਹਨਾਂ ਦਾ ਵੀ ਲਾਈਵ ਕਰਾ ਦਿਓ, ਇੱਕ ਜਗਤ ਨੂੰ ਆਪ ਹੀ ਪਤਾ ਲੱਗ ਜਾਊਗਾ। ਮੈਂ ਥੋੜਾ ਜਿਹਾ ਹੋਰ ਪੁੱਛ ਲਵਾਂ ਕਿ ਬਹਿਬਲ ਕਲਾਂ ਗੋਲੀकांड ਜਦੋਂ ਵਾਪਰਿਆ, ਜਿਸ ਦਿਨ ਵਾਪਰਿਆ, ਕਿ ਉਸ ਦਿਨ ਤੁਹਾਡੀ ਡੀਜੀਪੀ ਨਾਲ ਜਾਂ ਕਿਸੇ ਹੋਰ ਵੱਡੇ ਅਧਿਕਾਰੀ ਜਾਂ ਸਰਕਾਰ ਦੇ ਕਿਸੇ ਵੱਡੇ ਨੁਮਾਇੰਦੇ ਨਾਲ ਕੋਈ ਗੱਲਬਾਤ ਹੋਈ? ਬਿਲਕੁਲ ਨਹੀਂ ਹੋਈ। ਫਿਰ ਤੁਹਾਨੂੰ ਕਮਾਂਡ ਕੌਣ ਦੇ ਰਿਹਾ ਸੀ ਕਿ ਉੱਥੇ ਜਾਓ, ਮੋਗਾ ਤੋਂ ਤੁਹਾਨੂੰ ਉੱਥੇ ਭੇਜ ਦਿੱਤਾ? ਨਹੀਂ ਜੀ, ਦੇਖੋ ਮੇਰੀ ਗੱਲ ਸੁਣੋ,
ਤੁਸੀਂ ਇਸ ਦੇ ਉੱਤੇ ਜ਼ਿਆਦਾ ਸਟ੍ਰੈਸ ਦੇ ਰਹੇ ਹੋ ਵੀ ਕਮਾਂਡ ਕੌਣ ਦੇ ਰਿਹਾ ਸੀ, ਬਿਲਕੁਲ ਗਲਤ ਹੈ। ਇਹ ਟੋਟਲੀ ਲਾ ਐਂਡ ਆਰਡਰ ਦੀ ਪ੍ਰੋਬਲਮ ਸੀ। ਇਸ ਸਿਚੁਏਸ਼ਨ ਡਿਫਿਊਜ਼ ਕਰਨ ਵਾਸਤੇ ਜਿਹੜੇ ਅਫਸਰ ਉੱਤੇ ਰਹੇ ਆ, ਇਹ ਪਹਿਲਾਂ ਤੋਂ ਹੀ ਪੁਲਿਸ ਕਰਦੀ ਰਹੀ ਹੈ। ਇਹ ਹੁਣ ਤੋਂ ਨਵਾਂ ਨਹੀਂ ਕੀਤਾ ਇਹਨਾਂ ਨੇ, ਉਸ ਦੇ 2015 ਚ ਨਵਾਂ ਕੀਤਾ, ਹੁਣ ਵੀ ਕੀਤਾ। ਜਿਹੜੇ ਰਹਿ ਕੇ ਬਦਲ ਜਾਂਦੇ ਆ ਉਹ ਯਾਰ ਦੇਖੀ ਇਹਨਾਂ ਜਾ ਕੇ ਉੱਥੇ ਪੈਸੀਫਾਈ ਕਰਾਈ, ਤੁਹਾਨੂੰ ਫਲਾਣੇ ਬੰਦੇ ਜਾਣਦੇ ਹੋਣੇ। ਇਸੇ ਭਾਈ ਭਤੀਜਾਵਾਦ ਨਾਲ ਜਾ ਕੇ ਉੱਥੇ ਬੈਠਣ ਵਾਸਤੇ ਕੇਸ ਸੀ ਭੇਜਿਆ ਸੀ, ਡੀਜੀ ਸਾਹਿਬ ਨੇ ਭੇਜਿਆ ਸੀ ਉਦੋਂ 15 ਦੇ ਵਿੱਚ 12 ਤਰੀਕ ਨੂੰ। ਇਸ ਕਰਕੇ ਨਹੀਂ ਸੀ ਭੇਜਿਆ ਵੀ ਤੁਸੀਂ ਜਾਓ ਤੇ ਉੱਥੇ ਜਾ ਕੇ ਆਹ ਹਾਲਾਤ ਜਿਹੜੇ ਹੈਗੇ ਪੈਦਾ ਹੋ ਜਾਣ। ਮੈਨੂੰ ਸਾਰਾ ਕੁਝ ਸਾਨੂੰ ਕਰ ਰਹੇ ਹੋ ਤੁਸੀਂ। ਮੰਨ ਸਕਦੇ ਹੋ ਵੀ ਬਾਕੀ ਜਿਹੜੇ ਅਫਸਰ ਉੱਥੇ ਮੌਕੇ ਤੇ ਮੌਜੂਦ ਸੀ ਉਹ ਕਾਹਦੇ ਵਾਸਤੇ ਸੀਗੇ? ਕੀ ਐਸਐਸਪੀ ਫਰੀਦਕੋਟ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਬਣਦੀ ਜਿਹਦੇ ਏਰੀਏ ਦੇ ਵਿੱਚ ਸਾਰਾ ਕੁਝ ਇੰਨਾ ਕੁਝ ਹੋ ਗਿਆ? ਸਾਰੇ ਐਪੀਸੋਡ ਹੀ ਉਹਦੇ ਏਰੀਏ 'ਚ ਹੋਏ। ਉਹ ਫੇਰ ਪਾਕ ਦੇ ਸਾਹਿਬ ਬਾਅਦ 'ਚ ਵੀ ਐਸਐਸਪੀ ਲੱਗਦਾ ਰਿਹਾ, ਕਿਉਂ? ਉਹ ਮਤਲਬ ਉਹ ਠੀਕ ਹੈ। ਚਰਨਜੀਤ ਸ਼ਰਮਾ ਜੀ, ਤੁਸੀਂ ਅੱਜ ਬਹੁਤ ਬੇਬਾਕੀ ਨਾਲ ਗੱਲ ਕਰ ਰਹੇ ਹੋ। ਇਸ ਸਮੇਂ ਸਾਡੇ ਨਾਲ ਬਲਜੀਤ ਸਿੰਘ ਦਾਦੂਵਾਲ ਜੀ ਵੀ ਜੁੜੇ ਹੋਏ ਨੇ ਫੋਨ ਲਾਈਨ ਦੇ ਉੱਤੇ। ਦਾਦੂਵਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਚਰਨਜੀਤ ਸ਼ਰਮਾ ਜੀ ਸਾਡੇ ਨਾਲ ਨੇ ਤੇ ਉਹ ਪੂਰੀ ਥਿਊਰੀ ਦੇ ਉੱਤੇ ਕਹਿ ਰਹੇ ਨੇ ਕਿ ਮੈਨੂੰ ਜਾਣਬੁੱਝ ਕੇ ਫਸਾਇਆ ਗਿਆ, ਤੇ ਉਹ ਕਹਿ ਰਹੇ ਨੇ ਕਿ ਉੱਥੇ ਸਥਿਤੀ ਇਸ ਤਰੀਕੇ ਦੀ ਬਾਈਬਲ ਕਲਾਂ ਦੇ ਵਿੱਚ ਸੀ ਕਿ ਇੱਟਾਂ ਪੱਥਰ ਮਾਰੇ ਜਾ ਰਹੇ ਸੀ, ਪੁਲਿਸ ਦੇ ਲੋਕ ਜ਼ਖਮੀ ਹੋ ਰਹੇ ਸੀ, ਕਿਸੇ ਨੇ ਆਰਡਰ ਨਹੀਂ ਦਿੱਤੇ ਗੋਲੀ ਦੇ ਬਾਈਬਲ ਕਲਾਂ ਦੇ ਵਿੱਚ, ਤੇ ਉੱਥੇ ਜੋ ਘਟਨਾਕ੍ਰਮ ਵਾਪਰਿਆ ਉਹ ਪੂਰਾ ਖੁਦ ਨੂੰ ਪ੍ਰੋਟੈਕਟ ਕਰਨ ਦੇ ਲਈ ਉਹ ਗੋਲੀ ਚੱਲੀ ਆ ਉੱਥੇ। ਦੇਖੋ ਗੌਰਵ ਜੀ, ਜਿਹੜਾ ਬਾਈਬਲ ਕਲਾਂ ਦੇ ਵਿੱਚ ਕਾਂਡ ਹੋਇਆ, ਜਿਹੜੇ ਉੱਥੇ ਦੇ ਚਸ਼ਮਦੀਦ ਆ ਉਹੀ ਵਧੀਆ ਦੱਸ ਸਕਦੇ ਆ ਜੀ। ਉਸ ਵੇਲੇ ਮੌਕੇ ਤੇ ਜਾਂ ਤਾਂ ਜਿਹੜੇ 2 ਸਿੰਘ ਸ਼ਹੀਦ ਹੋਏ ਆ ਜਾਂ ਜਿਹੜੇ ਜ਼ਖਮੀ ਹੋਏ ਆ। ਜਿਸ ਤਰ੍ਹਾਂ ਚਰਨਜੀਤ ਸਿੰਘ ਸ਼ਰਮਾ ਜੀ ਦੱਸ ਰਹੇ ਮੌਕੇ ਦੇ ਐਸਐਸਪੀ ਆ, ਇਹ ਉਸ ਜਗ੍ਹਾ ਤੇ ਮੌਜੂਦ ਸਨ, ਉੱਥੇ ਕੀ ਘਟਨਾ ਹੋਈ ਕੀ ਨਹੀਂ ਹੋਈ ਹੈ, ਹਨਾ। ਪਰ ਜਿਸ ਤਰ੍ਹਾਂ ਚਰਨਜੀਤ ਸਿੰਘ ਸ਼ਰਮਾ ਪਹਿਲਾਂ ਜਦੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਏ ਆ 1 ਜੂਨ ਨੂੰ, ਉੱਥੋਂ ਲੈ ਕੇ ਜਦੋਂ ਤੱਕ ਗੁਰੂ ਸਾਹਿਬ ਦੇ ਸਰੂਪ ਅਸੀਂ ਲੱਭਦੇ ਰਹੇ, ਰੋਡਾਂ ਦੇ ਉੱਤੇ ਮਤਲਬ ਰੋਡ ਬਲੌਕ ਕੀਤੇ, ਫਰੀਦਕੋਟ ਬਲੌਕ ਕੀਤਾ, ਉਦੋਂ ਇਹ ਬੜੇ ਤਨਦੇਹੀ ਨਾਲ ਸਾਡੇ ਨਾਲ ਸਿਖਰ ਦੁਪਹਿਰ ਦੇ ਵਿੱਚ ਵੀ ਜਿੱਥੇ ਅਸੀਂ ਲੱਗੇ ਰਹਿੰਦੇ ਸੀ ਉੱਥੇ ਚਰਨਜੀਤ ਸ਼ਰਮਾ ਵੀ ਲੱਗੇ ਰਹਿੰਦੇ ਸੀਗੇ ਆਪਣੀ ਪੂਰੀ ਪੁਲਿਸ ਫੋਰਸ ਦੇ ਨਾਲ ਕਿ ਗੁਰੂ ਸਾਹਿਬ ਦੇ ਸਰੂਪ ਜਿਹੜੇ ਆ ਉਹ ਲੱਭੇ ਜਾਣ। ਇਹਨਾਂ ਨੇ ਉਸ ਵੇਲੇ ਛੱਪੜਾਂ ਦੇ ਛੱਪੜ ਜਿਹੜੇ ਸੀਗੇ ਨੇੜੇ ਨੇੜੇ ਉਹਨਾਂ ਨੂੰ ਵੀ ਫਰੋਲਿਆ, ਹੋਰ ਵੀ ਬਹੁਤ ਥਾਵਾਂ ਜਿਹੜੀਆਂ ਸੀ ਫਰੋਲੀਆਂ ਸੀ। ਜਿਹੜਾ ਇਹਨਾਂ ਨੇ ਕੰਮ ਕੀਤਾ ਉਸ ਗੱਲ ਨੂੰ ਅਸੀਂ ਐਪਰੀਸ਼ੀਏਟ ਕਰਨਾ ਚਾਹੁੰਦੇ ਹਾਂ। ਪਰ ਜਿਹੜੀ ਬਾਈਬਲ ਕਲਾਂ ਦੇ ਵਿੱਚ ਗੱਲ ਹੋਈ ਆ ਕਿ ਸ਼ਾਂਤਮਈ ਬੈਠੇ ਸਿੱਖਾਂ ਦੇ ਉੱਤੇ ਜਿਸ ਤਰ੍ਹਾਂ ਗੋਲੀ ਚਲਾਈ ਗਈ ਆ, ਇਹ ਤਾਂ ਉੱਥੇ ਦੇ ਚਸ਼ਮਦੀਦ ਦੱਸ ਸਕਦੇ ਨੇ ਕਿ ਉਹ ਚਰਨਜੀਤ ਸਿੰਘ ਸ਼ਰਮਾ ਨੇ ਚਲਾਈ ਆ, ਉਹਨਾਂ ਦੇ ਸਾਥੀਆਂ ਨੇ ਚਲਾਈ ਆ। ਇਹ ਚਰਨਜੀਤ ਸ਼ਰਮਾ ਦਾ ਹੁਕਮ ਸੀਗਾ ਜਾਂ ਆਈਜੀ ਦਾ ਹੁਕਮ ਸੀ, ਡੀਜੀਪੀ ਦਾ ਹੁਕਮ ਸੀ, ਮੁੱਖ ਮੰਤਰੀ ਦਾ ਹੁਕਮ ਸੀ, ਕਿਹਦਾ ਹੁਕਮ ਸੀ ਤੇ ਕਿਹਨੇ ਗੋਲੀ ਚਲਾਈ ਆ? ਇਹ ਤਾਂ ਇਹੀ ਜਿਹੜੇ ਉੱਥੇ ਸੰਗਤ ਬੈਠੀ ਉਹ ਚਸ਼ਮਦੀਦ ਦੱਸ ਸਕਦੇ। ਅਸੀਂ ਤਾਂ ਇਹੀ ਕਹਿ ਸਕਦੇ ਕਿ ਜਿਹੜਾ ਇਹ ਐਪੀਸੋਡ ਹੋਇਆ ਜਿਹਦੇ ਨਾਲ ਇੱਕ ਤਾਂ ਅਸੀਂ ਬੇਅਦਬੀ ਦਾ ਦੁੱਖ ਝੱਲ ਰਹੇ ਸੀਗੇ, ਉਹਦਾ ਇਨਸਾਫ ਮੰਗ ਰਹੇ ਸੀ ਸ਼ਾਂਤਮਈ ਤਰੀਕਾ, ਦੂਜਾ ਸਾਡੇ ਤੇ ਗੋਲੀਆਂ ਮਾਰੀਆਂ ਗਈਆਂ, ਸ਼ਹੀਦ ਕਰ ਦਿੱਤਾ ਸਾਡੇ 2 ਸਿੰਘਾਂ ਨੂੰ ਤੇ ਇੱਕ ਜ਼ਖਮੀ ਕਰ ਦਿੱਤੇ। ਕੋਟਕਪੂਰਾ 'ਚ ਵੀ ਬੜੇ ਸ਼ਾਂਤਮਈ ਤਰੀਕੇ ਨਾਲ ਬੈਠੇ ਅਸੀਂ, ਜਿਹੜਾ ਸੀਗਾ ਗੁਰਬਾਣੀ ਦਾ ਜਾਪ ਹੋ ਰਿਹਾ ਸੀ, ਤੇ ਜਦੋਂ ਸਾਡੇ ਤੇ ਗੰਦੇ ਪਾਣੀ ਦੀਆਂ ਵਿਛਾੜਾਂ ਮਾਰਤੀਆਂ, ਲਾਠੀਆਂ ਮਾਰਤੀਆਂ। ਹੁਣ ਵੀ ਤਾਂ ਕਿੰਨੀ ਜਗ੍ਹਾ ਤੇ ਧਰਨੇ ਮੁਜ਼ਾਹਰੇ ਹੋ ਰਹੇ ਆ, ਕਿਸਾਨ ਬੈਠੇ ਆ, ਰੋਡ ਬਲੌਕ ਆ, ਰੇਲਾਂ ਬਲੌਕ ਆ। ਉੱਥੇ ਇਹੋ ਜਿਹਾ ਕੀ ਹੜ੍ਹ ਆ ਗਿਆ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹੁਕਮ ਦੇਣਾ ਪੈ ਗਿਆ ਕਿ ਕੋਟਕਪੂਰਾ ਚੌਂਕ ਖਾਲੀ ਕਰਾਓ, ਸਮੇਤ ਸੈਣੀ ਨੂੰ ਹੁਕਮ ਦੇਣਾ ਪੈ ਗਿਆ ਵੀ ਕੋਟਕਪੂਰਾ ਚੌਂਕ ਖਾਲੀ ਕਰਾਓ, ਨਾਲੇ ਕਿ ਆਸੇ ਪਾਸੇ ਦੀ ਸੰਗਤਾਂ ਹੋਰ ਬੜੇ ਰਸਤੇ ਸੀ ਰਾਹੀਆਂ ਸਾਂਝੀਆਂ ਵਾਸਤੇ ਲੰਘ ਸਕਦੇ। 2 ਦਿਨਾਂ ਦੇ ਵਿੱਚ ਪੁਆਇੰਟ ਹੈ। ਮੈਂ ਇੱਕ ਰਿਐਕਸ਼ਨ ਲੈਣ ਦੀ ਕੋਸ਼ਿਸ਼ ਕਰਦਾ ਕਿਉਂਕਿ ਬਹੁਤ ਦੇਰ ਤੋਂ ਚਰਨਜੀਤ ਸ਼ਰਮਾ ਜੀ ਸਾਡੇ ਨਾਲ ਜੁੜੇ ਹੋਏ ਨੇ, ਬਹੁਤ ਤਫਸੀਲ ਨਾਲ ਉਹਨਾਂ ਨੇ ਗੱਲ ਕੀਤੀ ਹੈ। ਸ਼ਰਮਾ ਜੀ, ਉਮੀਦ ਹੈ ਮੇਰੀ ਆਵਾਜ਼ ਪਹੁੰਚ ਰਹੀ ਹੋਏਗੀ। ਦੇਖੋ, ਇਹ ਵੀ ਸਵਾਲ ਹੈ, ਸਿੱਖ ਸੰਗਤ ਲਗਾਤਾਰ ਸਵਾਲ ਪੁੱਛਦੀ ਹੈ ਕਿ ਜੇ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਫਿਰ ਪੁਲਿਸ ਨੂੰ ਇੰਨੀ ਕੀ ਕਾਹਲ ਆ ਗਈ ਸੀ ਉੱਥੇ ਕਿ ਕੋਟਕਪੂਰਾ ਜਾਂ ਬਾਈਬਲ ਕਲਾਂ ਦੇ ਵਿੱਚ ਤੁਸੀਂ ਉੱਥੇ ਉਹ ਧਰਨਾ ਚੁਕਵਾਉਣ ਪਹੁੰਚ ਗਏ ਜਾਂ ਖਾਲੀ ਕਰਵਾਉਣ ਪਹੁੰਚ ਗਏ? ਜਦੋਂ ਅਸੀਂ ਉਹ ਬਾਈਬਲ ਕਲਾਂ ਜਿਹੜਾ ਨਾ ਜੀ, ਉਹ ਬਰਗਾੜੀ ਦੇ ਵਿਚਕਾਰ ਪੈਂਦਾ ਹੈਗਾ, ਬਰਗਾੜੀ ਤੋਂ 1 ਕਿਲੋਮੀਟਰ ਪਹਿਲਾਂ। ਸਾਨੂੰ ਇਹ ਸੀਗਾ ਵੀ ਉਸ ਜਗ੍ਹਾ ਦੇ ਉੱਤੇ ਜਾਣਾ ਹੈ। ਅਸੀਂ ਉਹਨਾਂ ਨੂੰ ਸਮਝਾਇਆ ਵੀ ਸਾਡੀਆਂ ਗੱਡੀਆਂ ਲੰਘ ਦੋ, ਕੋਰਸ ਲੰਘ ਲੈਣ ਦੋ, ਉਸ ਜਗ੍ਹਾ ਤੇ ਪਹੁੰਚ ਜਾਈਏ। ਪਰ ਇਸ ਲੰਘਣ ਦੀ ਬਜਾਏ ਉਹ ਜਿਹੜੇ ਸੀ ਝਗੜੇ ਤੇ ਉੱਤੇ ਉਤਾਰੂ ਸੀ, ਕਿਉਂਕਿ ਜਿਹੜੇ ਕੋਟਕਪੂਰੇ ਤੋਂ ਬੰਦੇ ਗਏ ਸੀ ਉਹ ਵਿੱਚ ਉਹਦੇ ਸ਼ਾਮਲ ਹੋ ਗਏ ਸੀ ਐਂਟੀ ਸੋਸ਼ਲ ਐਲੀਮੈਂਟਸ, ਤੇ ਉਹਨਾਂ ਨੇ ਇਸ ਨੂੰ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਕੀਤਾ ਵੀ ਜਿਹੜਾ ਉੱਥੇ ਝਗੜਾ ਖਤਮ ਹੋਣ ਦੀ ਬਜਾਏ ਉਹ ਵੱਧ ਗਿਆ। ਪਹਿਲ ਉਹਨਾਂ ਨੇ ਕੀਤੀ ਗਈ, ਸਾਡੇ ਵੱਲੋਂ ਨਾ ਕਿਸੇ ਨੂੰ ਪਹਿਲ ਕੀਤੀ ਗਈ, ਅਸੀਂ ਤਾਂ ਸਿਰਫ ਰਸਤਾ ਮੰਗਦੇ ਸੀ। ਮੇਰਾ ਤਾਂ ਕੰਮ ਸੀਗਾ ਵੀ ਮੈਂ ਆਪਣੀ ਫੋਰਸ ਨਾਲ ਜਾ ਕੇ ਬਰਗਾੜੀ ਚੌਂਕੀ ਦੇ ਵਿੱਚ ਦੇਖ ਲਾਂ ਵੀ ਉਹਨਾਂ ਦਾ ਨੁਕਸਾਨ ਨਾ ਮੁੰਡਿਆਂ ਦਾ ਕੋਈ ਹੋ ਜੇ।
ਸ਼ਰਮਾ ਜੀ, ਤੁਹਾਨੂੰ ਨਹੀਂ ਲੱਗਦਾ ਕਿ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ? ਜਦੋਂ ਤੁਸੀਂ ਮੌਕੇ ਦੇ ਉੱਤੇ ਸੀ, ਵੱਡੇ ਆਫੀਸਰ ਸੀ, ਤਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਟਾਰਗੇਟ ਕੀਤਾ ਜਾ ਰਿਹਾ, ਪਰ ਜ਼ਿੰਮੇਵਾਰੀ ਕਿਸ ਦੀ ਜ਼ਿੰਮੇਵਾਰੀ ਹੋਏਗੀ ਨਾ? ਫਿਰ ਉੱਥੇ ਜੋ ਮੌਜੂਦ ਸੀ ਉਸ ਦੀ ਜ਼ਿੰਮੇਵਾਰੀ ਸੀ ਕਿ ਨਹੀਂ? ਮੇਰੀ ਇਸ ਦੇ ਵਿੱਚ ਇੱਕ ਨਵਾਂ ਪੈਸਾ ਜ਼ਿੰਮੇਵਾਰੀ ਸੀ ਜੀ। ਇੱਕ ਨਵਾਂ ਪੈਸਾ ਵੀ ਜ਼ਿੰਮੇਵਾਰੀ ਨਹੀਂ ਮੇਰੀ ਇਸ ਦੇ ਵਿੱਚ। ਨਾ ਮੇਰੀ ਫੋਰਸ ਹੈ, ਨਾ ਮੈਂ ਉਹਦੇ ਗੋਲੀ ਦੇ, ਨਾ ਮੈਨੂੰ ਕਿਸੇ ਨੇ ਕਿਹਾ ਗੋਲੀ ਨਾਲ ਕਿਹਨੇ ਚਲਾਈ ਹੈ। ਇਹ ਇਨਵੈਸਟੀਗੇਸ਼ਨ ਅਫਸਰ ਨੇ ਡਿਸਾਈਡ ਕਰਨਾ ਹੈ ਵੀ ਉਹਨੇ ਕੀ ਕੀਤਾ ਹੈਗਾ ਡਿਸਾਈਡ। ਨਾ ਸਾਡੇ ਕਿਸੇ ਸਾਰਿਆਂ ਦੇ ਇਹਨਾਂ ਨੇ ਹਥਿਆਰ ਚੈੱਕ ਕਰ ਲਏ, ਸਾਰਿਆਂ ਦੀਆਂ ਮੇਰੇ ਗਨਮੈਨਾਂ ਜੋ ਟੋਟਲ ਦੀਆਂ ਜਿਹੜੀਆਂ ਵੈਪਨ ਸੀਗੇ ਸਾਰੇ 2 ਜਗ੍ਹਾ ਤੋਂ 3 ਵਾਰੀ ਚੈੱਕ ਹੋ ਚੁੱਕੇ ਜੀ। 3 ਵਾਰੀ ਆ ਗਏ ਫੋਰੈਂਸਿਕ ਸਾਇੰਸ ਲੈਬੋਰਟਰੀ ਦੇ ਵਿੱਚੋਂ, 3 ਵਾਰੀ ਹੋ ਕੇ ਆ ਗਿਆ। ਮੈਨੂੰ ਦੱਸੋ ਵੀ ਫਿਰ ਜੇ ਉਹ ਟੈਕਨੀਕਲ ਵੀ ਹੋ ਗਿਆ ਤੇ ਹੁਣ ਫਿਰ ਮੈਂ ਕਿੱਥੋਂ ਗੁਨਾਹਗਾਰ ਹੋ ਗਿਆ? ਚਲੋ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਤਫਸੀਲ ਦੇ ਨਾਲ ਗੱਲਬਾਤ ਕਰਨ ਦੇ ਲਈ। ਉਮੀਦ ਹੈ ਕਿ ਜਿਹੜਾ ਤੁਸੀਂ ਆਪਣਾ ਪੱਖ ਰੱਖ ਰਹੇ ਹੋ ਪੰਜਾਬ ਦੇ ਲੋਕਾਂ ਤੱਕ ਪਹੁੰਚੇ। ਦਰਅਸਲ ਇਸ ਸਮੇਂ ਲੋਕਾਂ ਤੱਕ ਸੱਚ ਪਹੁੰਚਣਾ ਬਹੁਤ ਜ਼ਰੂਰੀ ਹੈ ਕਿ ਆਖਿਰ ਉੱਥੇ ਹੋਇਆ ਕੀ। 12 ਤਰੀਕ ਨੂੰ ਬੇਅਦਬੀ ਦੀ ਘਟਨਾ ਵਾਪਰਦੀ ਹੈ, 12 ਅਕਤੂਬਰ 2015 ਨੂੰ। ਉਸ ਤੋਂ ਬਾਅਦ 13 ਦੀ ਰਾਤ ਨੂੰ ਜਿਹੜਾ ਇਹ ਪੂਰਾ ਘਟਨਾ ਵਾਪਰਦਾ ਹੈ, ਜਾਂ 14 ਦੀ ਸਵੇਰ ਨੂੰ ਕੋਟਕਪੁਰਾ ਚੌਂਕ ਦੇ ਵਿੱਚ, ਤੇ ਉਸ ਤੋਂ ਬਾਅਦ 14 ਸਵੇਰੇ 14 ਅਕਤੂਬਰ 2015 ਨੂੰ ਕਰੀਬ 10 ਤੋਂ 11 ਵਜੇ ਦੇ ਵਿੱਚ ਬਹਿਬਲ ਕਲਾਂ 'ਚ ਪੂਰਾ ਘਟਨਾਕ੍ਰਮ ਵਾਪਰਦਾ ਹੈ, ਜਿੱਥੇ ਚਰਨਜੀਤ ਸ਼ਰਮਾ ਮੌਜੂਦ ਸਨ ਤੇ ਜਿੱਥੇ ਇਹ ਪੂਰਾ ਘਟਨਾਕ੍ਰਮ ਵਾਪਰਿਆ ਤੇ 2 ਜਿਹੜੇ ਉੱਥੇ ਪ੍ਰਦਰਸ਼ਨਕਾਰੀ ਸਿੱਖ ਸੀਗੇ ਉਹਨਾਂ ਦੀ ਮੌਤ ਹੋਈ ਸੀ। ਦਾਦੂਵਾਲ ਜੀ, ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ ਟੀਵੀ ਦੇ ਉੱਤੇ ਬੇਬਾਕੀ ਦੇ ਨਾਲ ਪਹਿਲੀ ਵਾਰ ਚਰਨਜੀਤ ਸ਼ਰਮਾ ਬੋਲੇ ਨੇ। ਬੇਬਾਕੀ ਦੇ ਨਾਲ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਮੈਨੂੰ ਵਿਲਨ ਬਣਾਇਆ ਗਿਆ, ਪਿਛਲੇ 6 ਸਾਲਾਂ ਦੇ ਵਿੱਚ ਮੇਰੇ ਖਿਲਾਫ ਹੀ ਸਭ ਟਿੱਪਣੀਆਂ ਕੀਤੀਆਂ ਗਈਆਂ। ਤੇ ਉਹ ਅੱਜ ਸਵਾਲ ਪੁੱਛ ਰਹੇ ਨੇ ਕਿ ਸਾਰੇ ਅਫਸਰਾਂ ਨੂੰ ਉੱਥੇ ਕਿਉਂ ਕਲੀਨ ਚਿੱਟ ਦੇ ਦਿੱਤੀ ਗਈ, ਕਿਉਂ ਮੌਕੇ ਦੇ ਅਫਸਰਾਂ ਨੂੰ ਨਹੀਂ ਸਵਾਲ ਹੁੰਦੇ। ਚਰਨਜੀਤ ਸ਼ਰਮਾ ਇਹ ਵੀ ਕਹਿ ਰਹੇ ਨੇ ਕਿ ਜੇਕਰ ਅਸੀਂ ਸਵਾਲ ਕਰ ਰਹੇ ਹਾਂ ਤਾਂ ਫਿਰ ਫਰੀਦਕੋਟ ਦੇ ਐਸਐਸਪੀ ਨੂੰ ਕਿਉਂ ਨਹੀਂ ਸਵਾਲ ਹੁੰਦੇ। ਇਹ ਕਾਬਿਲੇ ਗੌਰ ਹੈ ਕਿ ਮੋਗਾ ਦੇ ਐਸਐਸਪੀ ਸਨ ਜਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ ਚਰਨਜੀਤ ਸ਼ਰਮਾ, ਤਾਂ ਮੋਗਾ ਦੇ ਐਸਐਸਪੀ ਨੂੰ ਬਹਿਬਲ ਕਲਾਂ ਵਾਲੇ ਪਾਸੇ ਭੇਜਿਆ ਗਿਆ ਸੀ ਜਿਹੜੇ ਉੱਥੇ ਅਧਿਕਾਰੀ ਸਨ। ਤਾਂ ਜਿਹੜੇ ਅਹਿਮ ਗੱਲਾਂ ਉਹਨਾਂ ਦੀਆਂ ਨਿਊਜ਼ 18 ਪੰਜਾਬ ਦੇ ਨਾਲ ਕੀਤੀਆਂ ਨੇ। ਪੁਆਇੰਟ ਨੰਬਰ 1, ਉਹ ਕਹਿ ਰਹੇ ਨੇ ਕਿ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੱਤਾ, ਕਿਸੇ ਨੇ ਗੋਲੀ ਚਲਾਉਣ ਦਾ ਹੁਕਮ ਨਹੀਂ ਦਿੱਤਾ। ਨੰਬਰ 2, ਕਹਿੰਦੇ ਜਿਸ ਦਿਨ ਬਹਿਬਲ ਕਲਾਂ ਦਾ ਘਟਨਾਕ੍ਰਮ ਵਾਪਰਿਆ ਉਸ ਦਿਨ ਮੇਰੀ ਡੀਜੀਪੀ ਜਾਂ ਸਰਕਾਰ ਦੇ ਕਿਸੇ ਵੱਡੇ ਨੁਮਾਇੰਦੇ ਨਾਲ ਗੱਲਬਾਤ ਨਹੀਂ ਹੋਈ। ਇਸ ਦੇ ਨਾਲ ਹੀ ਉਹ ਇਹ ਵੀ ਕਹਿੰਦੇ ਨੇ ਕਿ ਜਦੋਂ ਬਤੌਰ ਐਸਐਸਪੀ ਫਰੀਦਕੋਟ ਦੇ ਸਨ, ਜੂਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਚੋਰੀ ਹੋਈ ਸੀ, ਤਾਂ ਉਸ ਸਮੇਂ ਉਹਨਾਂ ਦੇ ਵੱਲੋਂ ਖੂਬ ਕੋਸ਼ਿਸ਼ ਕੀਤੀ ਗਈ ਕਿ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕੇ, ਕੋਸ਼ਿਸ਼ ਕੀਤੀ ਗਈ, ਕਾਮਯਾਬ ਨਹੀਂ ਹੋ ਸਕੇ। ਉਸ ਤੋਂ ਬਾਅਦ ਉਹਨਾਂ ਦੀ ਟ੍ਰਾਂਸਫਰ ਮੋਗਾ ਕਰ ਦਿੱਤੀ ਗਈ ਸੀ। ਤਾਂ ਉਮੀਦ ਕਰਦੇ ਹਾਂ ਹੋਰ ਤੱਥ ਨਿਕਲ ਕੇ ਸਾਹਮਣੇ ਆਉਣ ਤੇ ਹੋਰ ਸੱਚ ਲੋਕਾਂ ਸਾਹਮਣੇ ਆਉਣ। ਅਸੀਂ ਰੁਕ ਕਰਦੇ ਹਾਂ ਇੱਕ ਵਾਰ ਫਿਰ ਤੋਂ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਐਸਆਈਟੀ ਦੀ ਰਿਪੋਰਟ ਦਾ, ਜੋ ਬੇਅਦਬੀ ਮਾਮਲੇ 'ਚ ਸਭ ਤੋਂ ਪਹਿਲੀ ਐਸਆਈਟੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਦੇ ਵਿੱਚ ਬਣਾਈ ਗਈ ਸੀ। ਤਾਂ ਸਹੋਤਾ ਐਸਆਈਟੀ ਨੇ, ਹੁਣ ਮੈਂ ਗੱਲ ਕਰਾਂਗਾ ਕਿ ਸਹੋਤਾ ਐਸਆਈਟੀ ਨੇ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਿਉਂ ਕੀਤਾ। ਇਹ ਉਹ 2 ਨਾਮ ਨੇ, ਦੋਵੇਂ ਸਿੱਖ ਭਰਾਵਾਂ ਦੇ, ਜਿਨ੍ਹਾਂ ਨੂੰ ਲੈ ਕੇ ਬਹੁਤ ਸਵਾਲ ਉੱਠਦੇ ਨੇ ਕਿ ਦੇਖੋ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਐਸਆਈਟੀ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਮੈਂ ਤੁਹਾਨੂੰ ਦੱਸਾਂਗਾ ਕਿ ਐਸਆਈਟੀ ਨੇ ਕੀ ਟਿੱਪਣੀਆਂ ਕੀਤੀਆਂ ਨੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਗ੍ਰਿਫਤਾਰੀ ਕਿਉਂ ਕੀਤੀ ਗਈ ਇਹਨਾਂ ਦੋਵੇਂ ਭਰਾਵਾਂ ਦੀ। ਇੱਕ ਆਡੀਓ ਕਲਿੱਪ ਦੇ ਆਧਾਰ ਦੇ ਉੱਤੇ, ਇੱਕ ਸ਼ੱਕੀ ਆਡੀਓ ਕਲਿੱਪ ਦੇ ਆਧਾਰ ਤੇ ਗ੍ਰਿਫਤਾਰੀ ਹੋਈ ਸੀ। ਉਹ ਤੁਹਾਨੂੰ ਆਡੀਓ ਕਲਿੱਪ ਸੁਣਵਾਉਂਦੇ ਹਾਂ। ਦਵਾਈ ਦੂਈ ਲਈ ਹੈ ਕਿ ਨਹੀਂ? ਤੈਨੂੰ ਦਵਾਈ ਦਾ ਪਤਾ ਲੱਗਾ ਕਿਹੜੀ ਜਾਣੀ? ਦਵਾਈ ਨਹੀਂ, ਮੈਨੂੰ ਜ਼ਿਆਦਾ ਦੱਸ ਦੇ ਤੁਸੀਂ ਆ ਕੇ। ਨਹੀਂ, ਹੁਣ ਦਵਾਈ ਤੇਰੇ ਕੋਲ ਆ? ਹਾਂ, ਚੱਲ ਆਉਣਾ ਹੁਣ। ਮੇਰੀ ਗੱਲ ਸੁਣ, ਤੂੰ ਨਾ ਉਹ ਤੇਰੇ ਨਾਲ ਆਊਗਾ, ਆਉਣਾ ਆਊਗਾ ਆਪਣੇ ਘਰੇ ਤੇਰੇ ਕੋਲ। ਉਹ ਕੋਈ ਨਾ ਕੰਮ ਆ ਜ਼ਰੂਰੀ, ਤੇ ਨਾਲ ਕੋਈ ਬੰਦਾ ਆਊਗਾ, ਉਹਨਾਂ ਨੂੰ ਮਿਲਾਉਣਾ ਮੇਰੇ ਨਾਲ। ਤੇ ਕਿਵੇਂ ਕਰੀਏ? ਇਹ ਗੱਲਾਂ ਤੂੰ ਅਸੀਂ ਤੇਰਾ ਟੇਡਾ ਸਾਰਾ ਬੋਲਿਆ ਹੈ। ਨਹੀਂ ਮੋਟੀ ਗੱਲ ਗਾਂ ਦੀ ਗਾਂ ਨਿਕਲ ਜਾਂਦੀ ਹੈ। ਬੜਾ ਕੰਮ, ਬਹੁਤ ਜ਼ਿਆਦਾ ਕੰਮ ਜ਼ਰੂਰੀ ਹੈ। ਕੀ ਹੈ ਕੀ? ਮਹਾਰਾਜ ਦਾ ਸਮਾਨ ਪਿਆ ਉਹਨਾਂ ਕੋਲ। ਹਾਂਜੀ, ਜਿਹੜੇ ਮਤਲਬ ਕਿ ਪਾੜੇ ਹੈ ਕਿ ਜਿਹੜੇ ਬਾਕੀ? ਬਸ ਗਾਂ ਨੀ ਗੱਲ ਕਰੀ ਹੁੰਦੀ। ਤੇ ਹੁਣ ਜ਼ਿਆਦਾ ਆਏ ਹੋਏ ਉਹ ਮੈਂ ਇਹਨੂੰ ਬਹੁਤ ਰਣਜੀਤ ਨੂੰ ਵੀ ਭੇਜਿਆ, ਮੈਂ ਵੀ ਇਹਨਾਂ ਨੂੰ ਦੱਸ ਦੋ ਗੱਲ। ਉਹਨੇ ਉਹਨੂੰ ਨੀ ਦੱਸੀ, ਅਮਨੇ ਨੂੰ ਭੇਜਿਆ, ਉਹਨੂੰ ਨੀ ਦੱਸੀ। ਉਹ ਕਹਿੰਦੇ ਮੈਂ ਨਹੀਂ ਤੈਨੂੰ। ਬੰਦੇ ਕਿਵੇਂ ਉਹ? ਬੰਦੇ ਤਾਂ ਠੀਕ ਹੈ। ਜਾਂ ਤਾਂ ਟਿਕਾਣਾ ਬਦਲ ਮਾੜਾ ਇੱਕ ਵਾਰੀ, ਉਹਨਾਂ ਨੂੰ ਹੋਰ ਕਿਤੇ ਮਿਲਦਾ, ਬਾਅਦ ਚ ਹੋਰ ਕਿਤੇ ਇੱਥੇ ਆ ਜੀ ਦੁਬਾਰਾ। ਕੀ ਕਰੀਏ? ਨਹੀਂ ਉਹ ਹੋਰ ਕਿਵੇਂ ਟਿਕਾਣਾ ਬਦਲਦਾ ਮਾੜਾ? ਤੇ ਫਿਰ ਲੋਕਾਂ ਨੂੰ ਪਤਾ ਲੱਗੂਗਾ, ਦੁਪਹਿਰੇ ਜਦੋਂ ਨਿਕਲੂਗਾ। ਗੱਡੀ ਗੁੱਡੀ ਹੈ ਨਹੀਂ ਕੋਈ?
ਕੱਦੂ ਕੁਝ ਲੱਗ ਹੀ ਜਾਣਾ ਪਤਾ। ਤੇ 2015 ਦੇ ਵਿੱਚ ਪੁਲਿਸ ਦੇ ਹੱਥ ਲੱਗੀ ਸੀ ਇਹ ਪੂਰੀ ਆਡੀਓ ਕਲਿੱਪ ਜਿਸ ਦੇ ਆਧਾਰ ਦੇ ਉੱਤੇ ਗ੍ਰਿਫਤਾਰੀ ਹੋਈ। ਮੈਂ ਰੁਪਿੰਦਰ ਦਾ ਰੁਕ ਕਰਦਾ, ਸਾਡੇ ਸਹਿਯੋਗੀ ਲਗਾਤਾਰ ਸਾਡੇ ਨਾਲ ਨੇ। ਨੁਪਿੰਦਰ, ਇਸ ਆਡੀਓ ਕਲਿੱਪ ਦੇ ਵਿੱਚ ਕੀ ਤੱਥ ਸਾਡੇ ਦਰਸ਼ਕਾਂ ਨੇ ਸੁਣੀ ਹੈ ਤੇ ਗ੍ਰਿਫਤਾਰੀ ਕਿਉਂ ਹੋਈ, ਤੇ ਇਸ ਜਾਂਚ ਰਿਪੋਰਟ ਦੇ ਵਿੱਚ ਰੁਪਿੰਦਰ ਤੇ ਜਸਵਿੰਦਰ ਨੂੰ ਲੈ ਕੇ ਅੱਗੇ ਕੀ ਕਾਰਵਾਈ ਕੀਤੀ ਗਈ? ਗੁਰ ਬਿਲਕੁਲ ਅਸੀਂ ਵਾਪਸ ਉਸੇ ਗੱਲ ਤੇ ਆਉਣੇ ਆ, ਕਿਉਂਕਿ ਗੱਲ ਅਸੀਂ ਕਰ ਰਹੇ ਸੀ ਇਕਬਾਲਪ੍ਰੀਤ ਸਿੰਘ ਸੋਤਾ ਦੀ, ਯਾਨੀ ਪਹਿਲੀ ਸਿੱਟ ਦੀ ਰਿਪੋਰਟ ਦੀ। ਕਿਹੜੀ ਪਹਿਲੀ ਸਿੱਟ? ਜਿਹੜੀ ਬੇਅਦਬੀ ਮਾਮਲੇ ਦੇ ਵਿੱਚ ਬਣੀ 128 ਨੰਬਰ FIR। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਹੈ ਜਿਹੜੇ ਉਹ ਖਿਲਰੇ ਮਿਲੇ, ਉਹਦੇ ਬਾਰੇ 128 ਨੰਬਰ FIR ਦਰਜ ਹੋਈ ਸੀ। ਉਹਨੂੰ ਲੈ ਕੇ ਜਿਹੜੀ ਸਿੱਟ ਬਣਾਈ ਗਈ ਸੀ, ਇਕਬਾਲਪ੍ਰੀਤ ਸਿੰਘ ਸੋਤਾ ਉਸ ਵੇਲੇ ADGP ਹੋਇਆ ਕਰਦੇ ਸੀ, ਡਾਇਰੈਕਟਰ ਇਨਵੈਸਟੀਗੇਸ਼ਨ ਬਿਊਰੋ ਸੀਗੇ, ਉਹਨਾਂ ਨੂੰ ਜਿਹੜਾ ਹੈਗਾ ਸਿੱਟ ਦਾ ਮੁਖੀ ਲਾਇਆ ਗਿਆ, ਤੇ ਨਾਲ ਦੋ ਅਫਸਰ ਅਮਰ ਸਿੰਘ ਚਹਿਲ DIG ਫਿਰੋਜ਼ਪੁਰ ਤੇ ਰਣਬੀਰ ਸਿੰਘ ਖੱਟਰਾ DIG ਬਠਿੰਡਾ। ਇਹ ਸਿੱਟ ਜਿਹੜੀ ਜਾਂਚ ਕਰ ਰਹੀ ਸੀ। ਅਸਲ ਦੇ ਵਿੱਚ ਕੀ ਹੋਇਆ ਕਿ ਇੱਕ ਆਡੀਓ ਕਲਿੱਪ ਸਾਹਮਣੇ ਜਿਹੜੀ ਅਸੀਂ ਹੁਣੇ ਸੁਣਾਈ, ਇਹ ਆਡੀਓ ਸਾਹਮਣੇ ਆਈ ਸੀ ਕਿਉਂਕਿ ਪੁਲਿਸ ਉਸ ਵੇਲੇ ਲਗਾਤਾਰ ਦੇਖੋ ਜਿਸ ਦਿਨ ਗੁਰੂ ਸਾਹਿਬ ਦੇ ਅੰਗ ਉੱਥੇ ਮਿਲਦੇ ਨੇ, ਉਦੋਂ ਇੱਕ ਪ੍ਰਦਰਸ਼ਨ ਹੁੰਦਾ ਹੈ ਉੱਥੇ ਜਿਹੜੇ ਅੰਗਾਂ ਨੂੰ ਲੈ ਕੇ, ਬਾਅਦ ਵਿੱਚ ਕੋਟਕਪੂਰਾ ਚੌਂਕ ਦੇ ਵਿੱਚ ਲਿਆ ਕੇ ਪਾਲਕੀ ਸਾਹਿਬ ਦੇ ਵਿੱਚ ਜਿਹੜੇ ਬੇਅਦਬੀ ਕੀਤੀ ਹੋਈ ਜਿਹੜੇ ਗੁਰੂ ਸਾਹਿਬ ਦੇ ਖੰਡਿਤ ਅੰਗ ਸੀ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਤੇ ਉੱਥੇ ਧਰਨਾ ਜਿਹੜਾ ਹੈਗਾ ਲੱਗ ਜਾਂਦਾ। ਉੱਥੇ ਪੁਲਿਸ ਆਉਂਦੀ ਹੈ, ਪੁਲਿਸ ਜਿਹੜਾ ਉੱਥੇ ਜਥੇਬੰਦੀਆਂ ਨਾਲ ਗੱਲਬਾਤ ਕਰਦੀ ਹੈ। ਉਸ ਗੱਲਬਾਤ ਦੇ ਦੌਰਾਨ ਇੱਕ ਐਸਾ ਮਾਹੌਲ ਪੈਦਾ ਹੁੰਦਾ ਹੈ ਕਿ ਉੱਥੇ ਚਾਹੇ ਤੁਸੀਂ ਹਫੜਾ ਦਫੜੀ ਲਾ ਲਓ, ਚਾਹੇ ਦੋਨਾਂ ਧਿਰਾਂ ਦੇ ਵਿੱਚ ਸਹਿਮਤੀ ਨਹੀਂ ਬਣੀ, ਤੇ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜਿਹੜੇ ਨੇ, ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਹੈ, ਇਸ ਜਾਂਚ ਦੇ ਮੁਤਾਬਕ ਜਾਂ ਜਿਹੜਾ ਰਿਪੋਰਟ ਦੇ ਵਿੱਚ ਦਾਅਵਾ ਹੈ ਕਿ ਉਦੋਂ ਉੱਥੋਂ ਅੰਗ ਸਮੇਤ ਰੁਪਿੰਦਰ ਤੇ ਜਸਵਿੰਦਰ ਭਰਾ ਜਿਹੜੇ ਨੇ ਤੇ ਬਾਕੀ ਜਿਹੜੇ ਲੋਕ ਨੇ ਉਹ ਗਾਇਬ ਹੋ ਜਾਂਦੇ ਨੇ। ਤਾਂ ਪੁਲਿਸ ਟਰੈਪ ਲਾਉਂਦੀ ਆ। ਉਸ ਟਰੈਪ ਦੇ ਦੌਰਾਨ ਇੱਕ ਆਡੀਓ ਕਲਿੱਪ ਸਾਹਮਣੇ ਆਉਂਦੀ ਹੈ ਜਿਹੜੀ ਹੁਣੇ ਸੁਣਾਈ। ਇਸ ਆਡੀਓ ਕਲਿੱਪ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਰੁਪਿੰਦਰ ਤੇ ਜਸਵਿੰਦਰ ਨੂੰ। ਪਰ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਗ੍ਰਿਫਤਾਰੀ ਦੇ ਦੌਰਾਨ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਦਾਅਵਾ, ਸਿੱਟ ਦੀ ਰਿਪੋਰਟ ਦਾ ਦਾਅਵਾ ਕਿ ਜਿਹੜੇ ਅੰਗ ਸੀ ਗੁਰੂ ਸਾਹਿਬ ਦੇ ਉਹਨਾਂ ਭਰਾਵਾਂ ਤੋਂ ਬਰਾਮਦ ਹੋਏ। ਪਰ ਉਸ ਤੋਂ ਬਾਅਦ ਕੀ ਹੋਇਆ, ਅਸਲ ਦੇ ਵਿੱਚ ਪੁੱਛਗਿੱਛ ਦੌਰਾਨ ਰੁਪਿੰਦਰ ਤੇ ਜਸਵਿੰਦਰ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਬੇਅਦਬੀ ਨਹੀਂ ਉਹਨਾਂ ਨੇ ਕੀਤੀ। ਇਹ ਗੱਲ ਕਲੀਅਰ ਹੈ ਕਿ ਉਹਨਾਂ ਭਰਾਵਾਂ ਨੇ ਬੇਅਦਬੀ ਨਹੀਂ ਕੀਤੀ। ਰਿਪੋਰਟ ਕਹਿੰਦੀ ਆ ਉਹਨਾਂ ਭਰਾਵਾਂ ਨੇ ਜਦੋਂ ਚੌਂਕ ਦੇ ਵਿੱਚ ਜਦੋਂ ਪੁਲਿਸ ਆ ਜਾਂਦੀ ਹੈ ਤਾਂ ਉਹਨਾਂ ਨੂੰ ਇਹ ਲੱਗਿਆ ਕਿ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਨਾ ਹੋ ਜਾਏ, ਪੁਲਿਸ ਕੋਲ ਨਾ ਚਲੇ ਜਾਣ, ਤਾਂ ਉਹ ਅੰਗ ਲੈ ਕੇ ਉੱਥੋਂ ਚਲੇ ਜਾਂਦੇ ਨੇ। ਔਰ ਜਿਹੜੀ ਆਡੀਓ ਕਨਵਰਸੇਸ਼ਨ ਹੈ, ਅਸਲ ਦੇ ਵਿੱਚ ਆਡੀਓ ਦੇ ਵਿੱਚ ਜਦੋਂ ਉਹਨਾਂ ਅੰਗਾਂ ਦੀ ਗੱਲ ਕਰ ਰਹੇ ਸੀ ਕਿ ਉਹ ਅੰਗ ਕਿੱਥੇ ਨੇ, ਉਹ ਅਸਲ ਦੇ ਵਿੱਚ ਗੱਲ ਕਰ ਰਹੇ ਸੀ ਜਦੋਂ ਚੌਂਕ ਦੇ ਵਿੱਚੋਂ ਲੈ ਕੇ ਗਏ। ਪਰ ਕਿਤੇ ਨਾ ਕਿਤੇ ਪੁਲਿਸ ਨੂੰ ਸ਼ੱਕ ਹੋਇਆ ਕਿ ਕਿਤੇ ਬੇਅਦਬੀ ਵਾਲੇ ਉਸ ਵੇਲੇ ਦੀ ਆਡੀਓ ਤਾਂ ਨਹੀਂ। ਉਹਨਾਂ ਨੂੰ ਅਰੈਸਟ ਕੀਤਾ ਜਾਂਦਾ। ਅਰੈਸਟ ਦੇ ਦੌਰਾਨ ਪੁਲਿਸ ਨੂੰ ਸੱਚ ਪਤਾ ਲੱਗਦਾ ਕਿ ਇਹਨਾਂ ਭਰਾਵਾਂ ਨੇ ਬੇਅਦਬੀ ਨਹੀਂ ਕੀਤੀ, ਦੋਨਾਂ ਦਾ ਬੇਅਦਬੀ ਦੇ ਵਿੱਚ ਕੋਈ ਦੋਸ਼ ਨਹੀਂ ਹੈ, ਤੇ ਇਸ ਕਰਕੇ ਉਹਨਾਂ ਤੋਂ ਅੰਗ ਜਿਹੜੇ ਬਰਾਮਦ ਕਰ ਲਏ ਜਾਂਦੇ ਨੇ। ਔਰ ਫਿਰ ਪੁਲਿਸ ਹੈ ਜਿਹੜੀ ਉਹ ਖੁਦ ਉਹਨਾਂ ਨੂੰ ਡਿਸਚਾਰਜ ਕਰਦੀ ਹੈ। ਪੁਲਿਸ ਜਿਹੜੀ ਹੈ ਉਹ ਇੱਕ ਰਿਪੋਰਟ ਤਿਆਰ ਕਰਦੀ ਹੈ। ਰਿਪੋਰਟ ਤਿਆਰ ਕਰਕੇ ਅਦਾਲਤ ਦੇ ਵਿੱਚ ਜਾਂਦੀ ਹੈ ਔਰ ਅਦਾਲਤ ਦੇ ਵਿੱਚ ਜਾ ਕੇ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਉਸ ਦੇ ਵਿੱਚ ਕੋਈ ਦੋਸ਼ ਨਹੀਂ ਹੈ, ਬੇਅਦਬੀ ਦੇ ਦੋਸ਼ੀ ਨਹੀਂ ਨੇ, ਇਸ ਕਰਕੇ ਇਹਨਾਂ ਨੂੰ ਡਿਸਚਾਰਜ ਕੀਤਾ ਜਾਵੇ। ਔਰ ਇਹਨਾਂ ਨੂੰ ਮਿਸ ਕਿਰਨ ਜਿਹੜੇ ਜੱਜ ਨੇ ਮਾਨਯੋਗ JMIC ਡਿਊਟੀ ਫਰੀਦਕੋਟ, ਉਹਨਾਂ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ ਉੱਥੋਂ ਇਹਨਾਂ ਨੂੰ ਡਿਸਚਾਰਜ ਕਰ ਦਿੱਤਾ ਜਾਂਦਾ ਦੋਨਾਂ ਭਰਾਵਾਂ ਨੂੰ, ਯਾਨੀ ਦੋਸ਼ ਨਹੀਂ ਪਾਇਆ ਜਾਂਦਾ। ਔਰ ਉਹੀ ਜਦੋਂ ਹੁਣ ਲਾਸਟ ਚਲਾਨ ਜਿਹੜਾ ਦਿੱਤਾ ਗਿਆ ਉਸ ਦੇ ਵਿੱਚ ਵੀ ਸਾਫ਼ ਤੌਰ ਤੇ ਲਿਖਿਆ ਗਿਆ, ਮੈਂ ਦੋ ਕੁ ਲਾਈਨਾਂ ਪੜ੍ਹ ਕੇ ਸੁਣਾਉਣਾ ਹੈ, ਮੋਟੀਆਂ ਦੱਸ ਦੇਣਾ ਕਿ ਰੁਪਿੰਦਰ ਤੇ ਜਸਵਿੰਦਰ ਦੋਨੋਂ ਭਰਾ ਜਿਹੜੇ ਪੰਜਗਰਾਈ ਖੁਰਦ ਦੇ ਰਹਿਣ ਵਾਲੇ ਨੇ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਸ਼ੱਕੀ ਆਡੀਓ ਦੇ ਆਧਾਰ ਤੇ। ਪਰ ਇਹਨਾਂ ਦੋਨਾਂ ਭਰਾਵਾਂ ਦੇ ਖਿਲਾਫ ਕੋਈ ਸਬੂਤ ਨਹੀਂ ਪਾਇਆ ਗਿਆ, ਇਹ ਬੇਅਦਬੀ ਦੋਸ਼ੀ ਨਹੀਂ ਪਾਏ ਗਏ, ਇਸ ਕਰਕੇ ਇਹਨਾਂ ਨੂੰ ਉਸ ਵੇਲੇ ਡਿਸਚਾਰਜ ਕੀਤਾ ਗਿਆ ਸੀ। ਨਵੀਂ ਸੈੱਟ ਵੱਲੋਂ ਵੀ ਤੇ CBI ਵੱਲੋਂ ਵੀ ਜਿਹੜੀ ਜਾਂਚ ਕੀਤੀ ਗਈ ਉਹਦੇ ਵਿੱਚ ਦੋਨੇ ਭਰਾ ਦੋਸ਼ੀ ਨਹੀਂ ਪਾਏ ਗਏ। ਇਸ ਲਈ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਇਸ ਮੁਕੱਦਮਾ ਵਿੱਚ ਬੇਗੁਨਾਹ ਪਾਇਆ ਜਾਂਦਾ ਹੈ, ਬੇਗੁਨਾਹ ਨੇ, ਤੇ ਉਹਨਾਂ ਦੇ ਖਿਲਾਫ ਕਾਰਵਾਈ ਬੰਦ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਆ। ਯਾਨੀ ਦੋਨੇ ਭਰਾ ਬੇਗੁਨਾਹ ਪਾਏ ਗਏ ਕਿਉਂਕਿ ਪੁਲਿਸ ਨੇ ਉਸ ਆਡੀਓ ਦੇ ਬਿਆਨ ਤੇ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਅਰੈਸਟ ਕੀਤਾ ਸੀ। ਜਦੋਂ ਅਰੈਸਟ ਕੀਤਾ ਤਾਂ ਉਹਨਾਂ ਦੇ ਕੋਲੋਂ ਅੰਗ ਵੀ ਬਰਾਮਦ ਹੋਏ, ਪਰ ਉਹ ਅੰਗ ਬੇਅਦਬੀ ਕਰਨ ਲਈ ਨਹੀਂ ਸੀ ਉਹਨਾਂ ਨੇ ਰੱਖੇ, ਉਹਨਾਂ ਨੇ ਤਾਂ ਉੱਥੋਂ ਚੌਂਕ ਦੇ ਵਿੱਚੋਂ ਲੈ ਗਏ ਸੀ। ਬਾਅਦ ਦੇ ਵਿੱਚ ਮਾਲ ਮੁਕੱਦਮਾ ਕਿਉਂਕਿ ਬਣ ਗਿਆ ਸੀ, ਉਹ ਪੁਲਿਸ ਨੂੰ ਦੇ ਦਿੱਤੇ। ਇਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਉਹ ਸ਼ੱਕੀ ਆਡੀਓ ਤੇ ਹੋਈ ਔਰ ਉਹਨਾਂ ਨੂੰ ਡਿਸਚਾਰਜ ਤਾਂ ਕੀਤਾ ਗਿਆ ਕਿਉਂਕਿ ਉਹਨਾਂ ਦਾ ਬੇਅਦਬੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਇਕਬਾਲਪ੍ਰੀਤ ਸਿੰਘ ਸੋਤਾ ਦੀ ਰਿਪੋਰਟ ਕਹਿੰਦੀ ਹੈ, ਯਾਨੀ ਇਕਬਾਲਪ੍ਰੀਤ ਸਿੰਘ ਸੋਤਾ ਨੇ
ਬੇਸ਼ੱਕ ਉਹਨਾਂ ਦੀ ਸਿੱਟ ਨੇ ਉਹਨਾਂ ਨੂੰ ਅਰੈਸਟ ਕੀਤਾ, ਪਰ ਉਹਨਾਂ ਨੂੰ ਬੇਦੋਸ਼ ਪਾਏ ਜਾਣ ਤੇ ਰਿਲੀਜ਼ ਵੀ ਕੀਤਾ। ਇਕਬਾਲਪ੍ਰੀਤ ਸਿੰਘ ਸੋਤਾ ਜਿਹੜੇ ਹੁਣ ਡੀਜੀਪੀ ਨੇ, ਉਹਨਾਂ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਬੇਸ਼ੱਕ ਸ਼ੱਕ ਦੇ ਬਿਆਨ ਤੇ, ਕਿਉਂਕਿ ਅਕਸਰ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ, ਪਰ ਜਦੋਂ ਦੋਸ਼ ਨਹੀਂ ਪਾਇਆ ਗਿਆ ਤਾਂ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ, ਮਤਲਬ ਦੋਸ਼ ਮੁਕਤ ਕਰ ਦਿੱਤਾ ਗਿਆ। ਗੌਰਵ, ਮੈਂ ਹੋਰ ਸੌਖੇ ਸ਼ਬਦਾਂ ਦੇ ਵਿੱਚ ਇੱਕ ਦੁਬਾਰਾ ਸਵਾਲ ਪੁੱਛ ਰਿਹਾ ਨਪਿੰਦਰ, ਮਤਲਬ ਇਹ ਹੈ ਕਿ ਰੁਪਿੰਦਰ ਅਤੇ ਜਸਵਿੰਦਰ ਦੀ ਗ੍ਰਿਫਤਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਵਾਲੀ ਐਸਆਈਟੀ ਨੇ ਕੀਤੀ, ਔਰ ਇਕਬਾਲਪ੍ਰੀਤ ਸਿੰਘ ਸਹੋਤਾ ਵਾਲੀ ਐਸਆਈਟੀ ਨੇ ਹੀ ਜਸਵਿੰਦਰ ਅਤੇ ਰੁਪਿੰਦਰ ਨੂੰ ਕਲੀਨ ਚਿਟ ਵੀ ਦਿੱਤੀ ਕਿ ਨਹੀਂ, ਇਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਹੈ, ਬੇਅਦਬੀ ਦੀ ਘਟਨਾ ਦੇ ਵਿੱਚ ਇਹਨਾਂ ਦਾ ਹੱਥ ਨਹੀਂ ਹੈ। ਅਸਲ ਦੇ ਵਿੱਚ ਇਹ ਸਿੱਟ ਬਣਦੀ ਹੈ 14 ਤਰੀਕ ਨੂੰ, 14 ਤਰੀਕ ਨੂੰ ਸਿੱਟ ਬਣਦੀ ਹੈ 14/10 ਨੂੰ, ਤਾਂ ਉਦੋਂ ਬੇਸਿਕਲੀ ਫਰੀਦਕੋਟ ਪੁਲਿਸ ਲੱਗੀ ਹੁੰਦੀ ਹੈ। ਸਿੱਟ ਜਿਹੜੀ ਵੱਖਰੇ ਤੌਰ ਤੇ ਕੰਮ ਕਰਦੀ ਹੈ, ਫਰੀਦਕੋਟ ਪੁਲਿਸ ਉਹਨਾਂ ਨੂੰ ਅਰੈਸਟ ਕਰ ਲੈਂਦੀ ਹੈ, ਔਰ ਸਿੱਟ ਉਸੇ ਦੌਰਾਨ, ਹਾਲਾਂਕਿ 14 ਤਰੀਕ ਨੂੰ ਸਿੱਟ ਬਣ ਜਾਂਦੀ ਹੈ ਪਰ 16 ਤੋਂ ਕੰਮ ਸ਼ੁਰੂ ਕਰਦੀ ਹੈ, ਪਰ ਇਸੇ ਦੌਰਾਨ ਉਹ ਗ੍ਰਿਫਤਾਰ ਹੋ ਚੁੱਕੇ ਨੇ। ਤਾਂ ਇਹ ਸਿੱਟ ਜਾਂਦੀ ਹੈ, ਇਨਵੈਸਟੀਗੇਟ ਕਰਦੀ ਹੈ, ਜਦੋਂ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਸਾਰਾ ਜਿਹੜਾ ਐਵੀਡੈਂਸ ਆ ਉਹ ਸਾਹਮਣੇ ਆਉਂਦਾ, ਤਾਂ ਉਸ ਵੇਲੇ ਇਸ ਸਿੱਟ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਪਤਾ ਲੱਗਦਾ ਕਿ ਬੇਸਿਕਲੀ ਬੇਅਦਬੀ ਦੇ ਦੋਸ਼ੀ ਨਹੀਂ ਨੇ ਦੋਨੇ ਭਰਾ, ਪਰ ਕਿਉਂਕਿ ਇੱਕ ਜਿਹੜੀ ਆਡੀਓ ਸ਼ੱਕੀ ਜਿਹੜੀ ਹੁਣੇ ਸੁਣਾਈ, ਕੋਈ ਵੀ ਬੰਦਾ ਇਹ ਆਡੀਓ ਸੁਣੇਗਾ ਤਾਂ ਉਹਨੂੰ ਲੱਗੇਗਾ ਕਿ ਯਾਰ ਕਿਤੇ ਬੇਅਦਬੀ ਇਹਨਾਂ ਨੇ ਤਾਂ ਨਹੀਂ ਕੀਤੀ, ਅੰਗ ਕਿਤੇ ਇਹਨਾਂ ਕੋਲੋਂ ਤਾਂ ਹੀ ਬਰਾਮਦ ਤਾਂ ਨਹੀਂ ਹੋਏ ਕਿ ਬੇਅਦਬੀ ਕੀਤੀ ਹੈ। ਪਰ ਕਿਉਂਕਿ ਜਦੋਂ ਸ਼ੱਕ ਦੇ ਬਿਆਨ ਤੇ ਅਰੈਸਟ ਕੀਤਾ ਗਿਆ, ਜਦੋਂ ਸੱਚ ਸਾਹਮਣੇ ਆਇਆ ਤਾਂ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ, ਬੇਗੁਨਾਹ ਕਰ ਦਿੱਤਾ ਗਿਆ। ਜੀ ਬਿਲਕੁਲ, ਤਾਂ ਸ਼ੁਕਰੀਆ ਨਪਿੰਦਰ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਜਿਸ ਤਰੀਕੇ ਨਾਲ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਤੱਥ ਨਿਕਲ ਕੇ ਸਾਹਮਣੇ ਆਏ ਨੇ, ਮੈਂ ਇੱਕ ਵਾਰ ਫਿਰ ਤੋਂ ਜ਼ਿਕਰ ਕਰਦਾ ਹਾਂ ਕਿ ਜੋ ਪਹਿਲੀ ਐਸਆਈਟੀ ਬਣਾਈ ਗਈ ਸੀ 2015 ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰਦੀ ਹੈ, ਤੇ ਉਸ ਤੋਂ ਬਾਅਦ ਪਹਿਲੀ ਐਸਆਈਟੀ ਬਣਾਈ ਗਈ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਦੇ ਵਿੱਚ। ਮੈਂ ਇੱਕ ਵਾਰ ਫਿਰ ਤੋਂ ਨਪਿੰਦਰ ਦਾ ਰੁਖ ਕਰਾਂਗਾ, ਕਿਉਂਕਿ ਪਰ ਪੂਰੇ ਮਾਮਲੇ ਦੇ ਵਿੱਚ ਜੋ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਐਸਆਈਟੀ ਦੀ ਰਿਪੋਰਟ ਜੋ ਉਹਨਾਂ ਨੇ ਤਿਆਰ ਕੀਤੀ ਹੈ, ਉਹ ਨਿਊਜ਼ 18 ਪੰਜਾਬ ਦੇ ਕੋਲ ਉਸ ਦੀ ਐਕਸਕਲੂਸਿਵ ਕਾਪੀ ਹੈ, ਤੇ ਉਸ ਦੇ ਵਿੱਚ ਜਿਹੜੇ ਤੱਥ ਨੇ, ਉਸ ਦੇ ਵਿੱਚ ਦੋ ਚੀਜ਼ਾਂ ਨੇ। ਇੱਕ ਤਾਂ ਪੁਲਿਸ ਦੀ ਕਾਰਜ ਪ੍ਰਣਾਲੀ ਸਵਾਲਾਂ ਦੇ ਘੇਰੇ ਵਿੱਚ, ਚਰਨਜੀਤ ਸ਼ਰਮਾ ਆਪਣਾ ਪੱਖ ਰੱਖ ਚੁੱਕੇ ਨੇ, ਪਰ ਐਸਆਈਟੀ ਦੀ ਰਿਪੋਰਟ ਕੀ ਕਹਿੰਦੀ ਹੈ ਅਸੀਂ ਉਹ ਤੁਹਾਨੂੰ ਦੱਸਦੇ ਹਾਂ। ਉਸ ਦੇ ਮੁਤਾਬਿਕ ਚਰਨਜੀਤ ਸ਼ਰਮਾ ਨੇ ਬਾਈਬਲ ਕਲਮ ਦੇ ਵਿੱਚ ਸਹੀ ਢੰਗ ਦੇ ਨਾਲ ਜੋ ਉੱਥੇ ਭੀੜ ਸੀ, ਕਰਾਊਡ ਸੀ, ਉਸ ਨੂੰ ਹੈਂਡਲ ਨਹੀਂ ਕੀਤਾ, ਵਰਡ ਦਾ ਯੂਜ਼ ਕੀਤਾ ਗਿਆ, ਇਨਐਪਰੋਪ੍ਰੀਏਟ ਤਰੀਕੇ ਨਾਲ ਹੈਂਡਲਿੰਗ ਉੱਥੇ ਹੋਈ, ਉੱਥੇ 2 ਲੋਕਾਂ ਦੀ ਮੌਤ ਹੋਈ ਸੀ, ਇਹ ਸਾਰੇ ਜਾਣਦੇ ਨੇ। ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਜਦੋਂ ਸਰੂਪ ਚੋਰੀ ਹੋਏ ਸਨ ਤਾਂ ਉਸ ਤੋਂ ਬਾਅਦ ਵੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ, ਉਸ ਦੇ ਉੱਤੇ ਵੀ ਚਰਨਜੀਤ ਸ਼ਰਮਾ ਆਪਣਾ ਪੱਖ ਰੱਖ ਕੇ ਗਏ ਨੇ। ਤੇ ਗੱਲ ਕਰੀਏ ਰੁਪਿੰਦਰ ਤੇ ਜਸਵਿੰਦਰ ਦੀ, ਰੁਪਿੰਦਰ ਤੇ ਜਸਵਿੰਦਰ ਦੇ ਮਾਮਲੇ ਦੇ ਵਿੱਚ ਜੋ ਜ਼ਿਕਰ ਹੋ ਰਿਹਾ ਹੈ ਕਿ ਦੋਵੇਂ ਭਰਾਵਾਂ ਨੂੰ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਐਸਆਈਟੀ ਨੇ ਗ੍ਰਿਫਤਾਰ ਕੀਤਾ ਸੀ, ਇਹ ਸੱਚ ਹੈ? ਕਹਿ ਸਕਦੇ ਹਾਂ ਕਿ ਐਸਆਈਟੀ ਦੇ ਤੱਥਾਂ ਦੇ ਆਧਾਰ ਤੇ ਹੀ ਕੀਤਾ ਗਿਆ, ਐਸਆਈਟੀ ਨੇ ਗ੍ਰਿਫਤਾਰ, ਪਰ ਉਸ ਤੋਂ ਬਾਅਦ ਐਸਆਈਟੀ ਨੇ ਹੀ ਉਹਨਾਂ ਨੂੰ ਕਲੀਨ ਚਿਟ ਵੀ ਇੱਕ ਤਰੀਕੇ ਨਾਲ ਦੇ ਦਿੱਤੀ ਕਿ ਇਹਨਾਂ ਦਾ ਹੱਥ ਬੇਅਦਬੀ ਦੀ ਘਟਨਾ 'ਚ ਨਹੀਂ ਹੈ। ਮੈਂ ਇੱਕ ਵਾਰ ਫਿਰ ਤੋਂ ਨਪਿੰਦਰ ਦਾ ਰੁਖ ਕਰਦਾ। ਨਪਿੰਦਰ, ਇਹ ਫਾਈਂਡਿੰਗਸ ਦੇ ਉੱਤੇ ਮੈਂ ਹੁਣ ਆਉਣਾ, ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਦੁਬਾਰਾ ਲੈਣਾ ਚਾਹੁੰਦਾ, ਫਾਈਂਡਿੰਗਸ ਦੇ ਉੱਤੇ ਆਉਣਾ ਕਿ ਇਸ ਪੂਰੀ ਜਾਂਚ ਰਿਪੋਰਟ ਦੀਆਂ ਫਾਈਂਡਿੰਗਸ ਜਾਂ ਕਹੀਏ ਕਿ ਨਿਚੋੜ ਕੀ ਕੱਢਿਆ ਜਾਵੇ। ਬਿਲਕੁਲ, ਆਪਾਂ ਫਾਈਂਡਿੰਗ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਤਾਂ ਫਾਈਂਡਿੰਗ ਇਹ ਕਿ ਜਦੋਂ ਇਹ ਸਿੱਟ ਬਣ ਜਾਂਦੀ ਹੈ 14 ਤਰੀਕ ਨੂੰ ਜਿਹੜੀ ਇੰਪਲੀਮੈਂਟ ਹੁੰਦੀ ਹੈ, 16 ਤਰੀਕ ਨੂੰ ਪਹਿਲੇ ਦਿਨ ਹੀ ਜਿਹੜੀ ਪ੍ਰਮੁੱਖ ਜਾਂਚ ਕਰਦੀ ਹੈ, ਪਹਿਲੀ ਜਾਂਚ ਦੇ ਵਿੱਚ ਜਿਹੜਾ ਚਰਨਜੀਤ ਸ਼ਰਮਾ ਦਾ ਜ਼ਿਕਰ ਆਇਆ ਜਾਂ ਬਾਕੀ ਚੀਜ਼ਾਂ ਆਈਆਂ, ਤਾਂ ਪਹਿਲੀ ਰਿਪੋਰਟ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਜਦੋਂ ਗੁਰੂ ਸਾਹਿਬ ਚੋਰੀ ਹੋਏ ਉਦੋਂ ਵੀ ਪ੍ਰੋਪਰ ਕੰਮ ਨਹੀਂ ਕੀਤਾ ਗਿਆ, ਉਦੋਂ ਸਹੀ ਕੰਮ ਨਹੀਂ ਹੋਇਆ, ਉਸ ਤੋਂ ਬਾਅਦ ਢਿੱਲੀ ਕਾਰਵਾਈ, ਜਾਂ ਫਿਰ ਉਸ ਤੋਂ ਬਾਅਦ ਜਿਹੜਾ ਬਾਈਬਲ ਕਲਮ ਵਿੱਚ ਗੋਲੀकांड ਹੋਇਆ ਉਹਨੂੰ ਲੈ ਕੇ ਵੀ ਚਰਨਜੀਤ ਸ਼ਰਮਾ ਦੀ ਕਾਰਵਾਈ ਤੇ ਸਵਾਲ ਚੁੱਕੇ ਗਏ। ਸਿੱਧੇ ਤੌਰ ਤੇ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹ ਬਾਈਬਲ ਕਲਾਂ, ਚਰਨਜੀਤ ਸ਼ਰਮਾ ਤੇ ਬਾਕੀ ਉਹਨਾਂ ਦੀ ਟੀਮ ਜਿਹੜੀ ਮੌਜੂਦ ਸੀ, ਇਸ ਕਰਕੇ ਜਿਹੜੀ ਉਹਨਾਂ ਨੇ 16 ਤਰੀਕ ਨੂੰ ਰਿਪੋਰਟ ਦਿੱਤੀ, ਉਸੇ ਆਧਾਰ ਤੇ ਜਿਹੜੀ ਹੈ ਪੰਜਾਬ ਸਰਕਾਰ ਨੇ ਉਸ ਵੇਲੇ 18/10 ਨੂੰ ਉਹਨਾਂ ਨੂੰ ਚਰਨਜੀਤ ਸ਼ਰਮਾ ਨੂੰ ਸਸਪੈਂਡ ਕਰਨ ਦੇ ਆਰਡਰ ਦੇ ਦਿੱਤੇ। ਯਾਨੀ 14 ਨੂੰ ਬਣੀ ਸਿੱਟ, 16 ਨੂੰ ਉਹਨਾਂ ਨੇ ਰਿਪੋਰਟ ਦਿੱਤੀ ਤੇ 18 ਨੂੰ ਚਰਨਜੀਤ ਸ਼ਰਮਾ ਸਸਪੈਂਡ ਹੋ ਜਾਂਦੇ ਨੇ, ਚਰਨਜੀਤ ਸ਼ਰਮਾ ਦਾ ਨਾਮ ਆ ਜਾਂਦਾ। ਉਸ ਤੋਂ ਬਾਅਦ ਫਾਈਨਲ ਰਿਪੋਰਟ ਤਿਆਰ ਕਰਦੀ ਹੈ ਸਿੱਟ ਆਪਣੀ, ਜਿਹਦੇ ਮੁਖੀ ਨੇ ਇਕਬਾਲਪ੍ਰੀਤ ਸਿੰਘ ਸੋਤਾ। ਉਹ ਜਿਹੜੀ ਫਾਈਨਲ ਰਿਪੋਰਟ ਦਿੰਦੇ ਨੇ, ਫਾਈਨਲ ਰਿਪੋਰਟ ਦੇ ਵਿੱਚ ਆਪਣੀ ਕਹਿੰਦੇ ਨੇ ਕਿ ਜਿਹੜਾ, ਕਿਉਂਕਿ ਇਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਆਮ ਲੋਕਾਂ ਤੇ ਪਰਚਾ ਦਰਜ ਹੋ ਗਿਆ ਸੀ, ਕਿਉਂਕਿ ਪੁਲਿਸ ਨੇ ਆਪਣੇ ਆਪ ਨੂੰ ਡਿਫੈਂਸ ਕਰਨਾ ਸੀ, ਆਮ ਲੋਕਾਂ ਤੇ ਪਰਚਾ ਦਰਜ ਹੋਇਆ। ਤਾਂ ਪਹਿਲੀ ਵਾਰ ਇਕਬਾਲਪ੍ਰੀਤ ਸਿੰਘ ਸੋਤਾ ਦੀ ਸਿੱਟ ਨੇ ਜਿਹੜੀ ਆਪਣੀ ਰਿਪੋਰਟ ਦਿੱਤੀ, ਉਹਨਾਂ ਕਿਹਾ ਕਿ ਜਿਹੜੀ ਅਸੀਂ ਪੜਤਾਲ ਕੀਤੀ ਹੈ ਇੱਥੇ ਪਤਾ ਲੱਗਿਆ ਕਿ 2 ਲੋਕਾਂ ਦੀ ਜਾਨ ਚਲੀ ਗਈ ਹੈ, 2 ਲੋਕ ਮਾਰੇ ਗਏ ਨੇ, ਕ੍ਰਿਸ਼ਨ ਭਗਵਾਨ ਔਰ ਗੁਰਜੀਤ ਸਿੰਘ ਮਾਰੇ ਗਏ ਨੇ, ਔਰ ਜਿੱਥੇ ਘਟਨਾ ਵਾਪਰੀ ਹੈ
ਫਾਇਰਿੰਗ ਦੌਰਾਨ ਉੱਥੇ ਚਰਨਜੀਤ ਸਿੰਘ ਐਸਐਸਪੀ ਮੋਗਾ ਦੀ ਨਿਗਰਾਨੀ ਦੇ ਵਿੱਚ ਟੀਮ ਤੈਨਾਤ ਸੀ। ਸਾਫ਼ ਤੌਰ ਤੇ ਲਿਖਿਆ ਜਾਂਦਾ ਹੈ ਕਿ ਇੱਥੇ ਕਤਲ ਕੇਸ ਦਰਜ ਕਰਕੇ ਡੂੰਘਾਈ ਨਾਲ ਤਫਤੀਸ਼ ਦੀ ਜ਼ਰੂਰਤ ਹੈ ਔਰ ਨਾਲ ਹੀ ਅਗਲਾ ਲਾਸਟ ਲੈਣਾ ਜ਼ਰੂਰੀ ਨੇ। ਇਕਬਾਲਪ੍ਰੀਤ ਸਿੰਘ ਸੋਤਾ ਲਿਖਦੇ ਨੇ, ਇਸ ਲਈ ਆਪ ਨੂੰ ਨਿਰਦੇਸ਼ ਦਿੱਤੇ ਜਾਂਦੇ ਨੇ, ਹੁਕਮ ਦਿੱਤਾ ਜਾਂਦਾ ਹੈ ਕਿ ਅਧੀਨ ਧਾਰਾ 302 ਕਤਲ ਦਾ ਮੁਕੱਦਮਾ, 307 ਇਰਾਦਾ ਕਤਲ, 34 ਆਈਪੀਸੀ ਕੇ 2 ਤੋਂ ਵੱਧ ਬੰਦੇ, 25 27 54 59 ਅਸਲਾ ਐਕਟ ਕਿਉਂਕਿ ਗੋਲੀ ਚੱਲੀ ਤਾਂ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਸਿਫਾਰਿਸ਼ ਸਭ ਤੋਂ ਪਹਿਲਾਂ ਇਕਬਾਲਪ੍ਰੀਤ ਸਿੰਘ ਸੋਤਾ ਦੀ ਰਿਪੋਰਟ ਦੇ ਵਿੱਚ ਕੀਤੀ ਗਈ ਕਿ ਸਹੀ ਤੱਥ ਸਾਹਮਣੇ ਲਿਆ ਕੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇ ਤੇ ਕਾਨੂੰਨ ਮੁਤਾਬਕ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਤਾਂ ਯਾਨੀ ਜਦੋਂ ਜਾਂਚ ਸ਼ੁਰੂ ਹੁੰਦੀ ਹੈ, ਇਕਬਾਲਪ੍ਰੀਤ ਸਿੰਘ ਸੋਤਾ ਨੇ ਜਿਹੜੇ 2 ਲੜਕੇ ਅਰੈਸਟ ਹੋਏ, ਜਦੋਂ ਪਤਾ ਲੱਗਿਆ ਕਿ ਉਹ ਬੇਗੁਨਾਹ ਨੇ, ਉਹਨਾਂ ਨੂੰ ਰਿਲੀਜ਼ ਵੀ ਕੀਤਾ। ਉਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ ਤਾਂ ਉੱਥੇ ਸੀ ਕੌਣ, ਚਰਨਜੀਤ ਸ਼ਰਮਾ ਉਸ ਵੇਲੇ ਐਸਐਸਪੀ ਸੀ। ਤਾਂ ਉਹਨਾਂ ਦੀ ਪੂਰੀ ਕਹਾਣੀ ਜਿਹੜੀ ਹੈ ਆਖਰੀ ਰਿਪੋਰਟ ਯਾਨੀ ਕਿ ਪੁਲਿਸ ਦੇ ਸਿਰ ਤੇ 302 ਦਾ ਕਤਲ ਦਾ ਪਰਚਾ ਇਕਬਾਲਪ੍ਰੀਤ ਸਿੰਘ ਸੋਤਾ ਦੀ ਸਿੱਟ ਦੇ ਵੱਲੋਂ ਹੀ ਕਰਵਾਇਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੀ ਭੂਮਿਕਾ ਖਤਮ ਹੋ ਜਾਂਦੀ ਹੈ ਔਰ 2 ਨਵੰਬਰ ਨੂੰ ਯਾਨੀ 10ਵੇਂ ਮਹੀਨੇ ਦੇ ਵਿੱਚ ਸਾਰੀਆਂ ਚੀਜ਼ਾਂ ਅਕਤੂਬਰ 'ਚ ਚੱਲ ਰਹੀਆਂ ਨੇ ਤਾਂ 2 ਨਵੰਬਰ ਨੂੰ ਸੀਬੀਆਈ ਕੋਲੇ ਕੇਸ ਚਲਾ ਜਾਂਦਾ। ਯਾਨੀ ਤਿੰਨੇ ਇਨਵੈਸਟੀਗੇਸ਼ਨਾਂ ਜਿਹੜੀਆਂ ਨੇ ਉਹ ਸੀਬੀਆਈ ਕੋਲੇ ਚਲੀਆਂ ਜਾਂਦੀਆਂ ਨੇ। ਇਕਬਾਲਪ੍ਰੀਤ ਸਿੰਘ ਸੋਤਾ ਆਖਰੀ ਰਿਪੋਰਟ ਦੇ ਵਿੱਚ ਜਿਹੜਾ ਹੈਗਾ 302 ਦਾ ਪਰਚਾ ਕਤਲ ਦਾ ਪੁਲਿਸ ਤੇ ਕਰਨ ਦੀ ਸਿਫਾਰਿਸ਼ ਕਰ ਜਾਂਦੇ ਨੇ। ਉਸ ਤੋਂ ਬਾਅਦ ਸੀਬੀਆਈ ਕੋਲੇ ਮੈਟਰ ਚਲਾ ਜਾਂਦਾ ਔਰ ਬਾਕੀ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਨੇ ਔਰ ਹੁਣ ਤੱਕ ਜਿਹੜਾ ਹੈਗਾ ਮੈਟਰ ਹੈ ਫਿਲਹਾਲ ਕੋਰਟ ਦੇ ਵਿੱਚ ਹੈ। ਗੌਰਵ, ਸ਼ੁਕਰੀਆ ਨਿਪਿੰਦਰ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਤੱਥ ਸਾਹਮਣੇ ਨੇ, ਉਸ ਜਾਂਚ ਰਿਪੋਰਟ ਦੇ ਵਿੱਚ ਕੀ ਸੀ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਅਹਿਮ ਡਾਕੂਮੈਂਟਸ ਨੇ ਇਹ। ਇਕਬਾਲਪ੍ਰੀਤ ਸਿੰਘ ਸਹੋਤਾ ਉਸ ਸਮੇਂ ਐਸਆਈਟੀ ਦੇ ਹੈੱਡ ਸੀ, ਮੌਜੂਦਾ ਸਮੇਂ 'ਚ ਪੰਜਾਬ ਦੇ ਡੀਜੀਪੀ ਨੇ ਤੇ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਉੱਠ ਰਹੇ ਨੇ। ਪਰ 2 ਚੀਜ਼ਾਂ ਕਲੀਅਰ ਹੋ ਰਹੀਆਂ ਨੇ ਕਿ ਇੱਕ ਤਾਂ ਇਨਵੈਸਟੀਗੇਸ਼ਨ ਜਿਹੜੀ ਕੀਤੀ ਗਈ ਉਹ ਕਰੀਬ ਤੁਸੀਂ ਕਹਿ ਸਕਦੇ ਹੋ ਕਿ 18 ਤੋਂ 20 ਦਿਨ ਦੀ ਹੀ ਇਨਵੈਸਟੀਗੇਸ਼ਨ ਸੀ ਐਸਆਈਟੀ ਦੀ, ਜਿਹੜੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਐਸਆਈਟੀ ਨੇ ਕੀਤੀ। 14 ਅਕਤੂਬਰ ਨੂੰ ਸ਼ੁਰੂਆਤ ਕਰਦੇ ਨੇ, 2 ਨਵੰਬਰ ਨੂੰ ਮਾਮਲਾ ਸੀਬੀਆਈ ਦੇ ਕੋਲ ਚਲਿਆ ਜਾਂਦਾ ਹੈ। ਯਾਨੀ ਕਿ 18-19 ਦਿਨ ਹੀ ਸੀ ਜਦੋਂ ਪੂਰੀ ਇਨਵੈਸਟੀਗੇਸ਼ਨ ਕੀਤੀ ਗਈ ਤੇ 18-19 ਦਿਨ ਦੇ ਵਿੱਚ ਇਨਵੈਸਟੀਗੇਸ਼ਨ 'ਚ ਪੁਲਿਸ ਨੂੰ ਲੈ ਕੇ ਟਿੱਪਣੀਆਂ ਨੇ। ਰੁਪਿੰਦਰ ਜਸਵਿੰਦਰ ਵਾਲਾ ਵੀ ਪੂਰਾ ਘਟਨਾਕ੍ਰਮ ਵਾਪਰਦਾ ਤੇ ਉਸ ਦੇ ਵਿੱਚ ਵੀ ਰਿਲੀਜ਼ ਉਹਨਾਂ ਨੂੰ ਅਦਾਲਤ 'ਚੋਂ ਕਰਵਾਇਆ ਜਾਂਦਾ ਹੈ ਜਾਂ ਫਿਰ ਉਹਨਾਂ ਨੂੰ ਲੈ ਕੇ ਵੀ ਐਸਆਈਟੀ ਕਹਿ ਦਿੰਦੀ ਹੈ। ਜੋ ਉਹਨਾਂ ਨੇ ਫਾਈਨਲ ਚਲਾਨ ਇਸ ਸਾਲ ਵੀ ਪੇਸ਼ ਕੀਤਾ ਉਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੇ ਉੱਤੇ ਜਿਹੜੀ ਵੀ ਅੱਗੇ ਕੋਈ ਇਨਵੈਸਟੀਗੇਸ਼ਨ ਹੋ ਰਹੀ ਹੈ ਉਸ ਨੂੰ ਵੀ ਖਤਮ ਕਰ ਦਿੱਤਾ ਜਾਵੇ, ਬੰਦ ਕਰ ਦਿੱਤਾ ਜਾਵੇ, ਇਹ ਸਿਫਾਰਿਸ਼ ਹੈ। ਪਰ ਉਮੀਦ ਕਰਾਂਗੇ ਕਿ ਪਹਿਲੀ ਐਸਆਈਟੀ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਜਾਂਚਾਂ ਹੋਈਆਂ ਨੇ ਉਸ ਤੋਂ ਬਾਅਦ ਵੀ ਇੰਤਜ਼ਾਰ ਸਿੱਖ ਸੰਗਤ ਅਜੇ ਕਰ ਰਹੀ ਹੈ ਕਿ ਤੱਥ ਸਾਹਮਣੇ ਆਉਣ ਕਿ ਇਸ ਦੇ ਪਿੱਛੇ ਕੌਣ ਸੀ, ਕਿਸ ਨੇ ਬੇਅਦਬੀ ਦੀ ਪੂਰੀ ਘਟਨਾ ਦੀ ਸਾਜ਼ਿਸ਼ ਰਚੀ, ਕਿਸ ਨੇ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਗੋਲੀकांड ਵਾਪਰਿਆ ਗੋਲੀ ਚੱਲੀ ਕਿਉਂ, ਕਿਸ ਨੇ ਆਰਡਰ ਦਿੱਤੇ, ਇਹ ਸਾਰੇ ਤੱਥ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਨੇ। ਉਮੀਦ ਹੈ ਕਿ ਜਲਦ ਸਾਰਾ ਸੱਚ ਸਭ ਦੇ ਸਾਹਮਣੇ ਆਏਗਾ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।